ਕਿਹੜੀ ਐਸੀ ਬਖਸ਼ਿਸ਼ ਸੀ ਗੁਰੂ ਮਹਾਰਾਜ ਦੀ ਸੰਤ ਜਰਨੈਲ ਸਿੰਘ ਦੇ ਬੋਲਾਂ ਦੇ ਵਿੱਚੋਂ, ਜਥੇ ਦੇ ਵਿੱਚ, ਜਿਹੜੀ ਕਿ ਉਹ ਬੋਲ ਪਗਾ ਗਈ? ਬੇਟੇ ਇੱਕ ਉਹਨਾਂ ਦੇ ਨਾਲ ਧਰਮ ਸੀ ਜੀ ਬੜੀ ਵੱਡੀ, ਮਹਾਰਾਜ ਦੀ ਦੇਣ ਸੀ, ਨਿਤਨੇਮੀ ਸੀ। ਜੀ ਤੇ ਇੱਕ ਜਜ਼ਬਾ ਜਿਹੜਾ 10ਵੇਂ ਪਾਤਸ਼ਾਹ ਨੇ ਆਪਾਂ ਨੂੰ ਦਿੱਤਾ, ਉਹ ਵਿਲੱਖਣਤਾ ਜਿਹੜੀ ਉਹਨਾਂ ਦੀ, ਉਹ ਮਹਾਰਾਜ ਕਹਿੰਦੇ ਆ ਨਾ ਵੀ ਜਬ ਲਖ ਖਾਲਸਾ ਰਹੇ ਨਿਆਰਾ ਤਬ ਲਖ ਤੇਜ ਵੀ ਦਿਓ ਮੈਂ ਸਾਰਾ। ਉਹਨਾਂ ਦੇ ਵਿੱਚ ਤੇਜ ਪ੍ਰਤਾਪ ਜਿਹੜਾ ਨਿਡਰਤਾ ਸੀ, ਉਹ ਛੇਤੀ ਨਾਲ ਡਿੱਗਦੀ ਨਹੀਂ। ਜੀ ਇਸੇ ਗੱਲ ਨੂੰ ਉਹ ਮੇਰਾ ਖਿਆਲ, ਮੈਂ ਵੇਖਿਆ, ਮੈਂ ਕਈਆਂ ਨਾਲ ਇਹ ਗੱਲ ਵੀ ਕਰਦੀ ਹਾਂ, ਮੈਂ ਕਹਿੰਦੀ ਹਾਂ ਵੀ ਇੰਨੀਆਂ ਵਰਦੀਆਂ ਗੋਲੀਆਂ ਦੇ ਨਾਲ ਜਦੋਂ ਅਸੀਂ ਸਾਰਾ ਦਿਨ ਅੰਦਰ ਬੈਠੇ ਰਹੇ ਹਾਂ ਤੇ ਮੁੰਡੇ ਤੁਰਦੇ ਸੀ ਪ੍ਰਕਰਮਾਂ ਦੇ ਵਿੱਚ, ਬਰਾਂਡਿਆਂ ਦੇ ਵਿੱਚ, ਚਲੋ ਅਸਲਾ ਦਿੰਦੇ ਸੀ ਜਾਂ ਕਿਸੇ ਨੂੰ ਪਾਣੀ ਧਾਣੀ, ਜਦੋਂ ਬੰਦ ਜੂ ਕੀਤਾ ਸੀ ਸਾਰਾ ਕੁਝ ਹੋ ਦਿੰਦੇ ਸੀ। ਮੈਨੂੰ ਡਰ ਲੱਗਦਾ ਸੀ ਵੀ ਤੁਸੀਂ ਇੰਨੇ ਨੌਜਵਾਨ ਬਾਹਰ ਤੁਰੇ ਫਿਰਦੇ ਜੇ ਤੇ ਕਿਤੇ ਗੋਲੀ ਲੱਗ ਗਈ ਕੀ, ਸਾਨੂੰ ਡਰ ਲੱਗਦਾ ਸੀ। ਪਰ ਉਹਨਾਂ ਦੇ ਮੱਥੇ ਤੇ ਭੋਰਾ ਮਹਿਸੂਸੀ ਦਾ ਚਿੰਨ੍ਹ ਹੀ ਨਹੀਂ ਸੀ ਹੈਗਾ। ਇੱਕ ਦੂਜੇ ਨਾਲ ਟੀਚਰਾਂ ਦੇ ਮਖੌਲ ਕਰਦੇ ਜਾਂਦੇ ਵੀ ਜਿਵੇਂ ਜੰਝ ਨੂੰ ਤਿਆਰ ਹੋ ਕੇ ਚੜ੍ਹਨ ਲੱਗੇ ਹੁੰਦੇ। ਇਹੋ ਜਿਹੇ ਕੁਦਰਤ ਨੇ ਪਤਾ ਨਹੀਂ ਕੀ ਇਹ ਖੇਡ ਖੇਡਿਆ। ਜੇ ਉਹ ਪਹਿਲੋਂ ਹੀ ਮੌਜੂਦ ਹੁੰਦੇ ਤੇ ਉਹਨਾਂ ਨੂੰ ਕਿੰਨੇ ਬੰਨ੍ਹ ਕੇ ਰੱਖਿਆ ਸੀ। ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਪਹਿਲੋਂ ਵੀ ਜਿਹਦਾ ਜੀ ਕਰਦਾ ਹੈ ਕੱਲ ਨੂੰ ਤੁਹਾਡੀਆਂ ਮਾਵਾਂ ਆਖਣਗੀਆਂ ਮਰਵਾਤੇ ਆ ਵੀ ਤੁਸੀਂ ਘਰ ਨੂੰ ਜਾਓ, ਹੈ ਨਾ। ਤੇ ਉਹ ਆਪਦੀ ਖੁਸ਼ੀ ਨਾਲ ਰਿਹਾ। ਇਹ ਕਿਸੇ ਦੇ ਬੰਨਿਆ ਨਹੀਂ, ਇਹ ਜੰਗਾਂ ਲੜੀਆਂ ਜਾਂਦੀਆਂ ਤੇ ਨਾ ਕੋਈ ਲੜਦਾ। ਉਹ ਕਿਹੜੇ ਵਿਚਾਰੇ ਤਨਖਾਹਾਂ ਲੈਂਦੇ ਸੀ। ਇਹ ਤਾਂ ਰੱਬ ਦੀ ਕਿਰਪਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਣਾ ਹੀ ਸੀ ਇੱਦਾਂ। ਆਪਣੇ ਘਰਾਂ ਵਿੱਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ, ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁੱਧ ਦੀ ਕਾਰ। ਘੱਲੂਘਾਰਾ ਜੂਨ 1984, ਅੱਜ 36 ਵਰ੍ਹੇ ਬੀਤ ਚੁੱਕੇ ਨੇ। ਸਾਡੇ ਨਾਲ ਪੰਥ ਦੀ ਬਹੁਤ ਸਤਿਕਾਰਯੋਗ ਸਨਮਾਨਯੋਗ ਸ਼ਖਸੀਅਤ ਬੀਬੀ ਹਰਮੀਤ ਕੌਰ ਜੀ, ਤੇ ਨਾਲ ਹੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਜੀ ਹਾਜ਼ਰ ਨੇ। ਅਸੀਂ ਘੱਲੂਘਾਰਾ ਦਿਵਸ ਤੇ ਕੁਝ ਚਰਚਾ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ ਕਦੇ ਭੁੱਲਣਯੋਗ ਨਹੀਂ ਹੁੰਦੇ। ਸਿੱਖ ਇਤਿਹਾਸ ਦਾ ਹਰ ਦਿਨ ਸ਼ਹੀਦਾਂ ਦੇ ਨਾਲ ਭਰਿਆ ਹੋਇਆ ਇਤਿਹਾਸ, ਜਿਹੜਾ ਬੇਸ਼ੱਕ ਕੁਝ ਸਾਲਾਂ ਦਾ ਹੈ ਜਾਂ ਕੁਝ ਸਦੀਆਂ ਦਾ ਕਹਿ ਲਓ, ਪਰ ਸ਼ਹਾਦਤਾਂ ਇੰਨੀਆਂ ਨੇ ਕਿ ਮਾਣ ਕਰਨ ਯੋਗ ਗੱਲਾਂ। ਅੱਜ ਤੋਂ 36 ਸਾਲ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਨੇ ਟੈਂਕ ਚਾੜੇ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਚੁਣਿਆ ਗਿਆ ਇਸ ਕਾਰਜ ਦੇ ਲਈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ, ਜਿਹੜੇ ਕਿ ਸੰਤ ਜੀ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਅਸੀਂ ਯਾਦ ਕਰਦੇ ਹਾਂ। ਸੰਤ ਜੀ ਦੀ ਅਗਵਾਈ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਜੂਝਣ ਵਾਲੇ ਬਹੁਤ ਸਾਰੇ ਸਤਿਕਾਰਯੋਗ ਅਜਿਹੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਦਾ ਸਾਡੀ ਬਹੁਤ ਸਾਰੇ ਕੌਮ ਦੇ ਨੌਜਵਾਨਾਂ ਨੂੰ ਕਈ ਵਾਰ ਨਾਮ ਅਸੀਂ ਨਹੀਂ ਲੈਂਦੇ ਸੀ। ਸੰਤ ਜਰਨੈਲ ਸਿੰਘ ਜੀ ਦੇ ਨਾਲ ਯੋਧੇ ਲੜੇ ਨੇ, ਪਰ ਬਹੁਤ ਸਾਰੀਆਂ ਸ਼ਖਸੀਅਤਾਂ ਹੋਈਆਂ ਵੀ ਜਿਨ੍ਹਾਂ ਨੇ ਜਰਨੈਲ ਦੀ ਅਗਵਾਈ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਅਗਾਂਹ ਵੱਧ ਕੇ ਛਾਤੀਆਂ ਤੇ ਗੋਲੀਆਂ ਖਾਧੀਆਂ, ਟੈਂਕਾਂ ਦਾ ਮੁਕਾਬਲਾ ਕੀਤਾ, ਜਿਨ੍ਹਾਂ ਦੇ ਵਿੱਚ ਜਿੱਥੇ 60 ਸਾਲ ਦੇ ਬਜ਼ੁਰਗ ਮੌਜੂਦ ਸੀ, ਉੱਥੇ ਫੁੱਟ ਦੀਆਂ ਦਾੜੀਆਂ, ਫੁੱਟ ਦੀਆਂ ਮੁੱਛਾਂ ਵਾਲੇ ਨੌਜਵਾਨ ਵੀ ਮੌਜੂਦ ਸੀ। ਬੀਬੀ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਤੋਂ ਗੱਲਬਾਤ ਸ਼ੁਰੂ ਕਰਾਂਗੇ। ਬੀਬੀ ਜੀ, 36 ਸਾਲ ਹੋ ਗਏ ਘੱਲੂਘਾਰਾ ਜੂਨ 84 ਵਾਪਰਿਆ। ਸਾਡੇ ਲਈ ਬੇਸ਼ੱਕ ਨੌਜਵਾਨਾਂ ਨੂੰ, ਕਿਉਂਕਿ ਜਦੋਂ ਅਸੀਂ ਦਿਨ ਯਾਦ ਕਰਦੇ ਹਾਂ ਤਾਂ ਲੂੰ ਕੰਡੇ ਖੜੇ ਹੋ ਜਾਂਦੇ। ਵਾਰ-ਵਾਰ ਇਹ ਗੱਲ ਕਹਿਣੀ ਪੈਂਦੀ ਵੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹੀਦੀਆਂ ਦਾ ਵੱਲ ਦੱਸਿਆ, ਤੇ ਉਹਨਾਂ ਦਿਨਾਂ ਦੇ ਵਿੱਚ ਹੀ 20ਵੀਂ ਸਦੀ ਦੇ ਮਹਾਨ ਯੋਧਿਆਂ ਨੇ ਇਤਿਹਾਸ ਰਚ ਦਿੱਤਾ। 36 ਸਾਲਾਂ ਬਾਅਦ ਜਦੋਂ ਉਹਨਾਂ ਦਿਨਾਂ 'ਚ ਅਸੀਂ ਆਏ ਹਾਂ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ? ਅਸੀਂ ਸੁਣਨਾ ਚਾਹੁੰਦੇ ਹਾਂ ਉਹ ਦਿਨਾਂ ਦੇ ਵਿੱਚ, ਅੱਜ ਦੇ ਦਿਨ ਜਾਂ 5 ਜਾਂ 6 ਜੂਨ ਨੂੰ ਜਦੋਂ ਕੁਝ ਵਾਪਰਿਆ, ਤਾਂ ਅੱਜ ਦੇ ਦਿਨਾਂ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਬਾਰਡਰ ਤੇ ਤਾਂ ਲੜਾਈਆਂ ਹੁੰਦੀਆਂ ਹੀ ਆ ਜੀ, ਸਾਰੇ ਮੁਲਕਾਂ ਦੀਆਂ। ਬਾਰਡਰ ਤੇ ਉਧਰੋਂ ਵੀ ਜੰਗ ਹੁੰਦੀ, ਉਧਰੋਂ ਵੀ ਹੁੰਦੀ, ਪਰ ਆਪਣੇ ਮੁਲਕ ਦੇ ਵਿੱਚ ਇਹ ਨਵੇਕਲੀ ਜੰਗ ਲੜੀ ਪਈ ਜੀ। ਨਾਲੇ ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪੰਜ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜਦੋਂ ਸੰਗਤ ਇਕੱਠੀ ਹੋਈ ਸੀ, ਇਹਨਾਂ ਮੌਕਾ ਤਾੜਿਆ ਜੀ, ਹੈ ਨਾ। ਸਾਡੇ ਮਨ 'ਚ ਇਹ ਰੋਸ ਹੈ ਵੀ ਇਹੀ ਇਹਨਾਂ ਨੂੰ ਦਿਨ ਲੱਭਿਆ ਸੀ ਜੀ, ਜਦੋਂ ਸੰਗਤ ਇੰਨੀ ਇਕੱਠੀ ਹੋਈ ਸੀ, ਥੋੜਾ ਅੱਗਾ ਪਿੱਛਾ ਵੀ ਕਰ ਸਕਦੇ ਸੀ। ਬਿਲਕੁਲ ਸਹੀ। ਮਾਤਾ ਜੀ,
ਘੱਲੂਘਾਰਾ ਜੂਨ 84 ਬਾਰੇ ਇਹਨਾਂ ਦਿਨਾਂ ਦੇ ਵਿੱਚ ਜਾਂ ਤੁਹਾਡੀ ਆਖਰੀ ਮੁਲਾਕਾਤ ਸ਼ਹੀਦ ਜੀ ਨਾਲ, ਜਾਂ ਉਹ ਉੱਥੋਂ ਜ਼ਰੂਰ ਸਾਨੂੰ ਥੋੜੀ ਜਿਹੀ ਕੁਝ ਗੱਲਬਾਤ ਸੁਣਾਓ। ਸਾਡੀ ਆਖਰੀ ਮੁਲਾਕਾਤ ਜੀ 3 ਤਰੀਕ ਨੂੰ ਹੋਈ ਹੈ ਜੀ ਕੁਛ ਘਰੇਲੂ ਡਿਊਟੀਆਂ ਮੇਰੀਆਂ ਲੱਗੀਆਂ ਜੀ ਵੀ ਤੁਸੀਂ ਐਂ ਕਰਨਾ ਹੈ, ਤੁਸੀਂ ਇੰਜ ਕਰਨਾ ਹੈ, ਬੱਚਿਆਂ ਨੂੰ ਪੜਾਉਣਾ। ਜੀ ਤੇ ਮੈਂ ਸੁਣਦੀ ਰਹੀ, ਮੈਨੂੰ ਵੀ ਐਂ ਲੱਗਦਾ ਸੀ ਵੀ ਇਹ ਅੱਜ ਕੋਈ ਵੱਖਰੀ ਜੀ ਗੱਲ ਕਰਦੇ ਪਏ ਆ। ਕਿੱਥੇ ਜੇ ਸੀ ਤੁਸੀਂ ਉਸ ਟਾਈਮ, ਜਦੋਂ ਕਿਹੜੀ ਜਗ੍ਹਾ ਤੇ ਇਹ ਮੁਲਾਕਾਤ ਹੋਈ? ਸਾਡਾ ਕਮਰਾ ਜੀ ਗੁਰੂ ਰਾਮਦਾਸ ਲੰਗਰ ਦੇ ਪੌੜੀਆਂ ਜਿੱਥੋਂ ਚੜ੍ਹਦੀਆਂ ਹਾਂਜੀ ਉੱਥੇ ਸੀ, ਮਗਰਲੇ ਪਾਸੇ ਬਾਬੇ ਖੜਕ ਸਿੰਘ ਦੇ ਡੇਰੇ ਦੇ ਨਾਲ ਲੱਗਦਾ ਸੀ ਜੀ, ਉੱਥੇ ਸੀ। ਉੱਥੇ ਫਿਰ ਬਹਿ ਕੇ ਇਹਨਾਂ ਨੇ, ਮੇਰੀਆਂ ਬੇਟੀਆਂ ਸੀ ਉੱਥੇ, ਮੈਂ ਸੀ, 2 ਕੁ ਇਹਨਾਂ ਦੇ ਨਾਲ ਹੋਰ ਸਿੰਘ ਸੀ ਜੀ। ਫਿਰ ਉੱਥੇ, ਨਹੀਂ ਤੇ ਇਹਨਾਂ ਨੇ 10 ਮਿੰਟ ਤੋਂ ਵੱਧ ਕਦੀ ਸਾਡੇ ਨਾਲ ਗੱਲ ਨਹੀਂ ਸੀ ਕੀਤੀ। ਅੱਛਾ ਜੀ। ਉੱਥੇ ਉਦੋਂ ਵਾਵਾ ਪੌਣਾ ਘੰਟਾ ਸਾਡੇ ਨਾਲ ਹੀ ਗੱਲਾਂ ਕਰਦੇ ਰਹੇ। ਅੱਛਾ ਜੀ। ਜਦੋਂ ਇਹ ਜਿਹੀਆਂ ਗੱਲਾਂ ਕਰਦੇ ਤੇ ਮੇਰੇ ਮਨ 'ਚ ਆਈ ਵੀ ਅੱਗੇ ਤੁਸੀਂ ਇਹੋ ਜਿਹੀਆਂ ਗੱਲਾਂ ਕਦੀ ਨਹੀਂ ਕੀਤੀਆਂ, ਅੱਜ ਤੁਸੀਂ ਇਹ ਮੈਨੂੰ ਇਹ ਜਿਹੀਆਂ ਗੱਲਾਂ ਕਿਵੇਂ ਕਰ ਰਹੇ ਹੋ? ਕਹਿੰਦੇ ਸੁਣ ਲਾ, ਇਹ ਵੀ ਟਾਈਮ ਨਹੀਂ ਨਿਕਲਣਾ, ਇਹ ਵੀ ਟਾਈਮ ਬਾਅਦ 'ਚ ਨਹੀਂ ਮਿਲਣਾ। ਅੱਛਾ ਜੀ। ਸੁਣ ਲਾ। ਫਿਰ ਮੈਂ ਸੁਣਦੀ ਰਹੀ, ਉਹਦੇ ਵਿੱਚ ਮੈਨੂੰ ਕਈ ਪੱਕੀਆਂ ਕੀਤੀਆਂ ਵੀ ਇੰਜ ਕਰਨਾ ਸੀ, ਇੰਜ ਕਰਨਾ। ਤੇ ਮੈਂ ਕਿਹਾ ਤੇ ਤੁਸੀਂ ਵੀ ਨਾਲ ਹੀ ਹੋਵੋਗੇ ਜੀ? ਕਹਿੰਦੇ ਨਹੀਂ, ਅੱਛਾ ਜੀ। ਸਾਡਾ ਕੋਈ ਪਤਾ ਨਹੀਂ ਅਸੀਂ ਕਿੱਥੇ ਹੋਣਾ, ਸਾਨੂੰ ਕਿਹਨੇ ਚੁੱਕਣਾ ਹੈ ਜਾਂ ਅਸੀਂ ਕਿਹਨੂੰ ਚੁੱਕਣਾ। ਹੁਣ ਸਮਾਂ ਆ ਗਿਆ ਜਿਹਨੂੰ ਉਡੀਕਦੇ ਸਾਂ, ਉਹ ਅਸੀਂ ਆਪਦਾ ਕੰਮ ਕਰਨਾ। ਅਸੀਂ ਤੁਹਾਡੇ ਗੋਡੇ ਨਾਲ ਨਹੀਂ ਬਹਿ ਕੇ ਬੈਠੇ ਰਹਿਣਾ। ਜਿਹੜੀਆਂ ਉਹਨਾਂ ਦੀਆਂ ਸਿੱਧੀਆਂ ਗੱਲਾਂ ਸੀ, ਕਹਿੰਦੇ ਤੁਸੀਂ ਹੋ ਸਕੇ ਤੇ ਜਾਂ ਵੀ ਕੰਪਲੈਕਸ ਦੇ ਵਿੱਚੋਂ ਬਾਹਰ ਮੇਰੀ ਮਾਤਾ ਜੀ ਸੱਸ ਮੇਰੇ ਨੂੰ ਵੀ ਚਲੇ ਜਾਓ। ਅੱਛਾ ਜੀ। ਤੇ ਮੈਂ ਕਿਹਾ ਅਸੀਂ ਤਾਂ ਬਾਹਰ ਚਲੇ ਜਾਾਂਗੇ ਤੇ ਤੁਸੀਂ? ਕਹਿੰਦੇ ਅਸੀਂ ਨਹੀਂ ਜਾਵਾਂਗੇ, ਅਸੀਂ ਜਿਹਨੂੰ ਉਡੀਕਦੇ ਸਾਂ ਸਮਾਂ, ਮੇਰਾ ਖਿਆਲ ਉਹ ਆ ਗਿਆ। ਅੱਛਾ ਜੀ। ਮੈਂ ਕਿਹਾ ਜੇ ਤੁਸੀਂ ਨਹੀਂ ਜਾਓਗੇ ਤੇ ਅਸੀਂ ਨਹੀਂ ਜਾਵਾਂਗੇ, ਵੀ ਸਾਨੂੰ ਰਹਿਣ ਦਿਓ ਇੱਥੇ। ਮਿਹਨਤ ਕੀਤੀ ਮੈਂ ਜੀ ਵੀ ਜੀ ਨਹੀਂ ਕਰਦਾ ਸਾਡਾ ਬਾਹਰ ਜਾਣ ਨੂੰ। ਜੀ। ਤੇ ਫਿਰ ਇਹ ਬੇਟੀ ਉੱਥੇ ਸੀ, ਇਹਨੂੰ ਤੇ ਮਾਤਾ ਜੀ ਨੂੰ ਭੇਜਤਾ। ਅੱਛਾ ਜੀ। ਤੇ ਮੈਂ ਤੇ ਮੇਰੀ ਨਿੱਕੀ ਬੇਟੀ ਫਿਰ ਅਸੀਂ ਉੱਥੇ ਰਹੇ। ਫਿਰ ਸਾਨੂੰ ਨਹੀਂ ਆਖਿਆ, ਕਹਿੰਦੇ ਤੁਹਾਡੀ ਮਰਜ਼ੀ ਆ, ਪਰ ਇਹ ਨਾ ਵੱਡੇ ਵੱਡੇ ਕੰਮ ਹੋਣੇ ਆ ਇੱਥੇ, ਵੀ ਅਸੀਂ ਕਿਤੇ ਹੋਣਾ ਹੈ, ਪਤਾ ਨਹੀਂ ਕਿੰਨੇ ਕਿੱਥੇ ਡਿੱਗੇ ਹੋਣਾ ਹੈ, ਜੇ ਤੁਸੀਂ ਚੱਲ ਸਕਦੇ ਤੇ ਰਹੋ। ਅੱਛਾ ਜੀ। ਗੁਰੂ ਰਾਮਦਾਸ ਨੂੰ ਭਾਇਆ ਤੇ ਜਿਹੜਾ ਬਚ ਗਿਆ ਉਹ ਨਿਕਲ ਜਾਊ, ਨਾ ਹੋਇਆ ਤੇ ਉਹਦੀ ਮਾਂ। ਜੀ। ਫਿਰ ਇਦਾਂ ਅਸੀਂ ਉੱਥੇ ਰਹਿ ਪਏ ਹਾਂ। 3 ਤਰੀਕ ਨੂੰ ਸਾਡੀ ਮੁਲਾਕਾਤ ਜੀ, ਉਹ ਵੀ 1 ਘੰਟਾ। ਜੀ। ਤਾਂ ਜਦੋਂ ਫਿਰ 3 ਨੂੰ, ਕਿਉਂਕਿ ਥੋੜੀ ਢਿੱਲ ਮਿਲੀ ਸੀ, ਜਿੱਦਾਂ ਅਸੀਂ ਜਨਰਲ ਸ਼ੁਭੇਗ ਸਿੰਘ ਜੀ, ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵੀ 3 ਨੂੰ ਬਾਹਰ ਆਉਂਦਾ ਹੈ। ਸ਼ੁਭੇਗ ਸਿੰਘ ਫੌਜੀ ਦੇ ਜਿਹੜੇ ਧਰਮ ਪਤਨੀ ਜੀ, ਉਹ ਵੀ ਉਦੋਂ ਮਿਲਦੇ, ਹੋਰ ਵੀ, ਕਿਉਂਕਿ 3 ਨੂੰ ਥੋੜੀ ਖੁੱਲ੍ਹ ਸੀ ਉਦੋਂ, ਪਰਿਵਾਰ ਕਈ ਤਾਂ ਸੰਗਤ ਵੀ ਕੁਝ ਨਿਕਲੀ ਆ। ਹਾਂਜੀ। ਤਾਂ 3 ਤੋਂ ਬਾਅਦ ਫਿਰ ਤੁਸੀਂ ਕਦੋਂ ਨਿਕਲੇ ਉੱਥੋਂ ਅੰਦਰੋਂ? ਜਾਂ ਕਿਉਂਕਿ ਫਿਰ ਤਾਂ 4 ਤੇ 5 ਨੂੰ ਤੇ 6 ਨੂੰ ਤਾਂ ਜ਼ਿਆਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਫੌਜ ਨੇ ਕੀਤਾ। ਮੇਰਾ ਭਰਾ ਸੀ ਉੱਥੇ ਇੱਕ, ਉਹਦੀ ਡਿਊਟੀ ਲਾਈ ਵੀ ਚਲੋ ਤੁਸੀਂ ਇੱਥੇ ਕਮਰੇ 'ਚ ਪੈ ਜਾਓ ਤੇ ਨਾਲ ਹੀ ਪੈ ਜਾਊਗਾ ਜੀ। ਇਹ ਆਪ ਤਾਂ ਅਕਾਲ ਤਖਤ ਸਾਹਿਬ ਤੇ ਪਹਿਲਾਂ ਚਲੇ ਗਏ ਸੀ ਜੀ। ਤੇ ਉਹਦਾ ਵੀ ਜੀ ਕਰਦਾ ਸੀ ਉਹ ਮੁੰਡਿਆਂ ਦੇ ਨਾਲ ਵੀ ਮੈਂ ਵੀ ਪਿੱਛੇ ਨਾ ਰਵਾਂ। ਜੀ। ਉਹ ਪਏ ਤਾਂ ਗਿਆ ਮੇਰੇ ਕੋਲ, ਪਰ ਉਹਦਾ ਧਿਆਨ ਉੱਥੇ ਹੀ। ਮੈਂ ਜਰਾ ਕਿ ਲੰਮੀ ਪਈ ਤੇ ਉਹ ਇੱਕ ਸਟੇਨ ਸੀ ਪਈ ਗੁੱਠ ਜੀ ਦੇ ਵਿੱਚ, ਜੇ ਮੈਂ ਵੇਖਿਆ ਤੇ ਉਹ ਸਟੇਨ ਉੱਥੇ ਹੈ ਨਹੀਂ, ਤੇ ਬੂਹਾ ਖੁੱਲ੍ਹਾ। ਮੈਂ ਕਿਹਾ ਉਹ ਤਾਂ ਸਟੇਨ ਲੈ ਕੇ ਚਲਿਆ ਗਿਆ। ਨਾ ਉੱਥੇ ਸਿੰਘ ਸੰਤਾਂ ਕੋਲ, ਸੰਤਾਂ ਦੀ ਕੋਲ ਸਿੰਘ ਬੈਠੇ ਹੁੰਦੇ ਸੀ ਸਟੇਨਾਂ ਸਟੂਨਾਂ ਲੈ ਕੇ, ਵੀ ਉਹਨਾਂ ਦੀ ਰਾਖੀ ਜਾਂ ਉਹਨਾਂ ਦੀ ਜਥੇ 'ਚ। ਤੇ ਮੈਂ ਆਖਿਆ ਵੀ ਲੱਗਾ, ਮੈਂ ਡੀਕਦੀ ਰਹੀ ਕਿੰਨਾ ਚਿਰ ਉਹ ਨਾ ਆਇਆ। ਫਿਰ ਮੈਂ ਕੁੰਡੀ ਲਾਈ ਅੰਦਰੋਂ, ਮਿਲੇ ਵੀ ਆ ਗਿਆ। ਕਹਿੰਦਾ ਵੀ ਤੁਸੀਂ, ਮੈਂ ਜਾਣਾ ਸਿੰਘਾਂ ਕੋਲੇ ਤੇ ਤੁਸੀਂ ਹੋ ਸਕੇ ਵੀ ਉੱਥੇ ਬੀਬੀਆਂ ਬੈਠੀਆਂ, ਤੁਸੀਂ ਉਹਨਾਂ ਕੋਲੇ ਆ ਜਾਓ, ਤੁਸੀਂ ਇੱਥੇ ਇਕੱਲੇ ਨਾ ਰਹੋ। ਅੱਛਾ ਜੀ। ਮੈਂ ਕਿਹਾ ਚਲੋ ਠੀਕ ਆ। ਮੈਂ ਆਪਣੀ ਬੇਟੀ ਚੁੱਕੀ ਤੇ ਇਦਾਂ ਹੀ, ਕੋਈ ਕੱਪੜਾ ਨਹੀਂ ਚੁੱਕਿਆ ਉੱਥੋਂ, ਕੋਈ ਕੁਛ ਨਹੀਂ ਚੁੱਕਿਆ, ਤੇ ਬੇਟੀ ਚੁੱਕੀ ਤੇ ਅਸੀਂ ਪਰਿਕਰਮਾ 'ਚ ਆ ਗਏ। ਤੇ ਉੱਥੇ ਵੀ ਚੱਲ ਖੁੱਲੀ ਹਵਾ ਸੀ, ਉੱਥੇ ਇਹਨਾਂ ਬੱਤੀਆਂ ਬੰਦ ਕਰਤੀਆਂ ਸੀ ਉਦੋਂ ਸਾਰੀਆਂ ਜੀ, ਪਾਣੀ ਬੰਦ, ਬੱਤੀਆਂ ਬੰਦ। ਤੇ ਉੱਥੇ ਆ ਕੇ ਪੈ ਗਏ। ਇਹ ਅਕਾਲ ਤਖਤ ਸਾਹਿਬ ਭਰਾ ਮੇਰਾ ਚਲਾ ਗਿਆ ਜੀ। ਤੇ ਫਿਰ ਮੈਂ ਪਰਿਕਰਮਾ ਦੇ ਵਿੱਚ ਉੱਥੇ ਬੀਬੀਆਂ ਦੇ ਕੋਲ ਆਵਾ, ਹੋਰ ਵੀ 10-12 ਬੀਬੀਆਂ ਸੀ, ਅਸੀਂ ਉੱਥੇ ਇਕੱਠੀਆਂ ਜੀ ਪੈ ਰਹੇ ਜੀ। ਤਾਂ ਇਹ ਫਿਰ ਉਸ ਤੋਂ ਬਾਅਦ ਜਦੋਂ 5 ਜਾਂ 6 ਨੂੰ ਤੁਸੀਂ ਫਿਰ ਵਾਪਸ ਉੱਥੋਂ ਕਿਵੇਂ? ਅਸੀਂ ਉੱਥੇ ਰਾਤ 4 ਵਜੇ ਦਾ ਜਦੋਂ ਹੁਕਮਨਾਮਾ ਹੁੰਦਾ ਹੈ ਨਾ, ਅਸੀਂ ਪਰਿਕਰਮਾ 'ਚ ਪਏ ਸੀ ਜੀ। ਜੀ। ਰਾਤ ਟਿਕਿਆ ਜਾਣਾ, ਗਰਮੀ ਬਹੁਤ ਜ਼ਿਆਦਾ ਗਰਮੀ ਸੀ।
ਤੇ ਹੁਕਮਨਾਮਾ ਮਹਾਰਾਜ ਦਾ ਹੋਣ ਲੱਗਾ ਤੇ ਮੈਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਦੀ। ਮੈਂ ਕਿਹਾ ਵੀ ਚੱਲ ਇਸ਼ਨਾਨ ਅਜੇ ਕੀਤਾ ਨਹੀਂ ਤੇ ਮਹਾਰਾਜ ਦਾ ਹੁਕਮਨਾਮਾ ਬਹਿ ਕੇ ਸੁਣਿਆ ਤੇ ਉਦੋਂ ਗਰਨੇਟ ਪਹਿਲਾਂ ਆਇਆ ਜੀ ਪਹਿਲਾ ਗਰਨੇਟ ਬਾਹਰੋਂ ਆਉਂਦੇ ਸੀ ਉਦੋਂ ਹੁਕਮਨਾਮੇ ਦੇ ਵਿੱਚ ਹੀ ਇਹਨਾਂ ਨੇ ਹਮਲਾ ਕਰਤਾ ਜੀ ਰਾਗੀ ਜਿਹੜੇ ਮੇਰਾ ਖਿਆਲ ਉੱਥੋਂ ਕੀਰਤਨ ਛੱਡ ਕੇ ਤੇ ਹੁਕਮਨਾਮੇ ਤੋਂ ਬਾਹਰ ਆਉਂਦੇ ਨੇ ਉਹ ਜਥਾ ਵੀ ਮੇਰਾ ਖਿਆਲ ਉਦੋਂ ਹੀ ਉਹ ਮਾਰਿਆ ਗਿਆ ਜੀ ਜੀ ਤੇ ਅਸੀਂ ਉਦੋਂ ਉਹ ਕਮਰਾ ਸੀ ਇਧਰ ਨਾਲ ਮਹਾਰਾਜਾ ਰਣਜੀਤ ਸਿੰਘ ਛਬੀਲ ਜਿਹੜੀ ਵੱਡਾ ਸਾਰਾ ਕਮਰਾ ਜੀ ਮੈਂ ਬੇਟੀ ਚੁੱਕੀ ਤੇ ਅਸੀਂ ਉਧਰ ਉਹਦੇ ਵਿੱਚ ਵੜ ਗਏ ਉੱਥੇ ਹੋਰ ਵੀ ਬੀਬੀਆਂ ਸੀ ਫਿਰ ਸਾਰਾ ਦਿਨ ਅਸੀਂ ਉੱਥੇ ਰਹੇ ਜੀ ਤੇ ਸ਼ਾਮ ਮੇਰਾ ਖਿਆਲ 12-1 ਵਜੇ ਰਾਤ ਦੇ ਫਿਰ ਅਸੀਂ ਉੱਥੋਂ ਜਿਹੜੇ ਸਿੰਘ ਸਾਨੂੰ ਕਹਿੰਦੇ ਆ ਵੀ ਸੰਤਾਂ ਨੇ ਹੁਕਮ ਕੀਤਾ ਵੀ ਬੀਬੀਆਂ ਇੱਥੇ ਨਾ ਰਹਿਣ ਬੀਬੀਆਂ ਨੂੰ ਬਾਹਰ ਕੱਢ ਦਿਓ ਜੀ ਤੇ ਫਿਰ ਅਸੀਂ ਬਰਾਂਡਿਆਂ ਦੇ ਵਿੱਚ ਦੀ ਬਿਜ਼ੀ ਹੋ ਕੇ ਇੱਕ ਅਭਿਆਸੀ ਸਿੰਘ ਦਾ ਭਰਾ ਸੀ ਸਾਡੇ ਨਾਲ ਹੋਰ ਸੀ ਜੀ ਇੱਕ ਸਵਰਨ ਸਿੰਘ ਸੀ ਇੱਦਾਂ ਸਿੰਘ ਵੀ ਨਾਲ ਹੈਗੇ ਸੀ ਉਹ ਫਿਰ ਅਸੀਂ ਬਰਾਂਡਿਆਂ ਦੇ ਵਿੱਚ ਦੀ ਹੋ ਕੇ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਦੇ ਵਿਹੜਾ ਲੰਘਣਾ ਸੀ ਅੱਗੇ ਜੀ ਬੜੀ ਗੋਲਾਬਾਰੀ ਉਦੋਂ ਹੋਣ ਡਈ ਸੀ ਅੱਛਾ ਜੀ ਉਦੋਂ ਫਿਰ ਮੈਨੂੰ ਕਹਿੰਦੇ ਵੀ ਬੇਟੀ ਮੈਨੂੰ ਫੜਾ ਦਿਓ ਤੇ ਤੁਸੀਂ ਭੱਜ ਕੇ ਨਿਕਲੋ ਮੇਰੇ ਮਨ ਚ ਆਈ ਮੈਂ ਕਿਹਾ ਜੇ ਮੈਂ ਬੇਟੀ ਫੜਾਤੀ ਤੇ ਇਹਨੂੰ ਗੋਲੀ ਲੱਗ ਜੀ ਤੇ ਮੈਂ ਕਿੱਥੋਂ ਭਾਲੂੰਗੀ ਤੇ ਜੇ ਮੈਨੂੰ ਲੱਗ ਗਈ ਤੇ ਇਹ ਕਿਹਦੇ ਨਾਲ ਜਾਊਗੀ ਹੈਨਾ ਜੀ ਮੈਂ ਕਿਹਾ ਨਹੀਂ ਕੋਈ ਨਹੀਂ ਆ ਜੇ ਲੱਗੇਗੀ ਤੇ ਦੋਵਾਂ ਨੂੰ ਨਹੀਂ ਤੇ ਫਿਰ ਠੀਕ ਆ ਜੀ ਫਿਰ ਅਸੀਂ ਉੱਥੋਂ 2-2 4-4 ਕਰਕੇ ਨਿਕਲੇ ਆ ਅੱਛਾ ਜੀ ਵਰਦੀਆਂ ਗੋਲੀਆਂ ਚ ਪਰ ਜਿਹਨੂੰ ਲੱਗਣੀ ਸੀ ਬਿਲਕੁਲ ਬਚ ਗਏ ਜੀ ਅੱਗੋਂ ਬਰਾਂਡੇ ਜਾ ਕੇ ਤੇ ਫਿਰ ਜਿੱਥੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਆਉਂਦੀ ਜਗ੍ਹਾ ਜੀ ਜੀ ਉਹਦੇ ਵਿੱਚ ਬਾਹਰ ਨੂੰ ਇੱਕ ਮੈਨੂੰ ਨਹੀਂ ਪਤਾ ਸਿੰਘਾਂ ਨੂੰ ਪਤਾ ਸੀ ਵਿਚਾਰਿਆਂ ਨੂੰ ਜੀ ਉਹਨਾਂ ਨੇ ਬਾਹਰ ਦੀ ਫਿਰ ਪੂਰਨ ਸਿੰਘ ਦੇ ਘਰ ਅਸੀਂ ਚਲੇ ਗਏ ਜੀ ਉਹਦੇ ਸਿੰਘ ਵਿੱਚ ਸਿੰਘ ਸਾਹਿਬ ਪਹਿਲੋਂ ਜਿਹੜਾ ਦੂਜਾ ਸਿੰਘ ਸਾਹਿਬ ਹੈ ਉਹਦੇ ਨਾਮ ਪਤਾ ਨਹੀਂ ਕੀ ਹੈ ਜਿਹਨੇ ਤੇਰੇ ਕੀਤੇ ਸੀ ਮੋਹਨ ਸਿੰਘ ਭਾਈ ਮੋਹਨ ਸਿੰਘ ਦੇ ਘਰ ਜੀ ਜੀ ਉਹਨਾਂ ਦੇ ਘਰ ਚਲੇ ਗਏ ਉਹਨਾਂ ਨੇ ਫਿਰ ਸਾਨੂੰ ਉੱਥੇ ਰੱਖਿਆ ਜੀ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਉੱਥੇ ਕਿੰਨੇ ਕੁ ਦਿਨ ਰਹੇ ਜਾਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਜਿਹੜਾ ਹਮਲਾ ਹੋ ਗਿਆ ਤੇ ਸਾਰੇ ਸਿੰਘ ਜਿਹੜੇ ਅੰਦਰ ਫਤਿਹ ਬੁਲਾ ਗਿਆ ਬੇਟੇ ਨਾਲ ਕੰਧ ਦੇ ਨਾਲ ਕੰਧ ਸੀ ਉਹਨਾਂ ਦੀ ਅੱਛਾ ਜੀ ਤੁਹਾਨੂੰ ਉੱਥੇ ਬਿਲਕੁਲ ਸੁਣਦਾ ਨਾਲ ਹੋਣਾ ਸੀ? ਉੱਥੇ ਕਿਤੇ ਇੱਕ ਗੋਲੇ ਵੱਜਦੇ ਉੱਥੇ ਤਾਂ ਮੰਦਾ ਹੀ ਹਾਲ ਸੀ ਤੇ ਉੱਥੇ ਕਿਤੇ ਆਪਾਂ ਕਿਤੇ ਦੂਰ ਤਾਂ ਗਏ ਨਹੀਂ ਸਾਰਾ ਕੁਝ ਸੁਣੀਦਾ ਸੀ ਜੀ ਵੀ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਜਦੋਂ ਉਦੋਂ ਬਾਅਦ ਤਾਂ ਮੇਰਾ ਖਿਆਲ ਕਿਸੇ ਨੇ ਨਿਕਲ ਨਹੀਂ ਦਿੱਤਾ ਇਹਨਾਂ ਨੂੰ ਬਿਲਕੁਲ ਉਦੋਂ ਅਜੇ ਬਾਹਰੋਂ ਆਉਂਦੇ ਪਏ ਸੀ ਹਾਂ, ਜਿੰਨੀ ਫੌਜ ਆ ਰਹੀ ਸੀ, ਉਹ ਚੜ੍ਹਦੀ ਸੀ। ਫੌਜ ਉਹ ਬਾਹਰੋਂ ਗੋਲਾਬਾਰੀ ਚੱਲਦੀ ਪਈ ਸੀ ਜਦੋਂ ਇਹਨਾਂ ਵਿੱਚ ਆ ਗਏ ਆ ਉਦੋਂ ਤਾਂ ਫਿਰ ਇਹਨਾਂ ਨੇ ਇੱਕ ਚਿੜੀ ਨਹੀਂ ਫੜਕਣ ਦਿੱਤੀ ਜੀ ਹਾਂ, ਜਿਨ੍ਹਾਂ ਦੀ ਵਧੀ ਬੁਧੀ ਸੀ ਉਹ ਨਿਕਲ ਗਏ ਜਿਨ੍ਹਾਂ ਦੀ ਨਹੀਂ ਉਹਨਾਂ ਇਹਨਾਂ ਦੇ ਛੱਡਿਆ ਕੋਈ ਨਹੀਂ ਜੀ ਬਖਸ਼ਿਆ ਕਿਸੇ ਨੇ ਭਾਵੇਂ ਬੀਬੀ ਭਾਵੇਂ ਕੋਈ ਬੱਚਾ ਫੌਜ ਨੂੰ ਕਿਸੇ ਨੂੰ ਤੁਸੀਂ ਜਦੋਂ ਪਰਿਕਰਮਾ 'ਚ ਸੀ ਜਾਂ 3 ਤਰੀਕ ਨੂੰ ਜਦੋਂ ਤੁਸੀਂ ਇਧਰੋਂ ਸਰਾਂ ਵਾਲੀ ਸਾਈਡ ਤੋਂ ਗਏ ਹੋ ਤੁਸੀਂ ਕੁਝ ਦੇਖਿਆ ਆਪਦੇ ਅੱਖੀ ਫੌਜ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ ਕੁਝ ਦੇਖਿਆ ਹੋਵੇ ਜਾਂ ਕੁਝ ਨਹੀਂ ਬੇਟੇ ਉਦੋਂ ਫੌਜ ਨਹੀਂ ਸੀ ਅੰਦਰ ਅਜੇ। ਬਾਹਰ ਸੀ। ਮੈਂ ਜਿਹੜੀ ਨਹੀਂ ਚੀਜ਼ ਵੇਖੀ ਉਦੋਂ ਫੌਜ ਬਾਹਰ ਸੀ ਵੈਸੇ ਗੋਲਾਬਾਰੀ ਤਾਂ ਮੀਂਹ ਵਾਂਗੂ ਚੱਲਣ ਡਈ ਸੀ ਜੀ ਇੱਕ ਗੋਲਾ ਵੱਜਦਾ ਸੀ ਉਹਦਾ ਧੂਆਂ ਜਿਹੜਾ ਉਹ 20 ਮਿੰਟ ਨਹੀਂ ਜਾਂਦਾ ਤੇ ਉਹਨਾਂ ਚਿਰ ਹੋਰ ਗੋਲਾਬਾਰੀ ਬਹੁਤ ਜ਼ਿਆਦੀ ਹੈ ਜੀ ਬਿਲਕੁਲ ਇਹ ਜਿਹੜਾ ਕਿ ਇਤਿਹਾਸ ਆਪਣੇ ਹੱਡੀ ਹੰਡਾਇਆ ਮਾਤਾ ਜੀ ਛੋਟੀ ਭੈਣ ਪਰਮਜੀਤ ਕੌਰ ਜੀ ਉਦੋਂ ਮਾਤਾ ਜੀ ਦੇ ਕੁਛੜ ਚੁੱਕੇ ਹੋਏ ਸੀ ਔਰ ਭੈਣ ਸਤਵੰਤ ਜੀ ਦੀ ਉਮਰ ਵੱਡੀ ਸੀ ਉਹ ਆਪ ਜਿਹੜੇ ਕਿ ਚਲੇ ਤਾਂ ਮਾਤਾ ਜੀ ਅਸੀਂ ਗੱਲ ਕਰਦੇ ਹਾਂ ਵੀ ਸੰਤ ਜਰਨੈਲ ਸਿੰਘ ਜੀ ਦੇ ਬੋਲਾਂ ਦੇ ਵਿੱਚ ਜਾਂ ਉਹਨਾਂ ਦਾ ਪੂਰਾ ਜਥਾ ਸੀ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨਲ ਸਾਹਿਬ ਜਾਂ ਉਹ ਬੜੀ ਕਿਰਪਾ ਸੀ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਔਰ ਬਾਕੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਟਕਸਾਲ ਆ ਕਹਿੰਦੇ ਵੀ ਜਦੋਂ ਸੰਤ ਜਰਨੈਲ ਸਿੰਘ ਜੀ ਬਚਨ ਕਰਦੇ ਸੀ ਤੇ ਪਤੇ ਤੇ ਨੌਜਵਾਨ ਮੁੰਨੇ ਕਈਆਂ ਨੇ दारू ਦੇ ਵੀ ਡੱਕੇ ਹੋਣਾ ਤੇ ਉਹ ਉਹਨਾਂ ਦੇ ਬੋਲ ਸੁਣ ਕੇ ਨਾ ਬਸ ਕੀਲੇ ਜਾਂਦੇ ਸੀ ਕਿਹੜੀ ਐਸੀ ਤੁਹਾਨੂੰ ਲੱਗਦਾ ਵੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਜਾਂ ਕਮਾਲ ਦੀ ਕਿੱਦਾਂ ਤੁਸੀਂ ਮੰਨਦੇ ਹੋ ਕਿਹੜੀ ਐਸੀ ਸ਼ਕਤੀ ਉਹਨਾਂ ਮਗਰ ਕੰਮ ਕਰਦੀ ਸੀ ਜਿਹੜੇ ਅਸੀਂ ਦੇਖਿਆ ਜਿੱਦਾਂ ਖਾਲਸਾ ਕਾਲਜ ਦੇ ਵਿੱਚ ਉਸ ਵਕਤ ਕਾਮਰੇਡਾਂ ਦਾ ਜੋੜ ਸੀ ਉਹ ਤਾਂ ਨੌਜਵਾਨਾਂ ਦੇ ਜਿਹੜੇ ਕੇਸ ਕਤਲ ਕਰਨ ਤੱਕ ਦੋਨਾਂ ਦਾ ਇੱਕੋ ਹੁੰਦਾ ਸੀ ਵੀ ਇਹਦਾ ਕੰਮ ਕਰ ਦਿਓ ਇਹਨੂੰ ਦੂਜੇ ਪਾਸੇ ਲਾਓ ਪਰ ਉਸੇ ਕਾਲਜ ਦੇ ਵਿੱਚੋਂ ਭਾਈ ਅਮਰੀਕ ਸਿੰਘ ਜੀ ਹੋਣਾ ਸਿੱਖ ਸਟੂਡੈਂਟ ਫੈਡਰੇਸ਼ਨ ਬਣਾਉਣੀ ਸੈਂਕੜੇ ਜਿਹੜੇ ਵਿਦਿਆਰਥੀ ਆ ਪੜ੍ਹੇ ਲਿਖੇ ਵਿਦਿਆਰਥੀ ਆ ਇਹ ਨਹੀਂ ਕੋਈ ਇਕੱਲੇ ਲੜਨ ਵਾਲੇ ਸੀ ਹਥਿਆਰ ਚੁੱਕ ਕੇ ਜਿਵੇਂ ਅਮਰੀਕ ਸਿੰਘ ਜੀ ਸ਼ਹੀਦ ਜੀ PhD ਜਿਹੜੇ ਕਿ ਉਸ ਵਕਤ ਕਰ ਰਹੇ ਸੀਗੇ ਦੱਸਿਆ ਭੈਣ ਜੀ ਨੇ ਅਸੀਂ ਆਮ ਵੀ ਸੁਣਦੇ ਆ ਤਾਂ ਕਿਹੜੀ ਐਸੀ ਬਖਸ਼ਿਸ਼ ਸੀ ਗੁਰੂ ਮਹਾਰਾਜ ਦੀ ਸੰਤ ਜਰਨੈਲ ਸਿੰਘ ਦੇ ਬੋਲਾਂ ਦੇ ਵਿੱਚ ਜਥੇ ਦੇ ਵਿੱਚ ਜਿਹੜੀ ਕਿ ਉਹ ਬੋਲ ਪਗਾ ਗਈ ਬੇਟੇ ਉਹ ਜਿੰਨਾ ਮਤਲਬ ਜਥਾ ਸਮਝ ਲਾ ਜਾਂ ਉਹਨਾਂ ਦਾ
ਜਮਾਤ ਸਮਝ ਲਾ ਸਾਰੀ, ਇਹ ਫੈਡਰੇਸ਼ਨ ਦੇ ਐਜੂਕੇਟਡ ਸੀ ਸਾਰੇ ਜੀ ਤੇ ਇੱਕ ਉਹਨਾਂ ਦੇ ਨਾਲ ਧਰਮ ਸੀ ਜੀ ਬੜੀ ਵੱਡੀ, ਮਹਾਰਾਜ ਦੀ ਦੇਣ ਸੀ, ਨਿਤਨੇਮੀ ਸੀ ਜੀ ਤੇ ਇੱਕ ਜਜ਼ਬਾ ਜਿਹੜਾ 10ਵੇਂ ਪਾਤਸ਼ਾਹ ਨੇ ਆਪਾਂ ਨੂੰ ਦਿੱਤਾ ਨਾ, ਜੀ ਉਹ ਵਿਲੱਖਣਤਾ ਜਿਹੜੀ ਉਹਨਾਂ ਦੀ, ਉਹ ਮਹਾਰਾਜ ਕਹਿੰਦੇ ਆ ਨਾ ਵੀ ਜਬ ਲਖ ਖਾਲਸਾ ਰਹੇ ਨਿਆਰਾ ਤਬ ਲਖ ਤੇਜ ਵੀ ਦਿਓ ਮੈਂ ਸਾਰਾ। ਉਹਨਾਂ ਦੇ ਵਿੱਚ ਤੇਜ ਪ੍ਰਤਾਪ ਜਿਹੜਾ ਨਿਡਰਤਾ ਸੀ, ਉਹ ਛੇਤੀ ਨਾਲ ਡਿੱਗਦੀ ਨਹੀਂ ਜੀ। ਇਸੇ ਗੱਲ ਨੂੰ ਉਹ ਮੇਰਾ ਖਿਆਲ, ਮੈਂ ਵੇਖਿਆ, ਮੈਂ ਕਈਆਂ ਨਾਲ ਇਹ ਗੱਲ ਵੀ ਕਰਦੀ ਹਾਂ, ਮੈਂ ਕਹਿੰਦੀ ਹਾਂ ਵੀ ਇੰਨੀਆਂ ਵਰਦੀਆਂ ਗੋਲੀਆਂ ਦੇ ਨਾਲ ਜਦੋਂ ਅਸੀਂ ਸਾਰਾ ਦਿਨ ਅੰਦਰ ਬੈਠੇ ਰਹੇ ਹਾਂ ਤੇ ਮੁੰਡੇ ਤੁਰਦੇ ਸੀ ਪ੍ਰਕਰਮਾਂ ਦੇ ਵਿੱਚ, ਬਰਾਂਡਿਆਂ ਦੇ ਵਿੱਚ, ਚਲੋ ਅਸਲਾ ਦਿੰਦੇ ਸੀ ਜਾਂ ਕਿਸੇ ਨੂੰ ਪਾਣੀ ਧਾਣੀ, ਜਦੋਂ ਬੰਦ ਜੂ ਕੀਤਾ ਸੀ ਸਾਰਾ ਕੁਝ ਹੋ ਦਿੰਦੇ ਸੀ। ਮੈਨੂੰ ਡਰ ਲੱਗਦਾ ਸੀ ਵੀ ਤੁਸੀਂ ਇੰਨੇ ਨੌਜਵਾਨ ਬਾਹਰ ਤੁਰੇ ਫਿਰਦੇ ਜੇ ਤੇ ਕਿਤੇ ਗੋਲੀ ਲੱਗ ਗਈ ਹੈ ਕੀ ਫਰਕ, ਸਾਨੂੰ ਡਰ ਲੱਗਦਾ ਸੀ। ਪਰ ਉਹਨਾਂ ਦੇ ਮੱਥੇ ਤੇ ਭੋਰਾ ਮਸੂਸੀ ਦਾ ਚਿੰਨ੍ਹ ਹੀ ਨਹੀਂ ਸੀ ਹੈਗਾ। ਇੱਕ ਦੂਜੇ ਨਾਲ ਟੀਚਰਾਂ ਦੇ ਮਖੌਲ ਕਰਦੇ ਜਾਂਦੇ ਵੀ ਜਿਵੇਂ ਜੰਝ ਨੂੰ ਤਿਆਰੀ, ਜੰਝ ਨੂੰ ਤਿਆਰ ਹੋ ਕੇ ਚੜ੍ਹਨ ਲੱਗੇ ਹੁੰਦੇ। ਇਹੋ ਜੇ ਕੁਦਰਤ ਨੇ ਪਤਾ ਨਹੀਂ ਕੀ ਇਹ ਖੇਡ ਖੇਡਿਆ। ਜੇ ਉਹ ਪਹਿਲੋਂ ਹੀ ਮੌਜੂਦ ਹੁੰਦੇ ਤੇ ਉਹਨਾਂ ਨੂੰ ਕਿੰਨੇ ਬੰਨ੍ਹ ਕੇ ਰੱਖਿਆ ਸੀ। ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਪਹਿਲੋਂ ਵੀ ਜਿਹਦਾ ਜੀ ਕਰਦਾ ਹੈ ਕੱਲ ਨੂੰ ਤੁਹਾਡੀਆਂ ਮਾਵਾਂ ਆਖਣਗੀਆਂ ਮਰਵਾਤੇ ਆ ਵੀ ਤੁਸੀਂ ਘਰ ਨੂੰ ਜਾਓ, ਹੈ ਨਾ, ਤੇ ਉਹ ਆਪਦੀ ਖੁਸ਼ੀ ਨਾਲ ਰਹੇ ਉੱਥੇ। ਇਹ ਕਿਸੇ ਦੇ ਬੰਨਿਆ ਨਹੀਂ, ਇਹ ਜੰਗਾਂ ਲੜੀਆਂ ਜਾਂਦੀਆਂ ਤੇ ਨਾ ਕੋਈ ਲੜਦਾ। ਉਹ ਕਿਹੜੇ ਵਿਚਾਰੇ ਤਨਖਾਹਾਂ ਲੈਂਦੇ ਸੀ। ਬਿਲਕੁਲ, ਇਹ ਤਾਂ ਰੱਬ ਦੀ ਕਿਰਪਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਣਾ ਹੀ ਸੀ ਇੱਦਾਂ। ਜੀ ਜੀ ਬਿਲਕੁਲ। ਸੂਰਬੀਰ ਬਚਨ ਕੇ ਬਲੀ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਤੇ ਮੀਰੀ ਪੀਰੀ ਦੇ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਲੋ ਕੇ ਸਾਹਮਣੇ ਅਰਦਾਸ ਕੀਤੀ ਹੋਵੇ ਤੇ ਇੱਕ ਤਸਵੀਰ ਅਸੀਂ ਦੇਖਦੇ ਹਾਂ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਜੀ, ਅਮਰਸ਼ੀਤ ਭਾਈ ਅਮਰੀਕ ਸਿੰਘ ਜੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਮਦਮੀ ਟਕਸਾਲ ਦੇ ਹੋਰ ਬਹੁਤ ਸਾਰੇ ਸਿੰਘ ਖਲੋਤੇ ਅਰਦਾਸ ਕਰਦੇ ਆ। ਤਾਂ ਉਹਨਾਂ ਅਰਦਾਸਾਂ ਦੇ ਵਿੱਚ ਬਹੁਤ ਸਾਰੇ ਉਹ ਸਿਆਸੀ ਲੀਡਰ ਵੀ ਖਲੋਂਦੇ ਰਹੇ ਜਿਹੜੇ ਅੱਜ ਸਿਆਸੀ ਪੀਂਘਾਂ ਝੂਟ ਰਹੇ ਆ। ਅੱਜ ਉਹਨਾਂ ਦੇ ਰਾਜ ਦੇ ਵਿੱਚ ਸਭ ਕੁਝ ਉਹੀ ਹੋ ਰਿਹਾ ਜਿਹੜਾ ਉਸ ਵਕਤ ਹੁੰਦਾ ਸੀ ਜਦੋਂ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਵੀ ਗੁਰੂ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਕੀਤਾ ਵੀ ਨਹੀਂ ਉਹਨਾਂ ਨੇ। ਇਹ ਜਿਹੜਾ ਇਤਿਹਾਸ ਆ ਵੀ ਸੂਰਬੀਰ ਬਚਨ ਕੇ ਬਲੀ ਹੁੰਦੇ ਆ, ਦਾਗੇ ਹੋਏ ਸੋ ਰਣ ਮੈਂ ਜੂਝੇ, ਬਿਨ ਦਾਗੇ ਭੱਗ ਜਾਏ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਚੁਣਿਆ ਜੂਝਣਗੇ ਉਹੀ, ਬਾਕੀ ਹੱਥ ਖੜੇ ਕਰਕੇ ਨਿਕਲੇ ਆ। ਅਸੀਂ ਅੱਗੇ ਗੱਲ ਕਰਦੇ ਹਾਂ। ਭੈਣ ਜੀ ਤੁਹਾਡੀ ਉਮਰ, ਮੈਂ ਬੇਸ਼ੱਕ ਚਲੋ ਸਾਨੂੰ ਪਤਾ, ਸੰਗਤ ਨੂੰ ਦੱਸਣਾ ਕਿੰਨੀ ਤੁਹਾਡੀ ਉਮਰ ਸੀ ਘੱਲੂਘਾਰਾ ਜੂਨ 84? ਮੇਰਾ ਦਸੰਬਰ 78 ਦਾ ਜਨਮ ਹੈ ਜੀ ਜੀ। ਤੇ 84 ਜੂਨ 84 ਦੇ ਵਿੱਚ ਜਿਹੜੀ ਉਹ ਘੱਲੂਘਾਰਾ ਹੋਇਆ ਜੀ। ਤਾਂ ਉਸ ਸਮੇਂ ਤਾਂ ਬੱਚੇ ਨੂੰ ਦੇਖੋ 4-5 ਸਾਲ ਦਾ ਜਿੰਨਾ ਕਿ ਬੱਚਾ ਹੁੰਦਾ ਉਹਨੂੰ ਤਾਂ ਸਾਲੇ ਸਮਝ ਹੀ ਆਉਣ ਲੱਗਦੀ ਹੈ। ਤੇ ਈਵਨ ਇੱਥੋਂ ਤੱਕ ਕਿ ਹਾਲੇ ਤਾਂ ਉਦੋਂ 5 ਸਾਲ ਦਾ ਬੱਚਾ ਸਕੂਲਾਂ ਵਿੱਚ ਲੈਂਦੇ ਹੁੰਦੇ ਸੀ ਤੇ ਹਜੇ ਤਾਂ ਇਹ ਸਲਾਹਾਂ ਹੀ ਚੱਲ ਰਹੀਆਂ ਸੀ ਵੀ ਮੇਰੀ ਐਡਮਿਸ਼ਨ ਹੋਣੀ ਆ, ਕਿਹੜੇ ਸਕੂਲ 'ਚ ਕਰਾਉਣੀ, ਕਿੱਥੇ ਰਹਿਣਾ, ਕਿਵੇਂ ਕਰਨਾ। ਕਿਉਂਕਿ ਮੇਰੇ ਫਾਦਰ ਸਾਹਿਬ ਬਹੁਤਾ ਪਰਿਵਾਰਕ ਕੰਮਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦੇ। ਸਿਰਫ ਇੱਕ ਐਜੂਕੇਸ਼ਨ ਦੀ ਗੱਲ ਜ਼ਰੂਰ ਮੇਰੇ ਮਦਰ ਨਾਲ ਕਰਦੇ ਹੁੰਦੇ ਸੀ ਵੀ ਐਜੂਕੇਸ਼ਨ ਬੱਚਿਆਂ ਦੀ ਜਿਹੜੀ ਆ ਉਹ ਜ਼ਰੂਰ ਕਰਾਉਣੀ ਹੈ। ਲਾਸਟ ਟਾਈਮ ਤੇ ਵੀ ਜਦੋਂ ਮਿਲੇ, ਜਿਵੇਂ ਹੁਣ ਮਾਤਾ ਜੀ ਨੇ ਦੱਸਿਆ ਵੀ ਉਹਨਾਂ ਨੇ ਇਹ ਗੱਲ ਜ਼ਰੂਰ ਜ਼ੋਰ ਦੇ ਕੇ ਕਹੀ ਹੈ ਵੀ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਆ। ਤਾਂ ਉਦੋਂ ਮੈਨੂੰ ਯਾਦ ਆ, ਮੇਰੇ ਮਦਰ ਨੂੰ ਵੀ ਪਤਾ ਹੋਣਾ ਵੀ ਮੈਂ ਉਹਨਾਂ ਨੇ ਮੇਰੀ ਬਾਂਹ ਮੇਰੇ ਦਾਦੀ ਜੀ ਨੂੰ ਫੜਾਤੀ ਵੀ ਤੁਸੀਂ ਦੋਵੇਂ ਹੁਣੇ ਨਿਕਲ ਜਾਓ ਕੈਂਪਸ ਤੋਂ ਬਾਹਰ ਤੁਰੰਤ ਹੀ। ਤਾਂ ਮੈਂ ਉਹਨਾਂ ਦੀ ਚੋਲੇ ਦੀ ਕੰਨੇ ਫੜ ਲਈ। ਮੈਂ ਕਿਹਾ ਵੀ ਮੈਂ ਕਿਤੇ ਪੜ੍ਹਨੇ ਨਹੀਂ ਪੈਣਾ, ਕਿਉਂਕਿ ਸਕੂਲ ਦੀ ਗੱਲ ਚੱਲਦੀ ਸੀ ਤੇ ਮੈਂ ਅੰਮ੍ਰਿਤਸਰ 'ਚ ਹੀ ਪੜ੍ਹਨਾ, ਤੁਹਾਡੇ ਕੋਲ ਹੀ, ਮੈਂ ਇੱਥੇ ਹੀ ਪੜ੍ਹਨਾ। ਪਰ ਉਹਨਾਂ ਨੇ ਮੇਰੇ ਜਿਹੜੇ ਚੋਲਾ ਛਡਾ ਕੇ ਤੇ ਮੇਰੀ ਦਾਦੀ ਜੀ ਨੂੰ ਮੇਰੀ ਬਾਂਹ ਫੜਾਤੀ ਤੇ ਇਹ ਮੇਰੇ ਮਦਰ ਨੂੰ ਪੱਕੀ ਕੀਤੀ। ਬਸ ਥੋੜ੍ਹੀ ਥੋੜ੍ਹੀ, ਜਿਵੇਂ ਉਦੋਂ ਬੱਚੇ ਨੂੰ ਸੰਭਾਲਾ ਹੁੰਦੀ ਇੰਨੀ, ਕੋਈ 4-5 ਸਾਲ ਦਾ, 5 ਸਾਲ ਦਾ ਬੱਚਾ ਦੇਖੋ ਤੁਸੀਂ ਵੀ ਕਿੰਨੀ ਕੁ ਏਜ ਹੁੰਦੀ ਆ। ਇੰਨੀ ਕੁ ਏਜ ਦੇ ਵਿੱਚ ਇੰਨਾ ਕੁ ਚੇਰੀ ਬਸ ਉਹਨਾਂ ਦਾ ਅਸੀਂ ਨਿੱਘ ਮਾਣ ਸਕੇ ਹਾਂ। ਤੇ ਬਾਅਦ ਵਿੱਚ ਤਾਂ ਕਥਾ ਕਹਾਣੀਆਂ ਸੁਣੀਆਂ, ਮਹਿਸੂਸ ਕੀਤੀਆਂ ਔਰ ਹੰਡਾਈਆਂ। ਤੇ ਬਹੁਤੀ ਵਾਰੀ ਤਾਂ ਮਾਣ ਹੁੰਦਾ ਹੈ ਕਿ ਅਸੀਂ ਕੋਈ ਪੁਰਾਣੇ ਜਨਮਾਂ ਦੇ ਵਿੱਚ ਕੋਈ ਚੰਗੇ ਕਰਮ ਕੀਤੇ ਆ ਜਿਹੜੇ ਉਹਨਾਂ ਦੇ ਘਰ ਜਨਮ ਲਿਆ ਆ। ਪਰ ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਆ ਵੀ ਉਹਨਾਂ ਦਾ ਪਿਆਰ, ਉਹਨਾਂ ਦੇ ਘਰ ਜਨਮ ਲੈ ਕੇ ਵੀ ਉਹਨਾਂ ਦਾ ਪਿਆਰ ਜਿਹੜਾ ਉਹਨਾਂ ਨਹੀਂ ਲੈ ਸਕੇ ਜਿੰਨਾ ਕਿ ਇੱਕ ਆਮ ਬੱਚਾ, ਜਿੰਨਾ ਇੱਕ ਬੱਚਾ ਹੱਕਦਾਰ ਹੁੰਦਾ ਆਪਣੇ ਬਾਪ ਦੇ ਪਿਆਰ ਦਾ। ਜੇ ਗੱਲ ਕਰੀਏ ਮਾਤਾ ਜੀ, ਜਦੋਂ ਜੂਨ 84 ਘੱਲੂਘਾਰਾ ਹੋ ਜਾਂਦਾ, ਕਿਉਂਕਿ ਉਸ ਵਕਤ ਹੀ ਜਿਹੜੇ ਇਸ ਜਥੇ ਦੇ ਵਿੱਚ ਸਿੱਖ ਸੰਘਰਸ਼ ਕੁੱਦੇ ਹੋਏ ਸੀ, ਸੰਤ ਜੀ ਸੀ ਜਾਂ ਭਾਈ ਅਮਰੀਕ ਸਿੰਘ ਜੀ ਸੀ, ਬਾਕੀ ਸਿੰਘ ਸੀ, ਉਹ ਸਰਕਾਰ ਵਾਸਤੇ ਅੱਤਵਾਦੀ ਸੀ। ਉਹ ਅੱਜ ਵੀ ਹੈਗੇ ਆ। ਉਹ ਗੁਰੂ ਸਾਹਿਬ ਵੀ ਉਸ ਵਕਤ ਦੀਆਂ ਜ਼ਾਲਮ ਸਰਕਾਰਾਂ ਵਾਸਤੇ ਸੀ, ਕਿਉਂਕਿ ਜ਼ੁਲਮ ਦਾ ਤੇ ਜ਼ਾਲਮ ਦਾ ਜਿਹੜਾ ਸੰਬੰਧ ਹੁੰਦਾ, ਮਜ਼ਲੂਮ ਦੀ ਤੇ ਜਿਹੜੇ ਕਿ
ਇਹ ਜਿਹੜੀ ਸ਼ੁਰੂ ਤੋਂ ਚੱਲਦੀ ਆਈ ਹੈ। ਗੁਰੂ ਸਾਹਿਬ ਨੂੰ ਅੱਤਵਾਦੀ ਲਿਖਦੇ ਆ, ਜਿਹੜੇ ਕਿ ਉਸ ਵਕਤ ਦੇ ਮੁਗਲ ਲਿਖਾਰੀ ਆ ਜਾਂ ਸ਼ਾਸਕ ਆ, ਉਸੇ ਲੀਹਾਂ 'ਤੇ ਚੱਲੇ ਹੋਏ ਉਹਨਾਂ ਦੇ ਜਿਹੜੇ ਕਿ ਗੁਰੂ ਪਾਤਸ਼ਾਹ ਦਾ ਅੰਮ੍ਰਿਤ ਛਕਿਆ ਸੰਤ ਜਰਨੈਲ ਸਿੰਘ ਜੀ ਆ। ਤੁਲਨਾ ਨਹੀਂ ਅਸੀਂ ਕਰਦੇ, ਪਰ ਗੁਰੂ ਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੀ ਸੀਸ ਪਰਿਵਾਰ ਦੀ ਸੁੱਤ ਚਾਰ। ਮਾਤਾ ਜਦੋਂ ਜੂਨ 84 ਹੋ ਜਾਂਦਾ, ਉਸ ਤੋਂ ਬਾਅਦ ਦਾ ਜਿਹੜਾ ਸਮਾਂ ਉਹ ਖਾਸ ਕਰਕੇ ਇੱਕ ਬੀਬੀ ਵਾਸਤੇ ਜਿਹਦੇ ਸਿਰ ਦੇ ਉੱਤੇ ਪਤੀ ਨਾ ਹੋਵੇ ਤੇ ਬੱਚੇ ਬਹੁਤ ਛੋਟੇ ਹੋਣ, ਤੇ ਉਸ ਵਕਤ ਜ਼ੁਲਮ ਵੀ ਇੰਨਾ ਕੁ ਹੋਵੇ ਵੀ ਬੇਅੰਤ ਸਿੰਘ ਵਰਗੇ ਮੁੱਖ ਮੰਤਰੀ ਜਾਂ ਉਹਨਾਂ ਤੋਂ ਪਹਿਲਾਂ ਦਾ ਜਿਹੜਾ ਸਮਾਂ ਜਦੋਂ ਸਿੱਖ ਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਵੀਰ ਤਰਲੋਚਨ ਸਿੰਘ ਅੱਜ ਵਿਦੇਸ਼ ਬੈਠੇ ਆ ਸਾਡੇ ਕੋਲ, ਬੇਸ਼ੱਕ ਇੱਥੇ ਨਹੀਂ, ਜੇ ਇੱਥੇ ਹੁੰਦੇ ਅਸੀਂ ਗੱਲਬਾਤ ਵੀ ਕਰਦੇ। ਤਾਂ ਤੁਹਾਡਾ ਭੁਜੰਗੀ ਵੀ ਸੀ, ਔਰ ਸਰਕਾਰ ਦੇ ਵਾਸਤੇ ਸਭ ਤੋਂ ਵੱਡੇ ਸੀ ਵੀ ਇਹ ਖੂਨ ਆ ਉਹਨਾਂ ਦਾ, ਸੰਤ ਜਰਨੈਲ ਸਿੰਘ ਜੀ ਦੇ ਭੁਜੰਗੀ ਨੇ ਜਾਂ ਭਾਈ ਅਮਰੀਕ ਸਿੰਘ ਜੀ ਦੇ ਬਾਕੀ ਯੋਧਿਆਂ ਦੇ ਆ। ਤੁਹਾਡੇ ਵਾਸਤੇ ਕਿੱਡੀ ਕੁ ਵੱਡੀ ਚੁਣੌਤੀ ਸੀ ਉਹ ਬੱਚਿਆਂ ਨੂੰ ਪਾਲਣਾ ਵੀ ਹੈ, ਔਰ ਕੌਮ ਦੇ ਜਿਹੜੇ ਹੱਕਾਂ ਦੀ ਗੱਲ, ਕਿਉਂਕਿ ਬਾਕੀ ਕੋਈ ਨਾ ਕਰੇ ਪਰ ਤੁਹਾਡੇ ਵੱਲ ਕੌਮ ਨੇ ਫਿਰ ਵੇਖਣਾ ਸੀ ਵੀ ਇਹ ਸ਼ਹੀਦਾਂ ਦਾ ਪਰਿਵਾਰ ਆ, ਇਹ ਸ਼ਹੀਦੀ ਪਤਨੀ ਆ। ਬੜੀ ਵੱਡੀ ਇੱਕ ਚੁਣੌਤੀ ਸੀ ਉਦੋਂ। ਤੁਹਾਡੀ ਉਮਰ ਵੀ ਜਿਹੜੀ ਜਿੱਦਾਂ ਕਹਿ ਲਓ ਵੀ ਛੋਟੀ ਸੀ, ਬੱਚੇ ਨਿੱਕੇ ਸੀ, ਸਿਰ ਦੇ ਉੱਤੇ ਜ਼ਿੰਮੇਵਾਰੀਆਂ ਬੜੀਆਂ ਸੀ, ਤੇ ਸਰਕਾਰ ਦੀ ਜਿਹੜੀ ਨਿਗਾਹ ਉਹ ਤੁਹਾਡੇ ਤੇ ਸੀ। ਕਿੰਨਾ ਕੁ ਔਖਾ ਸਮਾਂ ਸੀ, ਕਿਵੇਂ ਹੰਡਾਇਆ ਉਹ ਸਾਨੂੰ ਜ਼ਰੂਰ ਕੋਈ ਘਟਨਾ ਜੇ ਤੁਹਾਨੂੰ ਯਾਦ ਹੋਵੇ ਤੇ। ਬੇਟੇ ਤੁਸੀਂ ਵੀ ਮੁਕਤਸਰ ਸਾਹਿਬ ਦੇ ਜੇ। ਹਾਂਜੀ ਮੇਰੇ ਬੱਚੇ ਜੇ ਆਪਾਂ ਇਕੱਠੇ ਹੀ ਰਹੇ ਹਾਂ ਨਾ। ਹਾਂਜੀ ਤੇ ਜਦੋਂ ਅਸੀਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਗੋਦ 'ਚ ਆ ਗਏ ਨਾ ਜਦੋਂ, ਹਾਂਜੀ ਉਦੋਂ ਐਂ ਲੱਗਾ ਵੀ ਮੈਨੂੰ ਕਿਸੇ ਨਾ ਕਿਸੇ ਦਾ ਪਿਆਰ ਮਿਲ ਗਿਆ ਜੀ। ਅਸੀਂ ਜਦੋਂ ਆਪਣਾ ਕੰਧ ਟੱਪ ਕੇ 15 ਫੁੱਟ ਦੀ ਗਲੀ ਟੱਪ ਕੇ ਤੇ ਮਹਾਰਾਜ ਦੇ ਚਰਨਾਂ 'ਚ ਚਲੇ ਜਾਈਦਾ ਸੀ, ਤੇ ਉੱਥੇ ਕੀਰਤਨ ਕਥਾ ਸੁਣ ਕੇ ਉਦੋਂ ਮੇਰਾ ਮਨ ਥੋੜਾ ਧੀਰਜ 'ਚ ਆਉਂਦਾ ਸੀ। ਤੇ ਕੋਈ ਗੱਲ ਨਹੀਂ ਵੀ ਜੇ ਵਾਹਿਗੁਰੂ ਦੇ ਚਰਨਾਂ 'ਚ ਸਭ ਕੁਝ ਹੈ, ਸਮਰੱਥ ਦਾਤੇ ਦੇ ਚਰਨਾਂ 'ਚ ਆਏ ਆ, ਤੇ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਪੈਣੀ। ਮੇਰਾ ਮਨ ਉਦੋਂ ਵੱਜ ਗਿਆ। ਇੱਕ ਵਾਰੀ ਇਹ ਨਿੱਕੀ ਜੀ ਗੱਲ ਹੈ ਕਰਨ ਵਾਲੀ ਭਾਵੇਂ ਨਹੀਂ, ਤੇ ਅਸੀਂ ਮੇਰਾ ਬੇਟਾ ਕਹਿੰਦਾ ਮੰਮੀ ਆਪਾਂ ਪੈਸੇ ਕਿੱਥੋਂ ਲਿਆਉਣੇ ਆ, ਹਾਲੇ ਕਿ ਮਹਾਰਾਜ ਨੇ ਚਲੋ ਸਾਨੂੰ ਰੋਟੀ ਖਾਣ ਵਾਸਤੇ ਸੋਹਣੀ ਦਿੱਤੀ ਸੀ, ਘਰ ਜਾਇਦਾਦ ਸੀ। ਤੇ ਮੈਂ ਉਹਨੂੰ ਹੱਸ ਕੇ ਕਿਹਾ, ਮੈਂ ਕਿਹਾ ਬੇਟੇ ਜਦੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਜਾਂਦੀ ਆ ਨਾ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਹੁਕਮਨਾਮਾ ਸੁਣਨ, ਉੱਥੇ ਖੜੇ ਹੋ ਕੇ ਉਹਨਾਂ ਤੋਂ ਪਹਿਲਾਂ ਮੰਗੀਦਾ ਹੈ ਨਾ। ਉਹ ਸ਼ਬਦ ਬੋਲਦੇ ਆਪਣੇ ਦੋ ਮੁਕਤਸਰ ਸਾਹਿਬ ਤੜਕੇ ਖੜੇ ਹੋ ਕੇ, ਉਹ ਕਹਿੰਦੇ ਆ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ, ਜੈ ਦੇਵ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ, ਕਹੇ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਮੇਰੀ ਉਦੋਂ ਮੈਨੂੰ ਇਹ ਹੁੰਦਾ ਸੀ ਵੀ ਸਾਡੀ ਅਰਦਾਸ ਜਿਹੜੀ ਇਹ ਪਰਮੇਸ਼ਰ ਦੇ ਅੱਗੇ ਆ, ਤੇ ਇਹਨੇ ਹੀ ਸਾਨੂੰ ਸਾਰਾ ਕੁਝ ਦੇਣਾ, ਤੇ ਉਹਨੇ ਹੀ ਸਾਨੂੰ ਦਿੱਤਾ। ਇੱਕ ਮੈਂ ਤੁਹਾਡੀ ਗੱਲ ਦਾ ਵਿੱਚ ਕਹਿੰਦੀ ਆ ਵੀ ਉਹ ਭਾਈ ਸਾਹਿਬ ਨੇ, ਤੁਹਾਡੇ ਭਾਈ ਸਾਹਿਬ ਨੇ ਜਿਹੜੀ ਮੈਨੂੰ ਪੱਕੀ ਕੀਤੀ ਸੀ ਵੀ ਬੱਚਿਆਂ ਨੂੰ ਐਜੂਕੇਸ਼ਨ ਦੇਣੀ, ਤੇ ਮੈਂ ਉਦੋਂ ਉਹਨਾਂ ਦੀ ਗੱਲ ਮੋੜੀ। ਮੈਂ ਆਖਿਆ ਵੀ ਮੈਂ ਇੰਨਾ ਇਕੱਲੀ ਨਹੀਂ ਕਰ ਸਕਦੀ। ਵੀ ਅਸੀਂ ਇੱਕ ਉੱਥੇ ਬਾਹਰ ਰਹਿੰਦੇ ਸੀ ਹਵੇਲੀ ਤੇ ਝੀਂਡਵਾਲਾ ਜਿੱਥੇ ਜ਼ਮੀਨ ਉਦੋਂ ਉੱਥੇ ਸੀ। ਹਾਂਜੀ, ਤੇ ਮੈਂ ਆਖਿਆ ਤੂੰ ਉੱਥੇ ਪ੍ਰਬੰਧ ਕੋਈ ਨਹੀਂ ਬੱਚੇ ਪੜ੍ਹਾਉਣ ਦਾ। ਕਹਿੰਦੇ ਤੂੰ 7 ਵਜੇ ਤਾਂ ਕਹੀ ਜਾ, ਇਹਨਾਂ ਤਾਂ ਕਹਿ ਸਕਦੀ ਆ ਨਾ। ਮੈਂ ਕਿਹਾ ਜੀ 7 ਵਜੇ। ਉਹਨਾਂ ਦੀਆਂ ਜਿੰਨੇ ਬਚਨ ਜੀ ਅੱਜ ਉਹ ਸਾਡੇ ਪਰਿਵਾਰ ਤੇ ਪੂਰੇ ਆ। ਜਿੰਨੇ ਉਸ ਦਿਨ ਗੱਲਾਂ ਕੀਤੀਆਂ ਸੀ, ਜੋ ਵੀ ਕਹਿੰਦੇ ਰੱਬ ਨੇ ਦੇਣਾ ਹੈ, ਕਿਸੇ ਬੰਦੇ ਨੇ ਨਹੀਂ ਦੇਣਾ। ਜਿਹੜੀ ਐਜੂਕੇਸ਼ਨ ਇਹ ਵੀ ਪਰਮੇਸ਼ਰ ਨੇ ਦੇਣੀ ਹੈ। ਅੱਜ ਮੇਰੇ ਤਿੰਨੇ ਬੱਚੇ ਵਧੀਆ ਐਜੂਕੇਟਡ, ਤੇ ਸਿੱਖ ਇਤਿਹਾਸ ਤੋਂ ਜਾਣੂ, ਤਿੰਨੇ ਅਖੰਡ ਪਾਠੀ ਹੈ ਨਾ, ਗੁਰਸਿੱਖ। ਤੇ ਆਪਾਂ ਮੈਂ ਕਹਿੰਦੀ ਮੇਰੇ ਤੋਂ ਮਹਾਰਾਜ ਨੇ ਕੁਛ ਨਹੀਂ ਲਗਾਇਆ। ਤੇ ਉੱਥੇ ਹੀ ਫਿਰਦੇ ਰਹੇ। ਜਦ ਤੁਸੀਂ ਮਾਟੋ ਲਾਉਂਦੇ ਹੁੰਦੇ ਸੀ ਤੇ ਅਸੀਂ ਗੁਰੂ ਘਰ ਦੀਆਂ ਪਰਿਕਰਮਾ 'ਚ ਸੇਵਾ ਕਰਦੇ ਸੀ, ਝਾੜੂ ਵੀ ਮਾਰਦੇ ਸੀ, ਤੇ ਉਹਦੀ ਸ਼ਰਧਾ ਭਾਵਨਾ ਨੇ ਨਾਲ ਉੱਥੇ ਹੀ ਸਾਡਾ ਉਮਰ ਸਾਰੀ ਅੱਧੀ ਬਤੀਤ ਕੀਤੀ ਹੋਈ ਹੈ। ਗੁਰੂ ਨੇ ਆਪਦੇ ਚਰਨਾਂ ਗੋਦ 'ਚ ਖੜਾਈ ਰੱਖਿਆ। ਭਰੋਸਾ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਹੈ। ਜਦੋਂ ਸੱਚੇ ਪਾਤਸ਼ਾਹ ਦੇ ਭਰੋਸਾ ਹੋਵੇ, ਤੇ ਭਰੋਸੇ ਸਦਕਾ ਹੀ ਜਿਹੜਾ ਉਹ ਜੰਗਾਂ ਲੜੀਆਂ, ਭਰੋਸੇ ਸਦਕਾ ਹੀ ਜਿਹੜਾ ਜ਼ਿੰਦਗੀ ਦਾ ਪੈਂਡਾ, ਉਹ ਜਿੱਦਾਂ ਮਾਤਾ ਜੀ ਨੇ ਦੱਸਿਆ ਵੀ ਗੁਰੂ ਪਾਤਸ਼ਾਹ ਦੇ ਭਰੋਸਾ ਸੀ ਸਾਨੂੰ। ਔਰ ਸੱਚਮੁੱਚ ਜਦੋਂ ਸ਼ਹੀਦ ਫਿਰ ਸੱਚੇ ਪਾਤਸ਼ਾਹ ਦੇ ਪਿਆਰ 'ਚ ਗੁਰੂ ਦੀ ਕੌਮ ਵਾਸਤੇ ਹੋਏ ਹੁਣ, ਤਾਂ ਲਾਜ ਵੀ ਫਿਰ ਸ਼ਹੀਦ ਸਿੰਘ ਆਪੇ ਹੀ ਰੱਖਦੇ ਆ, ਹੈ ਨਾ। ਸ਼ਹੀਦ ਸਿੰਘ ਸਦਾ ਅੰਗ ਸੰਗ ਰਹਿੰਦੇ ਆ। ਭੈਣ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਭਾਰਤੀ ਫੌਜ ਦਾ, ਫਿਰ ਉਹੀ ਗੱਲ ਵੀ ਅੱਜ ਅਸੀਂ 21ਵੀਂ ਸਦੀ 'ਚ ਆ। ਅੱਜ ਮੀਡੀਆ ਦਾ ਯੁੱਗ ਆ, ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਵੀ ਇਸ ਤਰ੍ਹਾਂ ਹੋਇਆ, ਸਾਡੇ ਨਾਲ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਜਿਹੜਾ ਸੀਗਾ, ਕਿਉਂਕਿ ਹੁਣ ਮੈਂ ਸਵਾਲ ਕਰਦਾ, ਜਦੋਂ ਬਹੁਤ ਸਾਰੇ ਨੈਗੇਟਿਵ ਜਾਂ ਅਣਜਾਣ ਸਾਡੇ ਨੌਜਵਾਨ ਸਵਾਲ ਕਰਦੇ ਵੀ
ਇਹਨਾਂ ਨੇ ਪੁੱਤ ਮਰਵਾਤੇ, ਸੰਤ ਜਰਨੈਲ ਸਿੰਘ ਨੇ ਤੇ ਇਹਨਾਂ ਨੇ ਅਮਰੀਕ ਸਿੰਘ ਉਹਨਾਂ ਨੇ। ਆਪ ਤਾਂ ਠੀਕ ਮਾਰਨਾ ਸੀ, ਨਾਲ ਲੋਕਾਂ ਦੇ ਪੁੱਤ ਮਰਾਤੇ। ਤੁਹਾਨੂੰ ਕੀ ਲੱਗਦਾ ਵੀ ਉਹ ਹਮਲਾ ਸਰਕਾਰ ਦਾ ਉੱਥੇ ਕਰਨਾ, ਪਹਿਲਾਂ ਹਰ ਚੱਕੇ ਆਪਾਂ ਕੀਤੀ ਗੱਲ 40 ਹੋਰ ਗੁਰੂ ਘਰ ਢਾਏ ਆ, ਤੁਹਾਨੂੰ ਕਿਵੇਂ ਲੱਗਦਾ ਵੀ ਉਹ ਕਿੱਦਾਂ ਇੱਕ ਬਿਰਤਾਂਤ ਗੁਰੂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ? ਪਰ ਜੇ ਤੁਸੀਂ ਉਹਨੂੰ ਜਸਟੀਫਾਈ ਜਾਂ ਦੱਸਣਾ ਹੋਵੇ ਵੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੋਦ ਦੇ ਵਿੱਚ ਖੜੋ ਕੇ ਸ਼ਹੀਦਾਂ ਦਾ ਜਿਹੜਾ ਇਹ ਯੁੱਧ ਆ ਉਹ ਧਰਮ ਹੇਤ ਆ, ਕਿਸ ਤਰ੍ਹਾਂ ਤੁਸੀਂ ਦੱਸੋਗੇ? ਦੇਖੋ, ਇਸ ਜਿਹੜਾ ਇਹ ਯੁੱਧ ਹੋਇਆ ਆ, ਇਹ ਕਿਸੇ ਇੱਕ ਮਨੁੱਖ ਦੀ ਘਾੜਤ ਨਹੀਂ ਹੈ ਜੀ। ਏਡੇ ਵੱਡੇ ਪਵਿੱਤਰ ਸਥਾਨਾਂ ਤੇ ਇੰਨੀਆਂ ਸ਼ਹਾਦਤਾਂ ਹੋਣੀਆਂ, ਦਮਦਮੀ ਟਕਸਾਲ ਦੇ ਮੁਖੀ ਨੇ ਲੜਨਾ, ਫੈਡਰੇਸ਼ਨ ਮੁਖੀ ਨੇ ਲੜਨਾ, ਸਿੰਘਾਂ ਨੇ ਏਡੇ ਏਡੇ ਜੀਵਨ ਵਾਲੇ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ। ਮਨੁੱਖ ਜਰੀਆ ਤਾਂ ਬਣ ਸਕਦੇ ਆ, ਪਰ ਇਹ ਘਾੜਤ ਅਕਾਲ ਪੁਰਖ ਵੱਲੋਂ ਹੀ ਘੜੀ ਜਾਂਦੀ ਹੈ। ਜੇ ਕਿਤੇ ਮਨੁੱਖਾਂ ਦੀਆਂ ਘਾੜਤਾਂ ਕਾਮਯਾਬ ਹੁੰਦੀਆਂ ਤਾਂ ਚਮਕੌਰ ਦੀ ਗੜੀ ਦੇ ਯੁੱਧ ਜਾਂ ਪੁਰਾਤਨ ਜੰਗ ਯੁੱਧਾਂ ਦਾ ਸਰੂਪ ਕੁਝ ਸ਼ਾਇਦ ਹੋਰ ਹੁੰਦਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਨਾਸਤਕ ਤੇ ਇਤਿਹਾਸ ਤੋਂ ਕੋਰੇ ਲੋਕ ਨੇ ਨਾ, ਜਿਨ੍ਹਾਂ ਦੀ ਚੀਚੀ ਤੇ ਚੀਰ ਨਹੀਂ ਆਇਆ ਪਰ ਆਪਣੇ ਆਪ ਨੂੰ ਕੌਮੀ ਖਵਾਉਣਾ ਚਾਹੁੰਦੇ ਆ, ਇਹ ਕੇਵਲ ਉਹਨਾਂ ਦੀਆਂ ਘੜੀਆਂ ਹੋਈਆਂ ਗੱਲਾਂ ਨੇ ਵੀ ਉਹਨਾਂ ਨੇ ਅੱਤਵਾਦੀ ਪਹਿਲਾਂ ਤਾਂ ਬਣਾਏ, ਫਿਰ ਉਹ ਮਰਵਾਤੇ। ਇਹ ਮੈਂ ਕਿਸੇ ਲੀਡਰ ਦਾ ਨਾਮ ਨਹੀਂ ਲਊਂਗੀ, ਪਰ ਇਹ ਅਜੋਕੇ ਲੀਡਰਾਂ ਤੇ ਤਾਂ ਜ਼ਰੂਰ ਟੁੱਕ ਸਕਦੀਆਂ ਵੀ ਜਿਹੜੇ ਆਪ ਅੰਦਰੋਂ ਬੈਠੇ ਹੁਕਮ ਕਰ ਦਿੰਦੇ ਆ ਵੀ ਫੌਜਾਂ ਦੀ ਲੜਾਈ ਹੋ ਜਾਂਦੀ, ਜੰਗਾਂ ਯੁੱਧਾਂ ਦੇ ਵਿੱਚ ਸੈਨਿਕ ਮਰ ਜਾਂਦੇ ਆ। ਪਰ ਉਹ ਜਰਨੈਲ ਤਾਂ ਇਹੋ ਜਿਹੇ ਸੀ ਜਿਹੜੇ ਅੰਤ ਤੱਕ ਆਪਣੇ ਸਾਥੀਆਂ ਨੂੰ ਇਹ ਕਹਿੰਦੇ ਰਹੇ ਆ ਵੀ ਚਲੋ ਭਾਈ ਇਸ ਰਸਤਾ ਸੇਫ ਹੈ, ਜਿਹਨੇ ਜਾਣਾ, ਜਿਹਦਾ ਮਰਨ ਨੂੰ ਨਹੀਂ ਜੀ ਕਰਦਾ, ਉਹ ਹੁਣ ਵੀ ਬਾਹਰ ਜਾ ਸਕਦਾ। ਇੱਥੋਂ ਤੱਕ ਕਿ ਇੱਕ ਸਿੰਘ ਨੂੰ ਤਾਂ ਮੇਰੇ ਫਾਦਰ ਸਾਹਿਬ ਆਪ ਬਾਹਰ ਦਾ ਰਸਤਾ ਦਿਖਾ ਕੇ ਆਏ ਆ, ਕਿਉਂਕਿ ਉਹ ਸਿੰਘ ਹੁਣ ਮੈਨੂੰ ਯਾਦ ਨਹੀਂ, ਮੇਰੇ ਮਾਤਾ ਜੀ ਇਹਦੇ ਬਾਰੇ ਡਿਟੇਲ 'ਚ ਦੱਸ ਦੇਣਗੇ ਵੀ ਉਹ ਡਿਊਟੀ ਕਰਦੇ ਕਰਦੇ ਵਿਚਾਰੇ ਵਿੱਚ ਗੋਲੀਆਂ ਦੇ ਵਿੱਚ ਘਿਰ ਗਏ ਤਾਂ ਉਹ ਇੱਕ ਥੰਮ ਦੇ ਨਾਲ ਲੱਗ ਕੇ ਬੈਠੇ ਸੀ ਬੜੇ ਮਾਯੂਸ 'ਚ, ਤੇ ਮੇਰੇ ਡੈਡੀ ਉੱਧਰੋਂ ਆਏ, ਉਹਨਾਂ ਦੇ ਗਿੱਟੇ ਤੇ ਮੋਚ ਆਈ ਸੀ, ਤਾਂ ਉਹਨਾਂ ਨੇ ਪੁੱਛਿਆ ਵੀ ਸਿੰਘਾ ਇੱਥੇ ਕਿਵੇਂ ਬੈਠਾ, ਬੜਾ ਮਾਯੂਸ 'ਚ ਬੈਠਾ। ਸਿੰਘ ਸਾਹਿਬ ਸੀ ਨਾ, ਹੁਣ ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਤੇ ਉਹ ਕਹਿਣ ਲੱਗੇ ਜੀ ਮੇਰਾ ਮਰਨ ਨੂੰ ਜੀ ਨਹੀਂ ਕਰਦਾ। ਅੱਛਾ ਜੀ। ਹੁਣ ਜੇ ਮੈਂ ਇਸ ਥੰਮ ਦਾ ਓਟ ਆਸਰਾ ਨਾ ਲਵਾਂ, ਉੱਠਾਂ ਜਾਂ ਖੜਾ ਹੋਵਾਂ, ਆਸੇ ਪਾਸੇ ਜਾਵਾਂ, ਬਾਹਰ ਜਾਵਾਂ ਤਾਂ ਮੈਨੂੰ ਗੋਲੀ ਲੱਗ ਜੂ, ਮੈਂ ਮਰ ਜੂ ਮੇਰਾ। ਤੇ ਫਿਰ ਮੇਰੇ ਫਾਦਰ ਸਾਹਿਬ ਕਹਿਣ ਲੱਗੇ ਵੀ ਪਰਿਵਾਰ ਚੇਤੇ ਆਉਂਦਾ, ਡੋਲਦਾ ਮਨ? ਕਹਿੰਦਾ ਜੀ ਮੇਰਾ ਨਹੀਂ ਮਰਨ ਨੂੰ ਜੀ ਕਰਦਾ, ਮੇਰਾ ਪਰਿਵਾਰ 'ਚ ਮਨ ਡੋਲਦਾ। ਕਹਿੰਦੇ ਫਿਰ ਜਿਹਦਾ ਮਨ ਡੋਲਦਾ, ਜਿਹੜਾ ਮਰਨ ਨੂੰ ਜੀ ਨਹੀਂ ਕਰਦਾ, ਉਹਨੂੰ ਅਸੀਂ ਇੱਥੇ ਰੱਖਦੇ ਵੀ ਨਹੀਂ। ਉਹ ਕਹਿੰਦਾ ਜੀ ਮੈਂ ਜਾਵਾਂ ਕਿੱਧਰ? ਕਹਿੰਦੇ ਤੂੰ ਜਾ, ਤੂੰ ਚਲਿਆ ਜਾ, ਤੂੰ ਇੱਥੇ ਕਿਉਂ ਬੈਠਾ? ਕਹਿੰਦਾ ਜੀ ਮੈਂ ਜਾਵਾਂ ਕਿੱਧਰ? ਜੇ ਮੈਂ ਇੱਥੋਂ ਜਾਊਂਗਾ ਤੁਹਾਡੇ ਸਿੰਘਾਂ ਨੇ ਮਗਰੋਂ ਗੋਲੀ ਮਾਰ ਦੇਣੀ ਵੀ ਇਹ ਗਦਾਰ ਹੈ, ਅਕਾਲੀ ਤੁਰੇ ਜਾਂਦੇ, ਤੇ ਜੇ ਮੈਂ ਇੱਥੋਂ ਬਚ ਗਿਆ ਤੇ ਅੱਗੋਂ ਜਾ ਕੇ ਮੈਨੂੰ ਫੌਜ ਨੇ ਗੋਲੀ ਮਾਰ ਦੇਣੀ ਹੈ। ਕਹਿੰਦੇ ਪਹਿਲੀ ਗੱਲ ਤਾਂ ਤੁਹਾਡੇ ਸਿੰਘਾਂ ਨੇ ਨਹੀਂ ਛੱਡਣਾ ਵੀ ਕਾਲੀ ਮੈਦਾਨ ਛੱਡ ਕੇ ਜਾ ਰਿਹਾ ਗਦਾਰੀ ਕਰਕੇ। ਕਹਿੰਦੇ ਕਿਸੇ ਨੇ ਤੇਰੀ ਕੋਈ ਵਾਹ ਵੱਲ ਨਹੀਂ ਵੇਖ ਸਕਦਾ, ਚੱਲ ਮੇਰੇ ਨਾਲ ਉੱਠ। ਉਹਨੂੰ ਅਕਾਲ ਤਖਤ ਸਾਹਿਬ ਦੇ ਪਿੱਛੋਂ ਦੀ ਕੋਈ ਕਮਰਿਆਂ ਦੇ ਵਿੱਚੋਂ ਦੀ ਕੋਈ ਭੀੜੀ ਗਲੀ ਬਾਹਰ ਬਾਜ਼ਾਰ ਨੂੰ ਨਿਕਲਦੀ ਸੀ, ਉਹਨੂੰ ਉਹ ਗਲੀ ਦੇ ਦਰਵਾਜ਼ੇ ਤੱਕ ਛੱਡਣ ਆਏ, ਐਂਟਰੀ ਤੱਕ। ਕਹਿੰਦੇ ਇੱਥੋਂ ਤੁਰਿਆ ਜਾ, ਚੌਪੀ ਸਾਹਿਬ ਦਾ ਪਾਠ ਕਰਦਾ, ਤੇਰੀ ਵਾਹ ਵੱਲ ਕੋਈ ਨਹੀਂ ਵੇਖਦਾ। ਉਹ ਕਹਿੰਦੇ ਜਦੋਂ ਭਾਈ ਸਾਹਿਬ ਪਿੱਛੇ ਮੁੜਨ ਲੱਗੇ, ਉਹਨਾਂ ਨੇ ਬਾਅਦ ਵਿੱਚ ਆਪ ਸਾਨੂੰ ਇਹ ਗੱਲ ਦੱਸੀ ਹੈ, ਕਹਿੰਦੇ ਜਦੋਂ ਭਾਈ ਸਾਹਿਬ ਪਿੱਛੇ ਮੁੜਨ ਲੱਗੇ ਬਾਅਦ 'ਚ ਮੈਨੂੰ ਛੱਡ ਕੇ, ਤੇ ਕਹਿੰਦੇ ਮੈਂ ਚਰਨ ਫੜ ਲਏ, ਮੈਂ ਭਾਵੁਕ ਹੋ ਗਿਆ ਕਿ ਜਿਹੜੇ ਮੈਨੂੰ ਇੱਥੋਂ ਤੱਕ ਛੱਡਣ ਆ ਸਕਦੇ ਉਹ ਆਪ ਕਿਉਂ ਨਹੀਂ ਨਿਕਲ ਸਕਦੇ। ਕਹਿੰਦੇ ਮੈਂ ਭਾਵੁਕ ਹੋ ਗਿਆ, ਮੈਂ ਕਿਹਾ ਜੀ ਵੀ ਮੈਨੂੰ ਕੋਈ ਸੁਨੇਹਾ ਦੇ ਦਿਓ, ਮੈਂ ਪਰਿਵਾਰ ਨੂੰ ਜਾ ਕੇ ਦੇਵਾਂ, ਜਾਂ ਮੈਨੂੰ ਕੋਈ ਹੁਕਮ, ਕੋਈ ਮੈਨੂੰ ਕੁਛ ਦੱਸੋ, ਮੈਂ ਕੀ ਸੁਨੇਹਾ ਦਿਆਂ ਬਾਹਰ ਜਾ ਕੇ। ਤੇ ਮੇਰੇ ਫਾਦਰ ਸਾਹਿਬ ਨੂੰ ਕਹਿਣ ਲੱਗੇ ਵੀ ਮੇਰੇ ਘਰ ਭਚੰਗੀ ਹੋਣਾ ਤੇ ਪਰਿਵਾਰ ਨੂੰ ਕਹਿ ਦਿਓ ਵੀ ਉਹਦੀ ਖੁਸ਼ੀ ਕਰਨੀ ਹੈ, ਸਾਡੀ ਸ਼ਹਾਦਤ ਦਾ ਰੋਣਾ ਨਹੀਂ ਰੋਣਾ, ਤੇ ਤੁਸੀਂ ਉਹਦੀ ਖੁਸ਼ੀ ਕਰਨੀ ਹੈ। ਮੇਰੇ ਕਹਿਣ ਤੋਂ ਭਾਵ ਹੈ ਵੀ ਉਹਨਾਂ ਨੇ ਕਿਸੇ ਮਾਂ ਦੇ ਪੁੱਤ ਨੂੰ ਕੰਪੈਲ ਕਰਕੇ ਨਹੀਂ ਇੱਥੇ ਕਿਹਾ ਵੀ ਆਹ ਲਓ ਫੜੋ ਗੰਨਾ, ਜਾਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ ਦਿੱਤੀ, ਕੋਈ ਟ੍ਰੇਨਿੰਗ ਕੈਂਪ ਨਹੀਂ ਸੀ। ਇਹ ਤਾਂ ਸਰਕਾਰ ਨੇ ਸਗੋਂ ਇਸ ਸਮੇਂ ਦਾ ਲਾਹ ਲਿਆ ਕਿ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੈ ਤੇ ਸਿੱਖ ਇਕੱਠੇ ਹੋਏ ਆ। ਦੇਖੋ ਉੱਥੇ ਇਕੱਲੇ ਅੱਤਵਾਦੀ, ਇਕੱਲੇ ਜੈਂਟਸ ਥੋੜੀ ਮਾਰੇ ਆ ਫੌਜ ਨੇ, ਬੀਬੀਆਂ, ਬੱਚੇ, ਸੇਵਾਦਾਰ, ਗੁਰੂ ਘਰ ਦੇ SGPC ਦੇ ਮੁਲਾਜ਼ਮ, ਜਿਹੜੇ ਬਰਛੇ ਲੈ ਕੇ ਖੜੇ ਹੋਣ ਵਾਲੇ ਸੇਵਾਦਾਰ ਵਿਚਾਰੇ, ਕਿਸੇ ਨੂੰ ਬਖਸ਼ਿਆ ਨਹੀਂ। ਪਹਿਲੇ ਗਰਨੇਟ ਨਾਲ ਇਹਨਾਂ ਦਾ ਜਥੇ ਦਾ ਜਥਾ ਪੂਰਾ ਮਾਰਿਆ ਗਿਆ ਰਾਗੀਆਂ ਦਾ ਜੀ। ਜਿੱਥੇ ਹੁਕਮਨਾਮਾ ਹੁੰਦਾ ਉੱਥੇ ਉਹ ਆਏ ਕੀਰਤਨ ਕਰਕੇ, ਉੱਥੇ ਹੀ ਵੱਜਾ ਗਰਨੇਟ ਤੇ ਤਿੰਨੇ ਚਾਰੇ ਜਣੇ ਉੱਥੇ ਹੀ ਵਿਚਾਰੇ ਸੀ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਇਹਦੇ ਨਾਲ ਅਟੈਚ ਹੁੰਦੀ ਹੈ ਉਹ ਹੈ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਸ ਗੱਲ ਦਾ ਮੁੱਢ ਜਿਹੜਾ ਆਪਣੇ ਜੀਵਨ ਕਾਲ ਵਿੱਚ ਹੀ ਬੰਨ੍ਹ ਦਿੱਤਾ ਸੀ, ਕਿਉਂਕਿ ਬ੍ਰਹਮ ਗਿਆਨੀ ਜਿਹੜਾ ਹੈ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਬਚਨ ਜਿਹੜੇ ਹਮੇਸ਼ਾ ਅਟਲ ਸੱਚਾਈਆਂ ਹੁੰਦੇ ਨੇ। ਮਹਾਂਪੁਰਸ਼ ਇੱਕ ਵਾਰੀ ਰਾਮਪੁਰ ਖੇੜੇ ਮਹਾਂਪੁਰਸ਼ਾਂ ਦੇ ਨਾਲ ਬੈਠੇ ਸੀਗੇ, ਹਵਾ ਆ ਰਹੀ ਸੀ, ਬੜੇ ਆਨੰਦ ਵਿੱਚ ਆ ਕੇ ਕਹਿਣ ਲੱਗੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਬੇ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ, ਕਹਿੰਦੇ ਬੜੀ ਠੰਡੀ ਹਵਾ ਆ ਰਹੀ ਹੈ, ਕਿੱਧਰੋਂ ਆ ਰਹੀ ਹੈ?
ਉਹ ਕਹਿੰਦੇ ਜੀ ਇੱਧਰੋਂ ਆ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ। ਕਹਿੰਦੇ ਫਤਿਹਗੜ੍ਹ ਸਾਹਿਬ ਵਾਲੀ ਸ਼ਹੀਦੀ ਦੀ ਧਰਤੀ ਤੋਂ, ਸ਼ਹਾਦਤ ਦੀ ਧਰਤੀ ਤੋਂ ਆ ਰਹੀ ਹੈ, ਜਿੱਥੇ ਸਾਹਿਬਜ਼ਾਦਿਆਂ ਨੇ ਸਾਡੇ ਲਈ ਆਪਣਾ ਖੂਨ ਦਿੱਤਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਨੇ ਸ਼ਹਾਦਤ ਦਿੱਤੀ। ਇੱਕਦਮ ਮਹਾਂਪੁਰਸ਼ ਵੀਰ ਰਸਤੇ ਵਿੱਚ ਆ ਕੇ ਉਹਨਾਂ ਨੇ ਅਰਦਾਸ ਕੀਤੀ ਸੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਤੇਰੀ ਬਰਾਬਰੀ ਤਾਂ ਨਹੀਂ ਕਰ ਸਕਦਾ, ਤੂੰ ਸਾਡੇ ਤੋਂ 4 ਪੁੱਤ ਵਾਰੇ, ਪਰ ਮੈਂ ਤੇਰਾ ਗਰੀਬ ਸਿੱਖ ਹਾਂ, ਤੂੰ ਕਿਰਪਾ ਕਰਕੇ ਮੇਰਾ ਇੱਕ ਪੁੱਤ ਹੀ ਆਪਣੇ ਚਰਨਾਂ ਵਿੱਚ ਲਾ ਲੈ। ਇਹ ਕਿਤੇ ਨਾ ਕਿਤੇ ਉਹਨਾਂ ਬ੍ਰਹਮ ਗਿਆਨੀਆਂ ਦੇ ਜਿਹੜੇ ਬਚਨ ਸੀ ਉਹ ਵੀ ਜਿਹੜੇ ਉਹ ਪੂਰੇ ਹੋਣੇ, ਅਟਲ ਸੱਚਾਈ ਸੀ। ਨੰਬਰ 2 ਦੇ ਉੱਤੇ ਮੇਰੇ ਫਾਦਰ ਸਾਹਿਬ ਜਦੋਂ ਧਰਮ ਯੁੱਧ ਮੋਰਚਾ ਕਾਫੀ ਗਰਮ ਹੋ ਗਿਆ, ਸਰਗਰਮੀ ਵਿੱਚ ਚੱਲ ਰਿਹਾ ਸੀ, ਜੇਲ੍ਹ ਤੋਂ ਵੀ ਰਿਹਾ ਹੋ ਕੇ ਆਏ, ਤਾਂ ਉਹ ਅਕਸਰ ਮੇਰੇ ਮਾਤਾ ਜੀ ਨੂੰ ਵੀ ਇਹ ਕਹਿੰਦੇ ਹੁੰਦੇ ਸੀ ਵੀ ਤੇਰਾ ਨਿਤਨੇਮ ਬਹੁਤ ਹੈ, ਤੂੰ ਮੇਰੀ ਅਰਦਾਸ ਕਰਿਆ ਕਰ, ਕਿਉਂਕਿ ਜਿੱਥੋਂ ਤੱਕ ਅਸੀਂ ਅੱਗੇ ਚੱਲ ਗਿਆ ਹੈ, ਜਿੱਥੋਂ ਤੱਕ ਸੰਘਰਸ਼ ਪਹੁੰਚ ਗਿਆ, ਹੁਣ ਪਿੱਛੇ ਮੁੜਨਾ ਜਿਹੜਾ ਵਾਜਬ ਨਹੀਂ, ਅਸੀਂ ਪਿੱਛੇ ਨਹੀਂ ਮੁੜ ਸਕਦੇ, ਹੁਣ ਇਹਦੀ ਮੰਜ਼ਿਲ ਸ਼ਹਾਦਤ ਹੈ। ਤੇ ਮੇਰੀ ਇਹ ਅਰਦਾਸ ਕਰਿਆ ਕਰ ਨਿਤਨੇਮ ਕਰਕੇ ਵੀ ਜਦੋਂ ਮੈਨੂੰ ਗੋਲੀ ਵੱਜੇ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਵੱਜੇ, ਕਿਤੇ ਗਲੀ 'ਚ ਨਾ ਡਿੱਗੇ ਹੋਈਏ, ਕਿਤੇ ਪਿੱਠ 'ਚ ਗੋਲੀ ਨਾ ਵੱਜੇ, ਇੱਥੇ ਲੜ ਕੇ ਸ਼ਹੀਦ ਹੋਈਏ, ਇਹ ਮੇਰੀ ਅਰਦਾਸ ਕਰਿਆ ਕਰ। ਜੇ ਉਹ ਮੇਰੇ ਮਾਤਾ ਜੀ ਨੂੰ ਇਹ ਸ਼ਬਦ ਕਹਿ ਸਕਦੇ ਹੋ, ਆਪ ਕਿੰਨੀਆਂ ਅਰਦਾਸਾਂ ਕਰਦੇ ਹੋਣਗੇ ਉੱਥੇ ਸ਼ਹੀਦ ਹੋਣ ਦੀਆਂ। ਔਰ ਉਹਨਾਂ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਜਦੋਂ ਐਂਡ ਤੇ ਅਖੀਰ ਦੀ ਮਿਲਣੀ ਵਿੱਚ ਬੜਾ ਸਪਸ਼ਟ ਕੀਤਾ ਹੈ ਵੀ ਅਸੀਂ ਸ਼ਹੀਦ ਹੋ ਜਾਣਾ, ਬੜਾ ਬੇਬਾਕ ਸ਼ਬਦਾਂ ਦੇ ਵਿੱਚ ਕਹਿੰਦੇ ਅਸੀਂ ਸ਼ਹੀਦ ਹੋ ਜਾਣਾ, ਤੇ ਤੁਸੀਂ ਸਾਡੇ ਮਗਰੋਂ ਆਹ ਕਾਰਜ ਕਰਨੇ, ਆਹ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਪਰਿਵਾਰ ਦੀਆਂ ਸੰਭਾਲਣੀਆਂ, ਇਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਣਾ, ਇਸ ਤਰ੍ਹਾਂ ਸਾਰੇ ਕਾਰਜ ਕਰਨੇ ਆ। ਔਰ ਮੈਨੂੰ ਇੱਕ ਕਮਾਲ ਦੀ ਗੱਲ ਹੈ ਵੀ ਮੈਂ ਬੱਚਿਆਂ ਨੂੰ ਦੱਸਦੀ ਹੁੰਦੀ ਹਾਂ ਵੀ ਜਿੰਨੀਆਂ ਉਹਨਾਂ ਨੇ ਉਦੋਂ ਬਚਨ ਕੀਤੇ ਆ ਉਹ ਆਪਣੇ ਆਪ ਹੀ ਪੂਰੇ ਹੋਏ ਆ। ਇੱਕ ਵੀ ਉਹਨਾਂ ਦੇ ਵਿੱਚ ਇਹੋ ਜਿਹਾ ਬਚਨ ਨਹੀਂ ਰਿਹਾ ਵੀ ਜਿਹੜਾ ਪੂਰਾ ਨਹੀਂ ਹੋਇਆ। ਸੋ ਇਹ ਤਾਂ ਇਹ ਕੋਈ ਕਿਸੇ ਮਨੁੱਖ ਵੱਲੋਂ ਘੜੀਆਂ ਹੋਈਆਂ ਘਾੜਤਾਂ ਨਹੀਂ ਹੁੰਦੀਆਂ, ਇਹ ਅਕਾਲ ਪੁਰਖ ਵੱਲੋਂ ਅਕਾਲੀ ਰੂਹਾਂ ਦੀਆਂ ਜਿਹੜੀਆਂ ਲੱਗੀਆਂ ਡਿਊਟੀਆਂ ਸੀ ਨਾ, ਇਹ ਤੁੱਛ ਬੁੱਧੀ ਵਾਲੇ ਲੋਕਾਂ ਦੇ ਸਮਝ ਦੀ ਗੱਲ ਨਹੀਂ। ਮੇਰਾ ਖਿਆਲ ਹੈ ਤਾਂ ਜਿਹੜਾ ਕੋਈ ਸਵਾਲ ਕਰਦਾ ਨਾ, ਸਮਝੋ ਵੀ ਉਹਦੀ ਮਤ ਬੁੱਧੀ ਦਾ ਘੇਰਾ ਹੀ ਬਹੁਤ ਛੋਟਾ ਹੈ। ਬਿਲਕੁਲ ਬਿਲਕੁਲ। ਗੁਰੂ ਪਾਤਸ਼ਾਹ ਕੌਤਕ ਵਰਤਾਉਂਦੇ ਆ ਨਾ ਜਦੋਂ, ਤਾਂ ਉਹ ਫਿਰ ਆਪ ਹੀ ਜਿਹੜਾ ਸਦਾ ਸਹਾਈ ਹੁੰਦੇ ਆ। ਕੌਤਕ ਹੈ ਜਿੱਦਾਂ ਮਾਤਾ ਜੀ ਕਹਿੰਦੇ ਵੀ ਜਿਹੜੀਆਂ ਗੱਲਾਂ ਉਹਨਾਂ ਨੇ ਉਸ ਦਿਨ 3 ਜੂਨ 1984 ਨੂੰ ਗੁਰੂ ਰਾਮਦਾਸ ਸਰਾਂ ਕੋਲ ਮੈਨੂੰ ਕਹੀਆਂ, ਤੇ ਉਹ ਸਾਰੀਆਂ ਅੱਜ ਪੂਰੀਆਂ ਹੋ ਰਹੀਆਂ। ਇੱਕ ਮੈਂ ਸੌਰੀ ਵਿੱਚੋਂ ਗੱਲ ਮੈਂ ਟੋਕਣੀ ਚਾਹੂੰਗੀ ਵੀ ਦੂਸਰੀ ਗੱਲ ਇਹ ਹੈ ਵੀ ਅਸੀਂ ਬੜਾ ਇਤਿਹਾਸ ਪੜਚੋਲ ਕਰ ਲਿਆ, ਆਤਮ ਚਿੰਤਨ ਕਰ ਲਿਆ, ਬੜੀਆਂ ਸਟੇਟਮੈਂਟਾਂ ਅਸੀਂ ਦੇਤੀਆਂ ਜੀ। ਇਹ ਕਿਉਂ ਨਹੀਂ ਗੱਲ ਕਹਿੰਦੇ ਜਿਹੜੇ ਸਾਡੇ ਸੋ ਕਾਲਡ ਚਿੰਤਕ ਨੇ ਵੀ ਉਹ ਕਿਸੇ ਤੇ ਹਮਲਾ ਕਰਨ ਗਏ ਸੀ ਫੌਜ ਲੈ ਕੇ, ਵੀ ਆਪਣੇ ਸਿੰਘਾਂ ਨੂੰ ਟ੍ਰੇਨਡ ਕਰਕੇ ਤੇ ਕਹਿ ਗਏ ਸੀਗੇ ਵੀ ਲਓ ਜੀ ਲਲਕਾਰਨ ਚਲੇ ਗਏ ਸੀ ਫੌਜ ਨੂੰ, ਜਾਂ ਕੋਈ ਉਹਨਾਂ ਨੇ ਰੂਲ ਕਾਨੂੰਨ ਤੋੜਿਆ ਸੀਗਾ, ਜਾਂ ਉਹਨਾਂ ਨੇ ਫੌਜੀ ਟੁਕੜੀ ਤੇ ਹਮਲਾ ਕੀਤਾ ਸੀ ਜਿਹੜਾ ਸਰਕਾਰ ਨੂੰ ਘੇਰਾ ਪਾ ਕੇ ਉਹਨਾਂ ਨੂੰ ਜਦੋਂ ਵੇਖੋ ਇਹ ਤਾਂ ਸਿੱਖੀ ਰਵਾਇਤ ਆ ਵੀ ਆਤਮ ਸੁਰੱਖਿਆ ਤਾਂ ਕਰਨੀ ਹੈ ਨਾ ਅਸੀਂ। ਜਦੋਂ ਸਾਡੇ ਉੱਤੇ ਕੋਈ ਦੁਸ਼ਮਣ ਚੜ੍ਹ ਕੇ ਹੀ ਆ ਗਿਆ ਤੇ ਫਿਰ ਆਤਮ ਰੱਖਿਆ ਲਈ ਸਾਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਸੀ। ਫਿਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਸਿੱਖ ਸਾਡਾ ਇਕੱਲਾ ਸੰਤ ਨਹੀਂ ਹੈ, ਨਾਲ ਸਿਪਾਹੀ ਵੀ ਹੈ, ਉਹਨੂੰ ਆਪਣੀ ਰੱਖਿਆ ਕਰਨੀ ਵੀ ਆਉਂਦੀ ਹੈ। ਤੇ ਸਾਡੇ ਜਿੰਦੇ ਜੀ ਜੇ ਸਾਡੇ ਇਸ਼ਟ ਦੇ ਉੱਤੇ ਕੋਈ ਹਮਲਾ ਕਰੇ ਪਰ ਕਰਮਾਂ ਦੇ ਵਿੱਚ ਕੋਈ ਬੂਟ ਪਾ ਕੇ ਆਵੇ ਤਾਂ ਫਿਰ ਜਿਹੜਾ ਬਰਦਾਸ਼ਤ ਕਰੇ ਉਹ ਸਿੱਖ ਲਈ ਹੈ। ਸੋ ਇਹ ਤਾਂ ਦੇਖੋ ਉਸ ਸਮੇਂ ਦੇ ਉੱਤੇ ਜੋ ਵੀ ਉਹਨਾਂ ਨੂੰ ਜਾਇਜ਼ ਲੱਗਾ ਉਹਨਾਂ ਨੇ ਉਹ ਕੀਤਾ, ਔਰ ਕਿਸੇ ਨੂੰ ਬੰਨ੍ਹ ਕੇ, ਕਿਸੇ ਨੂੰ ਜ਼ਬਰਦਸਤੀ, ਕਿਸੇ ਨੂੰ ਕੋਈ ਟ੍ਰੇਨਡ ਕਰਕੇ ਨਹੀਂ ਬਿਠਾਇਆ ਕਿ ਇੱਥੇ ਤੁਸੀਂ ਸ਼ਹੀਦ ਹੋਵੋ ਜਾਂ ਇੱਥੋਂ ਮਰੋ। ਆਪ ਅੱਗੇ ਹੋ ਕੇ ਅਗਵਾਈ ਕੀਤੀ, ਜਿਹੜਾ ਕੋਈ ਪਿੱਛੇ ਆਉਣਾ ਚਾਹੁੰਦਾ, ਜੂਝਣਾ ਚਾਹੁੰਦਾ, ਜਿਹੜੀ ਡਿਊਟੀ ਲੱਗੀ ਉਹ ਆ ਜਾਏ, ਨਹੀਂ ਤੇ ਫਿਰ ਆਪਣੇ ਘਰ ਨੂੰ ਵਾਪਸ ਚਲਾ ਜਾਏ। ਬਿਲਕੁਲ। ਇੱਥੇ 2 ਗੱਲਾਂ 3 ਗੱਲਾਂ ਸਪਸ਼ਟ ਹੋ ਜਾਂਦੀਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਉਹ ਬਿਨਾਂ ਕਿਸੇ ਸ਼ੱਕ ਤੋਂ ਜਿਹੜਾ ਕਿ ਇੱਕ ਅਸਾਮੀ ਜੰਗ ਸੀ। ਇੱਕ ਪਾਸੇ ਪੂਰੇ ਮੁਲਕ ਦੀ ਤਾਕਤ ਸੀ, ਇਕੱਲੇ ਇਸ ਮੁਲਕ ਦੀ ਨਹੀਂ, ਵਿਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਦੀ ਤਾਕਤ ਉਹ ਵੀ ਨਾਲ ਸੀ, ਟੈਂਕ ਚੜਾਏ ਗਏ, ਪਰ ਫਿਰ ਵੀ ਇੱਕ ਵੀ ਸਿੰਘ ਨੇ ਜਿਹੜਾ ਉਹ ਇਹ ਨਹੀਂ ਮੰਨੀ, ਇਹ ਨਹੀਂ ਕਿਹਾ ਵੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਨਾਲ ਆਉਣਾ, ਜੂਝ ਕੇ ਲੜੇ ਆ। ਦੂਜੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਜੀ ਤੇ ਹੋਰ ਜੁਝਾਰੂ ਸੀ, ਪਰ ਉਹਨਾਂ ਤੋਂ ਇਲਾਵਾ 40 ਸਥਾਨਾਂ ਤੇ ਹਮਲਾ ਕੀਤਾ ਗਿਆ। ਤੀਜੀ ਗੱਲ, ਜੇ ਕੋਈ ਸੱਚਮੁੱਚ ਇਹ ਕਹਿੰਦਾ ਵੀ ਉੱਥੇ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਤਾ ਜੀ, ਭਿੰਡਰਾਂ ਵਾਲਿਆਂ ਨੇ ਕਰਾਤਾ ਜੀ, ਤਾਂ ਬਿਲਕੁਲ ਪਹਿਲਾਂ ਮੈਨੂੰ ਯਾਦ ਹੈ ਇੱਕ ਵਾਰ 12 ਫਰਵਰੀ ਨੂੰ ਜਦੋਂ ਅਸੀਂ ਜਨਮ ਦਿਹਾੜਾ ਸੰਤ ਜਰਨੈਲ ਸਿੰਘ ਜੀ ਦਾ ਮਨਾਉਂਦੇ ਆ, ਤਾਂ ਉੱਥੇ ਪੱਤਰਕਾਰ ਵੀਰ ਨੇ ਮੈਨੂੰ ਹੀ ਸਵਾਲ ਕਰਤਾ, ਕਹਿੰਦਾ ਵੀ ਕਈ ਕਹਿੰਦੇ ਵੀ ਅਕਾਲ ਤਖਤ ਸਾਹਿਬ ਤੇ ਹਮਲਾ, ਕਿਉਂਕਿ ਵੀ ਜੇ ਫਿਰ ਇੱਦਾਂ ਦੇ ਜਿਹੜੇ ਟੁੱਚਰਾਂ ਡਾਉਣ ਵਾਲੇ ਲੋਕ ਨੇ ਨਾ, ਇੱਦਾਂ ਤਰਕ ਕਰਨ ਵਾਲੇ ਲੋਕ, ਉਹ ਤਾਂ ਕਹਿਣਗੇ ਵੀ ਗੁਰੂ ਗੋਬਿੰਦ ਸਿੰਘ ਨੇ ਵੀ ਚਮਕੌਰ ਦੀ ਗੜੀ 'ਚ ਪੁੱਤ ਮਰਾਤੇ ਸੀ, ਉਹ ਵੀ ਕਹਿੰਦਾ ਛੱਡੋ ਜੀ ਮੈਂ ਤਾਂ ਆਉਣਾ ਬਾਹਰ। ਤਾਂ ਇਸ ਤਰ੍ਹਾਂ ਦੇ ਬਿਲਕੁਲ ਸਵਾਲਾਂ ਦੇ ਇਸ ਤਰ੍ਹਾਂ ਦੇ ਜਵਾਬ ਜਿਹੜੇ ਹੋਣੇ ਚਾਹੀਦੇ ਆ। ਭੈਣ ਜੀ ਮੈਂ ਤੁਹਾਨੂੰ ਇੱਕ ਹੋਰ ਪੁੱਛਦਾ ਗੱਲ, ਸਰਕਾਰ ਦੀਆਂ ਨਜ਼ਰਾਂ ਦੇ ਵਿੱਚ, ਬਲਕਿ ਇਕੱਲੀ ਸਰਕਾਰ ਹੀ ਨਹੀਂ, ਬਹੁਤ ਸਾਰੇ ਸਾਡੇ ਦਸਤਾਰਧਾਰੀ ਵੀ ਜਿਹੜੇ ਆ ਉਹ ਜਦੋਂ ਸਰਕਾਰ ਦੀ ਪੀਂਘ ਝੂਟਦੇ ਆ ਤੇ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਜੂਝਣ ਵਾਲੇ ਸਿੰਘ ਆ ਉਹ ਅੱਤਵਾਦੀ ਜਾਪਦੇ, ਕਿਉਂਕਿ ਉਹ ਇੱਕ ਕਵਿਤਾ ਜੀ ਪੜ੍ਹਦੇ ਹੁੰਦੇ ਵੀ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦੇ ਕਬੂ ਨਹੀਂ ਪਕੜੀ। ਜਿਨ੍ਹਾਂ ਨੇ ਬਿਜ਼ਨਸ ਕੀਤੇ ਉਹਨਾਂ ਨੂੰ ਸ਼ਹੀਦੀਆਂ ਦਾ ਜਿਹੜਾ ਭਾਰ ਤੋਲ ਨਹੀਂ ਪਤਾ। ਤੁਹਾਨੂੰ ਕਦੇ
ਕਾਲਜ 'ਚ ਪੜ੍ਹਨ ਸਮੇਂ ਜਾਂ ਪੜ੍ਹਾਉਣ ਸਮੇਂ ਜਾਂ ਕਿਤੇ ਵੀ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੋਵੇ ਜਾਂ ਕਦੇ ਤੁਹਾਨੂੰ ਇਹ ਚੀਜ਼ ਦਾ ਸਾਹਮਣਾ ਕਰਨਾ ਪਿਆ ਹੋਵੇ ਵੀ ਤੁਸੀਂ ਉਹਨਾਂ ਦੇ ਪਰਿਵਾਰ 'ਚੋਂ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਜਾਂ ਇਸ ਤਰ੍ਹਾਂ ਕਿਉਂਕਿ ਕਈ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੋਈ ਹੈ ਗੱਲ? ਵੈਸੇ ਤਾਂ ਮੈਂ ਜਿਸ ਸੰਸਥਾ ਵਿੱਚ ਕੰਮ ਕਰ ਰਹੀ ਹਾਂ, ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖੈਰ ਮੈਨੂੰ ਆਪਣੀ ਸੰਸਥਾ ਵਿੱਚ ਅਜਿਹੀ ਕਦੀ ਕੋਈ ਦਿੱਕਤ ਨਹੀਂ ਆਈ। ਹਾਂ, ਜੇ ਕਿਤੇ ਕਾਲਜ ਟਾਈਮ ਜਾਂ ਕਿਤੇ ਸਕੂਲ ਟਾਈਮ ਹੁਣ ਮੈਨੂੰ ਕੋਈ ਬਹੁਤਾ ਇਸ ਤਰ੍ਹਾਂ ਦੀ ਕੋਈ ਬਹੁਤ ਪਿੰਚਿੰਗ ਘਟਨਾ ਨਹੀਂ ਕੋਈ ਮੇਰੇ ਨਾਲ ਵਾਪਰੀ ਬਈ ਜਦੋਂ ਮੈਨੂੰ ਕਿਸੇ ਨੇ ਕਿਹਾ ਹੋਵੇ ਵੀ ਤੁਸੀਂ ਕਿਸ ਪਰਿਵਾਰ ਦੇ ਨਾਲ ਹੋ, ਛੋਟੇ ਹੁੰਦੇ ਹੋ ਸਕਦਾ ਕੋਈ ਕਹਿ ਵੀ ਦਿੱਤਾ ਹੋਵੇ, ਪਰ ਮੈਂ ਹਮੇਸ਼ਾ ਉਹਦਾ ਮੂੰਹ ਤੋੜਵਾਂ ਜਵਾਬ ਹੀ ਦਿੱਤਾ ਕਿਉਂਕਿ ਅਸੀਂ ਜੋ ਕੁਝ ਵੀ ਹੋਇਆ ਫਾਦਰ ਸਾਹਿਬ ਹੋਣਾ ਦੇ ਨਾਲ ਜਿਵੇਂ ਵੀ ਸੰਘਰਸ਼ ਲੜੇ ਗਏ, ਜਿਵੇਂ ਸ਼ਹਾਦਤਾਂ ਹੋਈਆਂ, ਉਹ ਦੈਟ ਵਾਜ਼ ਨਾਟ ਕਨਫਾਈਨਡ ਟੂ ਵਨ ਫੈਮਿਲੀ, ਉਹ ਤਾਂ ਸਾਰੇ ਪੰਥ ਸਾਹਮਣੇ ਆ, ਸਾਰੀ ਕੌਮ ਦੇ ਸਾਹਮਣੇ ਆ, ਸਾਰੇ ਸਾਹਮਣੇ ਆ। ਨੰਬਰ 2 ਦੇ ਉੱਤੇ ਜਿਹੜੀ ਮੇਨ ਇਹ ਵਲਵਲ ਇਹ ਹੈ ਵੀ ਸਾਨੂੰ ਸਰਕਾਰਾਂ ਤੋਂ ਜਾਂ ਇਹੋ ਜਿਹੇ ਲੋਕਾਂ ਤੋਂ ਖਤਰਾ ਨਹੀਂ ਹੈ ਜੀ। ਉਹ ਤਾਂ ਸਾਨੂੰ ਪਤਾ ਹੁੰਦਾ, ਸਾਨੂੰ ਮੂੰਹ ਤੇ ਕਹਿ ਦਿੰਦੇ ਆ ਵੀ ਤੁਸੀਂ ਗਲਤ ਹੋ। ਸਾਨੂੰ ਉਹਨਾਂ ਦਾ ਬੜੇ ਤਰਕ ਦੇ ਨਾਲ ਜਵਾਬ ਦੇਣਾ ਚਾਹੀਦਾ। ਜਿਹੜੀ ਅੱਜ ਦੀ ਲੜਾਈ ਹੈ ਨਾ ਜੀ, ਇਹ ਹਥਿਆਰਾਂ ਦੀ ਲੜਾਈ ਨਹੀਂ ਹੈ ਜੀ, ਤੇ ਨਾ ਸਾਡੇ ਤੋਂ ਹਥਿਆਰਾਂ ਦੀ ਲੜਾਈ ਉਸ ਪੱਧਰ ਤੇ ਜਾ ਕੇ ਅਸੀਂ ਲੜ ਹੀ ਸਕਦੇ ਹਾਂ ਜਿਵੇਂ ਸਾਡੇ ਵੱਡੇ ਲੜ ਗਏ ਆ। ਅਸੀਂ ਤਾਂ ਬੜੇ ਬੁੱਝਦੇ ਨਾ, ਇੱਥੇ ਕੋਈ ਪਟਾਕਾ ਚੱਲ ਜੇ ਤਾਂ ਸਾਡੇ ਵਰਗਿਆਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਦਾ। ਅੱਜ ਦੀ ਲੜਾਈ ਤਰਕ ਦੀ ਲੜਾਈ ਹੈ, ਕਲਮ ਦੀ ਲੜਾਈ ਹੈ। ਔਰ ਜੇ ਕੋਈ ਸਾਨੂੰ ਇਸ ਤਰ੍ਹਾਂ ਤਰਕ ਦੇ ਨਾਲ ਕੋਈ ਕੁਐਸਚਨ ਕਰਦਾ ਵੀ ਆ ਤਾਂ ਸਾਨੂੰ ਬੜੇ ਸਹਿਜ ਸੁਭਾਅ ਦੇ ਨਾਲ ਵਿਦ ਪ੍ਰੂਫ ਸਾਰਾ ਉਹਦਾ ਤਰਕ ਦੇ ਨਾਲ ਜਵਾਬ ਦੇਣਾ ਬਣਦਾ ਆ। ਤੇ ਸਾਨੂੰ ਨਾ ਕਦੇ ਸਰਕਾਰਾਂ ਤੋਂ ਖਤਰਾ ਹੋਇਆ ਹੈ, ਨਾ ਕਦੇ ਅਜੇ ਲੋਕਾਂ ਤੋਂ। ਸਾਨੂੰ ਖਤਰਾ ਉਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਪਹਿਰਾਵੇ ਦੇ ਵਿੱਚ ਸਾਡੇ ਨਾਲ ਹੁੰਦਿਆਂ ਹੋਇਆਂ ਵੀ ਕੌਮ ਦਾ ਘਾਣ ਕਰ ਜਾਂਦੇ ਵਿੱਚ ਵਿੱਚ। ਸਾਨੂੰ ਤਾਂ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਹੜੇ ਸਾਨੂੰ ਜਵਾਬ ਕਰਦੇ ਨੇ, ਸਵਾਲ ਕਰਦੇ ਨੇ, ਤੇ ਉਹ ਤਾਂ ਸਗੋਂ ਸਾਨੂੰ ਸਤਰਕ ਕਰਦੇ ਨੇ। ਉਹ ਤਾਂ ਸਾਡੀ ਜਿਹੜੇ ਆ ਗਿਆਨ ਦੇ ਵਿੱਚ ਵਾਧਾ ਕਰਦੇ। ਸਗੋਂ ਕਿਸੇ ਵੇਲੇ ਕੋਈ ਫੈਕਟ ਸਾਡੇ ਦਿਮਾਗ 'ਚ ਨਹੀਂ ਆਉਂਦਾ, ਅਸੀਂ ਉਹਦੇ ਤੋਂ ਵੀ ਚੇਤਨ ਹੋ ਜਾਂਦੇ ਹਾਂ। ਸਰ ਰਾਦਰ ਵੀ ਆਰ ਥੈਂਕਫੁਲ ਟੂ ਦੋਜ਼ ਪਰਸਨ। ਜੀ ਬਿਲਕੁਲ ਬਿਲਕੁਲ। ਜਿਹੜਾ ਕਿ ਗੱਲਾਂ ਬਾਤਾਂ ਘੱਲੂਘਾਰਾ ਜੂਨ 84 ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸੁਪੁੱਤਰ। ਮਾਤਾ ਜੀ ਆਪਾਂ ਜਾਂਦੇ ਜਾਂਦੇ ਗੱਲ ਕਰਾਂਗੇ ਜੂਨ 84 ਘੱਲੂਘਾਰਾ ਵਾਪਰਿਆ, ਉਸ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਤੇ, ਉਹ ਵੀ ਤਾਂ ਕਿਉਂਕਿ ਭੈ ਕਾਊ ਕੋ ਦੇਤਨਾ ਨਹਿ ਪੈਮਾਨ ਧਿਆਨ, ਬਹੁਤ ਸਾਰੀਆਂ ਮਾਤਾਵਾਂ ਨੂੰ ਬੀਬੀਆਂ ਨੂੰ ਥਾਣਿਆਂ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੀਆਂ ਪੱਤਾਂ ਰੋਲੀਆਂ ਗਈਆਂ ਇਸ ਪੰਜਾਬ ਦੀ ਖਾਕੀ ਵਰਦੀ ਵੱਲੋਂ। ਤੁਹਾਡੇ ਪਰਿਵਾਰ ਦੇ ਨਾਲ ਜਾਂ ਤੁਹਾਡੇ ਨਾਲ ਕੁਛ ਇਸ ਤਰ੍ਹਾਂ ਦੀ ਕੋਈ ਘਟਨਾ ਜਾਂ ਕੋਈ ਇਸ ਤਰ੍ਹਾਂ ਦੀ ਸਾਂਝ ਜਿਹੜੇ ਉਸ ਤੋਂ ਬਾਅਦ ਸਿੱਖ ਸੰਘਰਸ਼ ਦੇ ਵਿੱਚ ਨੌਜਵਾਨ ਜੂਝੇ ਉਹ ਆਏ ਹੋਣ ਜਾਂ ਕੋਈ ਵੀ, ਇਸ ਤੋਂ ਕਿ ਅਸੀਂ ਬਹੁਤ ਸਾਰੇ ਬੇਸ਼ੱਕ ਖੜਕੂ ਜਾਂ ਸਿੱਖ ਸੰਘਰਸ਼ ਦੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਰਹੇ, ਪਰ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਫਿਰ ਵੀ ਤੁਹਾਡੇ ਤੋਂ ਆਸਾਂ ਸੀ, ਜਾਂ ਆਸਾਂ ਨਹੀਂ ਬਲਕਿ ਤੁਹਾਡੇ ਤੋਂ ਅਗਵਾਈ ਚਾਹੁੰਦੇ ਸੀ ਕਿਉਂਕਿ ਸੰਤ ਜੀ ਦਾ ਪਰਿਵਾਰ ਸੀ ਜਾਂ ਤੁਸੀਂ ਸੀ, ਵੀ ਇਹਨਾਂ ਕਰਕੇ ਉਹ ਸਾਰੀ ਸੰਘਰਸ਼ ਜਿਹੜਾ ਉਸ ਤੋਂ ਬਾਅਦ ਸ਼ੁਰੂ ਹੋਇਆ। ਪੰਜਾਬ ਦੇ ਹੱਕ ਅਜੇ ਵੀ ਉੱਥੇ ਦੇ ਉੱਥੇ ਲਮਕਦੇ ਆ ਕਿਉਂਕਿ ਉਸ ਤੋਂ ਬਾਅਦ ਉਸ ਤਰ੍ਹਾਂ ਦਾ ਆਗੂ ਨਹੀਂ ਮਿਲਿਆ। ਬੇਸ਼ੱਕ ਨੌਜਵਾਨਾਂ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ, ਅੱਜ ਤੱਕ ਵੀ ਉਹ ਜਿਹੜੀ ਲਹਿਰ ਤੁਰੀ ਆਉਂਦੀ ਆ। ਕਦੇ ਤੁਹਾਨੂੰ ਪਰਿਵਾਰ ਕੋਈ ਜਿਹੜੇ ਉਸ ਸਮੇਂ ਉਸ ਤੋਂ ਬਾਅਦ ਜਿਹੜੇ ਸਿੰਘ ਜੂਝਦੇ ਸੀ ਉਹ ਤੁਹਾਡੇ ਕੋਲ ਆਏ ਹੋਣ, ਕੋਈ ਉਹਨਾਂ ਦੀ ਇਸ ਤਰ੍ਹਾਂ ਜਿਹੜੀ ਪੋਜ਼ਿਟਿਵ ਜੀ ਯਾਦ, ਜਿੱਦਾਂ ਤੁਸੀਂ ਕਹਿੰਦੇ ਗੁਰੂ ਤੇ ਭਰੋਸਾ ਸੀ ਕਿਉਂਕਿ ਉਹ ਵੀ ਲੜੇ ਆ, ਉਹ ਵੀ ਕਈਆਂ ਦੇ ਝੂਠੇ ਮੁਕਾਬਲੇ ਪੁਲਿਸ ਨੇ ਬਣਾ ਮਾਰੇ ਆ, ਕਈਆਂ ਦੀਆਂ ਬੀਬੀਆਂ ਦੀਆਂ ਪੱਤਾਂ ਰੋਲੀਆਂ, ਕੋਈ ਇਸ ਤਰ੍ਹਾਂ ਦੀ ਜੇ ਤੁਹਾਨੂੰ ਕੁਛ ਗੱਲਬਾਤ ਜ਼ਰੂਰ ਯਾਦ ਹੋਵੇ ਤੇ? ਬੇਟੇ ਮੇਰੇ ਕੋਲ ਆਉਂਦੇ ਰਹੇ ਆ, ਕਈ ਮਿਲੇ ਆ ਮੈਨੂੰ, ਹਾਂਜੀ, ਕਈ ਰਿਕੁਐਸਟ ਵੀ ਕਰਦੇ ਰਹੇ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਜੀ ਸਾਡੇ ਕੋਲ ਅਸੀਂ ਤੁਹਾਡੀ ਕਰ ਸਕਦੇ ਹਾਂ। ਮੈਂ ਕਿਹਾ ਬੇਟੇ ਅਸੀਂ ਤਾਂ ਘਰ ਬੈਠੇ ਹਾਂ, ਸਾਨੂੰ ਕਿਸੇ ਕਿਸਮ ਦੀ ਕੋਈ ਲੋੜ ਨਹੀਂ, ਤੁਸੀਂ ਆਪਣਾ ਵੇਖੋ। ਤੇ ਸਾਨੂੰ ਘੇਰੇ ਵੀ ਪੈਂਦੇ ਰਹੇ ਆ, ਸਾਡੇ ਤੇ ਪੁਲਿਸ ਛਾਪੇ ਮਾਰਦੀ ਰਹੀ ਹੈ ਔਰ ਬੰਦੇ ਵੀ ਭੇਜਦੇ ਜਿਹੜੇ ਉਹ ਇਨਕੁਆਰੀਆਂ ਕਰਦੇ, ਸਾਰਾ ਕੁਛ। ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ, ਸਾਨੂੰ ਇੱਦਾਂ ਦਾ ਕੋਈ ਟੌਰਚਰ ਨਹੀਂ ਕੀਤਾ ਗਿਆ ਵੀ ਇਹ ਸਾਨੂੰ ਥਾਣੇ 'ਚ ਲਿਜਾ ਕੇ ਰੱਖਿਆ। ਨਹੀਂ, ਤੁਹਾਨੂੰ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਹੋਣੀ ਆ ਵੀ ਤੁਸੀਂ ਹੁਣ ਕੋਈ ਛੱਡੋ ਜੀ ਸਾਈਡ ਦੇ, ਉਹਨਾਂ ਤੋਂ ਗਲਤੀ ਹੋ ਗਈ ਜਾਂ ਇੱਦਾਂ ਦੀ ਕੋਈ ਗੱਲਬਾਤ, ਕੋਈ ਬੰਦੇ ਭੇਜੇ ਹੋਣੇ ਆ? ਕਈ ਕੁਛ ਜੀ, ਇਹ ਤਾਂ ਵਾਪਰਦਾ ਹੀ ਰਿਹਾ। ਇਹ ਤਾਂ ਵੇਖੋ ਜਦੋਂ ਉਹ ਕਿਸੇ ਨਾਲ ਪੱਖਪਾਤੀ ਨਹੀਂ ਸੀ ਕਰਦੇ, ਸਾਨੂੰ ਪਤਾ ਹੈ ਸਾਡੇ ਜੀਵਨ ਸਾਥੀ ਸੀ, ਜਦੋਂ ਜੇਲ੍ਹ 'ਚ ਸੀ ਨਾ ਤੇ ਉੱਥੇ ਹਿੰਦੂ ਵੀਰ ਵੀ ਸੀ ਜੀ, ਸਿੱਖ ਵੀ ਸੀ, ਗੁਰਦਾਸਪੁਰ ਜੇਲ੍ਹ ਦੇ ਵਿੱਚ ਸੀ। ਤੇ ਉੱਥੇ ਨਾ ਜਦੋਂ ਇਹ ਘਰ ਪੈਸਾ ਨਹੀਂ ਸੀ ਸੰਗਤ ਦਾ ਦਿੰਦੇ ਹੁੰਦੇ, ਤੁਹਾਨੂੰ ਵੀ ਪਤਾ ਹੀ ਆ। ਤੇ ਜਿੰਨੇ ਇਹਨਾਂ ਨੂੰ ਮਾਇਆ ਹੋਣੀ, ਜਿਹੜੀ ਉੱਥੇ ਸੰਗਤ ਨੇ ਜਾਣਾ ਮਾਇਆ ਬਹੁਤ ਹੋਈ ਜਾਂਦੀ ਸੀ। ਤੇ ਉੱਥੇ ਇੱਕ ਗੁਰਦੁਆਰੇ ਦੀ ਹਾਲਤ ਥੋੜੀ ਖਰਾਬ ਸੀ, ਖਸਤਾ ਹੋਇਆ ਸੀ ਤੇ ਉਹ ਬਾਬਾ 1800 ਹੋ ਰਹੀ ਸੀ। ਇਹਨਾਂ ਨੇ ਆਖਿਆ ਵੀ ਆਪਾਂ ਇਹਦੀ ਰਿਪੇਅਰ ਕਰਵਾ ਲਈਏ, ਇਹਨੂੰ ਠੀਕ ਕਰਵਾ ਲਈਏ, ਅੰਦਰੋਂ ਸਾਰਾ ਕੁਝ ਫਰਸ਼ ਫੁਰਸ਼ ਬਣਾਉਣ ਵਾਲਾ ਉਹ ਬਣਾਈ। ਜਦੋਂ ਸੋਹਣਾ ਬਣ ਗਿਆ ਗੁਰੂ ਘਰ ਤੇ ਉੱਥੇ ਅਖੰਡ ਪਾਠ ਸਾਹਿਬ ਸ਼ੁਰੂ ਕਰਤਾ
ਤੇ ਹਿੰਦੂ ਵੀਰ ਕਹਿੰਦੇ ਬਾਬਾ ਜੀ ਤੁਸੀਂ ਆਪ ਦਾ ਤਾਂ ਗੁਰਦੁਆਰਾ ਬਣਾ ਲਿਆ ਤੇ ਸਾਡੀ ਜਿਹੜੀ ਆ ਮੰਦਿਰ ਆ ਇਹਦੀ ਹਾਲਤ ਹੁਣ ਸਾਡਾ ਕਿਵੇਂ ਕੌਣ ਕਰੇ। ਕਹਿੰਦੇ ਫਿਕਰ ਨਾ ਕਰੋ ਹੁਣ ਤੁਹਾਡੇ ਵੱਲ ਹੋ ਜੰਨੇ ਆ। ਤੇ ਉਹ ਜਿੱਥੇ ਆਪ ਦਾ ਗੁਰਦੁਆਰਾ ਕਰਵਾਇਆ ਉੱਥੇ ਉਹਨਾਂ ਦੀ ਗੁਰਦਾਸਪੁਰ ਜੇਲ੍ਹ 'ਚ ਮੰਦਿਰ ਵੀ ਠੀਕ ਕਰਵਾਇਆ। ਲੈ ਤੁਸੀਂ ਬਹਿ ਕੇ ਆਪ ਦਾ ਰਾਮ ਕਰੋ। ਉਹ ਪੱਖਪਾਤ ਉਹਨਾਂ ਦੇ ਵਿੱਚ ਹੈ ਨਹੀਂ ਸੀ। ਬੜੀ ਵੱਡੀ ਗੱਲ ਆ। ਜਿਹੜੇ ਕਹਿੰਦੇ ਵੀ ਭਿੰਡਰਾਂ ਵਾਲੇ ਹਿੰਦੂਆਂ ਦੇ ਵਿਰੋਧੀ ਸੀ ਜੀ, ਉਹ ਹਿੰਦੂਆਂ ਦੇ ਦੁਸ਼ਮਣ ਸੀ। ਦੇਖੋ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਿਹੜੀ ਇਹ ਘਟਨਾ ਹੈ, ਕੋਈ ਇਹ ਉਦਾਂ ਹੀ ਹਵਾ ਛੱਡਿਆ ਤੀਰ ਨਹੀਂਗਾ। ਕਾਗਜ਼ ਬੋਲਦੇ ਹੋਣਗੇ ਉਸ ਸਮੇਂ ਦੇ ਜਿਹੜੇ ਕੋਈ ਅਧਿਕਾਰੀ ਜਿਉਂਦੇ ਜਾਗਦੇ ਹੋਣਗੇ। ਉੱਥੇ ਮੰਦਿਰ ਬਣਵਾਇਆ ਗਿਆ। ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਬਾ ਠਾਰਾ ਸਿੰਘ ਆਪਦੇ ਕੋਲੋਂ ਮਾਇਆ ਲਾ ਕੇ ਜੀ ਉਹਨਾਂ ਦਾ ਮੰਦਿਰ ਬਣਵਾ ਕੇ ਬਹਿ ਕੇ ਤੁਸੀਂ ਆਪਦਾ ਰਾਮ ਕਰੋ ਜੀ। ਜੇ ਉਹਨਾਂ ਦੇ ਵਿੱਚ ਇਹਦੀਆਂ ਪੱਖਪਾਤੀਆਂ ਹੋਣ ਤੇ ਇਹਦਾ ਪੈਸਾ ਨਹੀਂ 10 ਰੁਪਏ ਕਰਦੇ ਜੇਬ ਚੋਂ। ਸਹੀ ਹੈ ਨਾ। ਇਹੋ ਜਿਹੀ ਕੋਈ ਉਹਨਾਂ ਦੇ ਮਨ 'ਚ ਇਹ ਨਹੀਂ ਸੀ ਵੀ ਇਹ ਵੱਖਰੇ ਹੋ ਸਕਦਾ ਮਗਰੋਂ ਕੋਈ ਵਿੱਚ ਐਵੇਂ ਦੇ ਬੰਦੇ ਬੜੇ ਹੋਣਾ, ਪਰ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹੀਆਂ ਕੋਈ ਵਿਚਾਰਾਂ ਨਹੀਂ ਸੀ ਜੀ। ਬਿਲਕੁਲ ਅਸੀਂ ਘਰ ਭਰ ਲਈਏ ਜਾਂ ਕੋਈ ਸਾਡੇ ਬੱਚਿਆਂ ਦੀ ਜਾਇਦਾਦ ਵੱਧ ਜਾਏ, ਕੋਈ ਫੁਰਨਾ ਹੀ ਨਹੀਂ ਸੀ। ਉਹਨਾਂ ਨੂੰ ਵੀ ਪਤਾ, ਏਜੰਸੀਆਂ ਨੂੰ ਵੀ ਪਤਾ ਹੁੰਦਾ ਵੀ ਪਰਿਵਾਰ ਨੇ ਕੀ ਲੁੱਟਿਆ ਤੇ ਕੀ ਰੱਖਿਆ। ਬਿਲਕੁਲ ਸਹੀ ਸਮਝ ਲੱਗੀ। ਮਗਰੋਂ ਵੀ ਅਸੀਂ ਇਸ ਕੰਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਏ ਹੀ ਨਹੀਂ। ਨਹੀਂ ਬਿਲਕੁਲ ਪਤਾ ਜੀ। ਲਾਸਟ ਗੱਲ ਜਦੋਂ ਜੂਨ 84 ਵਾਪਰਿਆ ਤਾਂ ਕੀ ਤੁਹਾਨੂੰ ਜਿਹੜਾ ਅੰਤਮ ਦੇਹ ਦੇ ਦਰਸ਼ਨ ਕਰਵਾਏ ਗਏ ਜਾਂ ਕੁਝ ਗੱਲਬਾਤ ਹੋਈ? ਨਹੀਂ ਬੇਟੇ ਨਹੀਂ ਕਰਵਾਏ ਗਏ। ਮੈਂ ਸਗੋਂ ਉਦੋਂ ਜਿੱਦਣ ਇਹ ਖੁੱਲਿਆ ਹੈ ਕਰਫਿਊ ਤੇ ਮੈਂ ਜਿੱਦ ਸੀ ਵੀ ਮੈਂ ਨਹੀਂ ਬਾਹਰ ਜਾਣਾ ਜੀ, ਵੀ ਮੈਂ ਤਾਂ ਅੰਦਰ ਜਾ ਕੇ ਵੇਖੂੰਗੀ ਵੀ ਕੀ ਹੈ, ਮੈਂ ਕੀ ਹੋ ਗਿਆ, ਕੋਈ ਬਚਿਆ ਹੈ ਕਿ ਨਹੀਂ ਬਚਿਆ, ਕੀ ਹੋਇਆ। ਫਿਰ ਜਿਹੜੇ ਨਾਲ ਦੇ ਸਿੰਘ ਸੀ ਉਹ ਕਹਿੰਦੇ ਵੀ ਤੁਹਾਨੂੰ ਅੰਦਰ ਕਿਹਨੇ ਜਾਣ ਦੇਣਾ ਹੈ, ਵੀ ਕਰਫਿਊ 4 ਘੰਟੇ ਦਾ ਕਰਫਿਊ ਸੀ, 3 ਘੰਟੇ ਲੰਘ ਗਏ, 1 ਘੰਟਾ ਰਹਿ ਗਿਆ। ਹਾਰ ਕੇ ਉਹ ਕਹਿਣ ਲੱਗੇ ਵੀ ਤੁਸੀਂ ਸਾਨੂੰ ਵੀ ਇੱਥੇ ਲੈ ਕੇ ਬਹਿ ਜਾਣਾ ਹੈ ਤੇ ਤੁਸੀਂ ਇੱਕ ਵਾਰੀ ਆ ਜਾਓ, ਆਪਾਂ ਦੁਬਾਰਾ ਆ ਜਾਂਦੇ ਜੀ, ਇੱਕ ਵਾਰੀ ਆਪਾਂ ਥੋੜੇ ਅੱਗੇ ਚਲੇ ਜਾਈਏ, ਦੁਬਾਰਾ ਆ ਜਾਾਂਗੇ। ਰਾਗੀ ਰਾਮ ਸਿੰਘ ਦੇ ਸਹੁਰਿਆਂ ਦੇ ਘਰ ਅਸੀਂ ਫਿਰ ਮੈਨੂੰ ਲੈ ਕੇ ਗਏ ਬਦੋ ਬਦੀ, ਤੇ ਨਾਲ ਇਹ ਆਖਿਆ ਵੀ ਆਪਾਂ ਕੱਲ ਨੂੰ ਆ ਜਾਾਂਗੇ। ਕੱਲ ਨੂੰ ਕਿੰਨੇ ਆਉਣ ਦੇਣਾ ਸੀ, ਹੈ ਨਾ। ਕੁਛ ਨਹੀਂ ਵੇਖਿਆ ਗਿਆ ਉਦੋਂ। ਇੰਨੀ ਕੁ ਜਗ੍ਹਾ ਛੱਡਦੇ ਸੀ, ਗਲੀਆਂ ਭਰੀਆਂ ਪਈਆਂ ਸੀ ਫੌਜ ਨਾਲ, ਇੱਕ ਇੱਕ ਕਰਕੇ ਲੰਘਾਉਂਦੇ ਸੀ। ਜਿਹੜਾ ਮਾਰਾ ਕਿਸੇ ਕੋਲ ਕੋਈ ਇੱਕ ਝੋਲਾ ਵੀ ਹੁੰਦਾ ਸੀ ਉਹ ਵੀ ਉੱਥੇ ਰਖਾ ਕੇ ਤੇ ਵੱਟ ਮਾਰਦੇ ਸੀ। ਤੇ ਫਿਰ ਆਹ ਕੀ ਕਿੱਧਰ ਲੈ ਕੇ ਚੱਲਿਆ, ਕੀ ਜਦੋਂ ਛੱਕ ਪੈਂਦਾ ਸੀ ਉੱਥੇ ਗੋਲੀ ਠੋਕ ਦਿੰਦੇ ਸੀ। ਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਸੀ। ਇਹ ਤੇ ਇਹਨਾਂ ਨੇ ਜਿਹੜੀ ਸਿੱਖਾਂ ਨਾਲ ਕੀਤੀ ਹੈ ਨਾ, ਵੈਸੇ ਭੁੱਲਣਯੋਗ ਇਹ ਗੱਲ ਨਹੀਂ ਹੈਗੀ। ਸਾਰੇ ਅੱਤਵਾਦੀ ਨਹੀਂ ਸੀ ਉੱਥੇ, ਸਿੱਖ ਵੀ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ। ਜਿਹੜੀ ਸੰਗਤ ਗਈ ਸੀ ਵਿਚਾਰੀ, ਬੱਚੇ ਛੋਟੇ ਛੋਟੇ, ਕੋਈ ਹਾਲ ਨਹੀਂ। ਮਾਤਾ ਜੀ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ, ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਦੀ, ਜਾਂ ਪੂਰੇ ਦਾ ਪੂਰਾ ਜਥਾ ਜਿਹੜਾ, ਉਹ ਇੱਕ ਸੰਤ ਜਰਨੈਲ ਸਿੰਘ ਸੀ। ਜਿੰਨੇ ਸ਼ਹੀਦ ਹੋਏ ਆ, ਜਿੰਨੇ ਲੜੇ, ਉਹ ਇੱਕ ਸੰਤ ਜਰਨੈਲ ਸਿੰਘ ਜੀ ਦਾ ਅਸੀਂ ਕਹਿੰਦੇ ਵੀ ਉਹ ਗੁਰੂ ਪਾਤਸ਼ਾਹ ਦੀ ਬਖਸ਼ੀ ਸੀ। ਸਾਰੇ ਸੰਤ ਸੀ, ਸਾਰੇ ਯੋਧੇ ਸੀ। ਤਾਂ ਅੱਜ ਵੀ ਬਹੁਤ ਸਾਰੇ ਸੰਤ ਵੀ ਆ, ਸੰਸਥਾਵਾਂ ਦੇ ਮੁਖੀ ਵੀ ਨੇ, ਬਹੁਤ ਸਾਰਾ ਜੀ ਸਦਕੇ ਕੰਮ ਕਰਦੇ, ਸੇਵਾ ਕਾਰਜ ਕਰਦੇ ਆ, ਪਰ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ। ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਕੋਈ ਵੀ, ਪਰ ਅਜੇ ਤੱਕ ਨਹੀਂ। ਉਹ ਜਦੋਂ ਪ੍ਰਕਰਮਾਂ ਜਾਂਦੇ ਸੀ, ਕਿਉਂਕਿ ਹੁਣ ਉਹੀ ਗੱਲ ਆ ਜਾਂਦੀ ਵੀ ਲੋਕ ਕਹਿੰਦੇ ਵੀ, ਕਿਉਂਕਿ ਅਸੀਂ ਉਹ ਗੱਲਾਂ ਜਿਹੜੇ ਲੋਕਾਂ ਦੇ ਸਵਾਲ ਨੇ, ਖਾਸ ਕਰਕੇ ਨੈਗੇਟਿਵ ਸਵਾਲ ਨੇ, ਕਹਿੰਦੇ ਵੀ ਇਹ ਤਾਂ ਲੋਕ, ਉਹਨਾਂ ਨੇ ਉੱਥੇ ਪ੍ਰਕਰਮਾਂ 'ਚ ਬੜੀ ਦਹਿਸ਼ਤ ਸੀ। ਤਾਂ ਸੰਗਤ ਕਿਵੇਂ ਮਹਿਸੂਸ ਕਰਦੀ ਸੀ? ਆਮ ਲੋਕ ਸੀ ਜਿਹੜੇ, ਉਹ ਜਦੋਂ ਇਹ ਤੁਰਦੇ ਸੀ, ਜਦੋਂ ਲੰਘਦੇ ਸੀ, ਕਿਵੇਂ ਸੰਗਤ ਦੇ ਵਿੱਚ ਕਿੰਨਾ ਕੁ ਚਾਅ ਜਾਂ ਕਿ ਡਰ ਹੁੰਦਾ ਸੀ ਲੋਕਾਂ ਦੇ ਵਿੱਚ ਵੀ ਭਿੰਡਰਾਂ ਵਾਲਾ ਆ ਗਿਆ? ਨਹੀਂ ਕੋਈ ਡਰ ਨਹੀਂ ਹੁੰਦਾ। ਇਹ ਤਾਂ ਐਵੇਂ ਹੁਣ ਅਫਵਾਹਾਂ ਬਣਾਈ ਜਾਂਦੇ ਆ। ਕਿਵੇਂ ਸੰਗਤ ਮਹਿਸੂਸ? ਲੋਕੀ ਤਾਂ ਅੱਗੇ ਹੋ ਕੇ ਫਤਿਹ ਵਜਾਉਂਦੇ ਸੀ ਤੇ ਦਰਸ਼ਨ ਕਰਨ ਲਈ ਖੜੇ ਹੁੰਦੇ ਸੀ ਉੱਥੇ। ਜਿਹੜੇ ਲੰਗਰ ਦੇ ਉੱਤੇ ਜਦੋਂ ਸੰਤ ਜਰਨੈਲ ਸੋਰੀ ਦਿੰਦੇ ਸੀ ਸਪੀਚ, ਤੇ ਉਹ ਪੌੜੀਆਂ ਹੀ ਭਰੀਆਂ ਤਾਂ ਨੂੰ ਜਾਂਦੀਆਂ ਹੁੰਦੀਆਂ ਸੀ, ਤੇ ਪੌੜੀਆਂ ਲੋਕਾਂ ਦੀਆਂ ਲੰਘਣ ਨੂੰ ਰਾਹ ਨਹੀਂ ਸੀ ਹੁੰਦਾ। ਸੰਤ ਸੱਦ ਕੇ ਲਿਆਉਂਦੇ ਸੀ ਵੀ ਆਓ ਤੁਸੀਂ, ਹੈ ਨਾ। ਇਹ ਜੀ ਕੋਈ ਗੱਲ ਨਹੀਂ। ਉਹ ਤਾਂ ਐਵੇਂ ਅਫਵਾਹਾਂ ਡਾਉਣ ਵਾਲੇ ਤੇ ਘਤੀਤਾ ਕਰਨ ਵਾਲੇ ਬੰਦੇ ਲੋਕ ਨੇ। ਬਿਲਕੁਲ। ਜਿਹੜਾ ਕਿ ਅਗਵਾਈ ਕੀਤੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੀ, ਜਿਹੜਾ ਕਿ 78 ਨਿਰੰਕਾਰੀ ਕਾਂਡ ਜਿਹੜਾ ਵਾਪਰਿਆ, ਗੁਰੂ ਡੰਮ ਪੰਜਾਬ ਦੇ ਵਿੱਚ ਪੈਰ ਪਸਾਰਦਾ, ਉਸ ਵਕਤ ਸ਼ੁਰੂ ਕੀਤਾ ਗਿਆ ਸੀ ਸਰਕਾਰਾਂ ਦੀ ਜਿਹੜਾ ਕਿ ਹੱਲਾਸ਼ੇਰੀ ਦੇ ਨਾਲ, ਉਹ ਅੱਜ ਵੀ ਬੜਾ ਆਪਦੇ ਹੱਲੇ ਬੁੱਲੇ ਦੇ ਨਾਲ ਕੰਮ ਚਲਾ ਰਿਹਾ। ਤਾਂ ਕਿਸ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਜੀ, ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਨਰਲ ਸ਼ੁਮੇਗ ਸਿੰਘ ਜੀ, ਜਿਹੜਾ ਬਾਬਾ ਠਾਰਾ ਸਿੰਘ ਜੀ, ਔਰ ਸਮੁੱਚੇ ਉਹ ਸ਼ਹੀਦ ਜਿਹੜੇ ਸਾਰੇ ਹੀ ਸੰਤ ਜਰਨੈਲ ਸਿੰਘ ਜੀ ਸੀ, ਜਿਨ੍ਹਾਂ ਦੇ ਬਹੁਤ ਸਾਰਿਆਂ ਦੇ ਅਸੀਂ ਨਾਮ ਵੀ ਸ਼ਾਇਦ ਭੁੱਲ ਜਾਂਦੇ ਆ ਜਾਂ ਸਾਨੂੰ ਯਾਦ ਵੀ ਨਾ ਹੋਣ, ਉਹ ਸਾਰੇ ਹੀ ਸਤਿਕਾਰਯੋਗ ਨੇ, ਜਿਨ੍ਹਾਂ ਦੇ ਪਰਿਵਾਰਾਂ ਨੇ ਬਰਾਬਰ ਦੀ ਸ਼ਹਾਦਤ ਦਿੱਤੀ ਹੈ। ਜਦੋਂ ਕਿਸੇ ਦਾ ਪੁੱਤ ਜਾਂ ਕਿਸੇ ਦਾ ਪਿਤਾ ਜਾਂ ਕਿਸੇ ਦਾ ਭਾਈ
ਜਾਂ ਕਿਸੇ ਦਾ ਪਤੀ ਚਲਾ ਜਾਵੇ ਤੇ ਉਹ ਪਰਿਵਾਰ ਵੀ ਜਿਹੜਾ ਉਹ ਨਾਲ ਸ਼ਹੀਦ ਹੋ ਜਾਂਦਾ ਸੀ। ਅੱਜ ਹੁਣ ਆਮ ਜ਼ਿੰਦਗੀ ਜਿਉ ਰਹੇ ਆ, ਸਾਰੀਆਂ ਸਹੂਲਤਾਂ ਸਾਡੇ ਕੋਲੇ ਆ, ਕੋਈ ਡਰ ਭੈ ਨਹੀਂ, ਕੋਈ ਖਤਰਾ ਨਹੀਂ, ਸਾਰਾ ਕੁਛ ਆ, ਤਨਖਾਹਾਂ ਵੱਜੀਆਂ, ਤਾਂ ਬੜੀ ਸੌਖੀ ਲੱਗਦੀ ਜ਼ਿੰਦਗੀ। ਤੇ ਹੁਣ ਵੀ ਜੇ ਕੋਈ ਬਿਮਾਰ ਸ਼ਮਾਰ ਹੋ ਕੇ ਚਲਾ ਜਾਵੇ ਤਾਂ ਅਸੀਂ ਕਈ ਦਿਨ ਕਈ ਸਾਲ ਰੋਂਦੇ ਰਹੇ ਨੇ ਵੀ ਚਲਾ ਗਿਆ। ਪਰ ਜਿਹੜੇ ਜੂਝ ਕੇ ਗਏ ਔਰ ਉਸ ਵਕਤ ਗਏ ਜਦੋਂ ਪਰਿਵਾਰ ਵੀ ਪਤਾ ਨਹੀਂ ਲੱਗਦਾ ਸੀ ਵੀ ਕਿਹੜੇ ਵੇਲੇ ਘੇਰਾ ਪੈ ਜਾਣਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਸੇ ਨੇ ਟੋਟੀ ਕਰ ਦੇਣੀ ਆ, ਪਤਾ ਨਹੀਂ ਸੀ ਲੱਗਦਾ ਕਿਹੜੇ ਵੇਲੇ ਕਿਸੇ ਨੇ ਗਦਾਰੀ ਕਰ ਦੇਣੀ ਆ, ਉਹਨਾਂ ਸਮਿਆਂ ਦੇ ਵਿੱਚੋਂ ਗੁਜ਼ਰੇ। ਤੇ ਉਹ ਸੱਚਮੁੱਚ ਬੜਾ ਅਭੁੱਲ ਸਮਾਂ ਸੀ। ਅਸੀਂ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਪਰਿਵਾਰ ਦੇ ਨਾਲ ਇੰਟਰਵਿਊ ਕਰ ਰਹੇ ਹਾਂ। ਮਾਤਾ ਹਰਮੀਤ ਕੌਰ ਜੀ, ਜਿਨ੍ਹਾਂ ਦੀ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਜਾਪਦਾ ਸ਼ਾਇਦ ਪਹਿਲੀ ਇੰਟਰਵਿਊ ਇਹ ਹੋਏਗੀ, ਤਾਂ ਭੈਣ ਜੀ ਵੀ ਸਾਡੇ ਨਾਲ ਮੌਜੂਦ ਨੇ। ਹੋਰ ਭੈਣ ਜੀ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਮੈਂ ਆਪਣੇ ਕੋਲੋਂ ਤਾਂ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ, ਕਾਫੀ ਕੁਝ ਕਹਿਤਾ। ਮੈਂ ਤੁਹਾਡੀ ਇੱਕ ਗੱਲ ਦਾ ਜਵਾਬ ਦੇਣਾ ਸੀ, ਸੌਰੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੌਮ ਕੋਲੇ ਲੀਡਰ ਨਹੀਂ ਹੈ ਜਾਂ ਇਸ ਤਰ੍ਹਾਂ ਸੰਤਾਂ ਦੀ ਜਾਂ ਭਾਈ ਸਾਹਿਬ ਉਹਨਾਂ ਦੀ ਸ਼ਖਸੀਅਤ ਕਿੱਦਾਂ ਦੀ ਸੀ ਵੀ ਉਹ ਕਿੰਨੇ ਲੋਕ ਉਹਨਾਂ ਦੇ ਦੁਆਲੇ ਇਕੱਠੇ ਹੋ ਜਾਂਦੇ ਸੀ। ਮੇਰੀ ਆਪਣੀ ਸੋਚ ਹੈ, ਮੇਰੀ ਇਹਦੇ ਨਾਲ ਹੋ ਸਕਦਾ ਹੈ ਕਿ ਤੁਸੀਂ ਇਹਦੇ ਨਾਲ ਸਹਿਮਤ ਨਾ ਹੋ। ਇਹ ਮੇਰਾ ਆਪਣਾ ਵਿਚਾਰ ਹੀ ਹੈ ਕਿ ਦੇਖੋ, ਇੱਕ ਉਹ ਸਮਾਂ ਦੇਖਿਆ ਤੇ ਇੱਕ ਅੱਜ ਦਾ ਸਮਾਂ ਦੇਖਿਆ। ਅੱਜ ਵੀ ਆਗੂ ਨੇ, ਮੋਢੀ ਨੇ, ਜਥੇਦਾਰ ਨੇ, ਪ੍ਰਧਾਨ ਵੀ ਨੇ, ਕਹਿ ਲਓ ਤੁਸੀਂ, ਹਾਂਜੀ, ਤੇ ਮੁਖੀ ਵੀ ਨੇ, ਹੋਰ ਕਾਫੀ ਸੰਪਰਦਾਵਾਂ ਚਲੋ ਪੰਥ ਦੀਆਂ ਚੱਲਦੀਆਂ ਨੇ, ਚੱਲਦੀਆਂ ਰਹਿਣਗੀਆਂ ਸਮੇਂ ਸਿਰ। ਸੰਤ ਜਰਨੈਲ ਸਿੰਘ ਹੋਣੀ ਜਾਂ ਭਾਈ ਅਮਰੀਕ ਸਿੰਘ ਹੋਣੀ ਇਸ ਤਰ੍ਹਾਂ ਦੇ ਯੋਧੇ ਸੀ, ਇਸ ਤਰ੍ਹਾਂ ਦੇ ਆਗੂ ਸੀਗਾ ਕਿ ਅੱਜ ਕੱਲ੍ਹ ਦੇ ਆਗੂਆਂ ਵਾਂਗੂ, ਜਿਵੇਂ ਤੁਸੀਂ ਕਹਿਤਾ ਵੀ ਦਹਿਸ਼ਤ ਲੋਕਾਂ ਨੂੰ ਜਦੋਂ ਪਰਿਕਰਮਾ 'ਚ ਤੁਰਦੇ ਸੀਗੇ, ਵੀ ਉਦੋਂ ਉਹਨਾਂ ਦੇ ਨਾਲ ਕੋਈ ਅੱਜ ਦੇ ਲੀਡਰਾਂ ਵਾਂਗੂ ਜੱਟ ਸੁਰੱਖਿਆ ਥੋੜੀ ਸੀ ਕਿ ਜਿਹੜੀ ਉਹਨਾਂ ਨੂੰ ਪਰੇ ਲੋਕਾਂ ਨੂੰ ਹਟਾਉਂਦੀ ਸੀ ਵੀ ਤੁਸੀਂ ਪਰੇ ਹਟ ਜਾਓ ਵੀ ਲੀਡਰ ਜਾ ਰਿਹਾ। ਉਹ ਤਾਂ ਇੱਕ ਆਮ ਇਨਸਾਨਾਂ ਵਾਂਗੂ ਜਦੋਂ ਵਿਚਰਦੇ ਸੀ। ਠੀਕ ਹੈ, ਸ਼ਸਤਰਧਾਰੀ ਸੀਗੇ, ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਰਕਾਰ ਜਿਹੜੀ ਸਾਨੂੰ ਜੀਣ ਨਹੀਂ ਦੇ ਰਹੀ ਤਾਂ ਉਹਨਾਂ ਨੇ ਆਤਮ ਰੱਖਿਆ ਲਈ ਆਪਣੇ ਸ਼ਸਤਰ ਰੱਖੇ। ਔਰ ਇੱਕ ਵੀ ਇਸ ਤਰ੍ਹਾਂ ਦਾ ਕਾਂਡ ਨਹੀਂ ਹੈ ਕਿ ਉਹਨਾਂ ਸ਼ਸਤਰਾਂ ਦੇ ਨਾਲ ਫੌਜ ਦੇ ਆਉਣ ਤੋਂ ਪਹਿਲਾਂ ਕਿਸੇ ਨੇ ਹੱਥੇ ਤੇ ਕੋਈ ਗੋਲੀ ਚਲਾਈ ਹੋਵੇ, ਕਿਸੇ ਦਾ ਕੋਈ ਕਤਲ ਕੀਤਾ ਹੋਵੇ, ਕਿਸੇ ਨੂੰ ਡਰਾਇਆ ਹੋਵੇ, ਕਿਸੇ ਨੂੰ ਧਮਕਾਇਆ ਹੋਵੇ, ਕੋਈ ਇਸ ਤਰ੍ਹਾਂ ਦਾ ਫੌਜਦਾਰੀ ਉਹਨਾਂ ਤੇ ਕਿਸੇ ਤੇ ਮੁਕੱਦਮਾ ਦਰਜ ਹੋਵੇ, ਜਾਂ ਸਰਕਾਰ ਕੋਲੇ ਇਸ ਤਰ੍ਹਾਂ ਦੀ ਕੋਈ ਵਾਰੰਟ ਹੋਵੇ ਜਿਹਦੇ ਵਿੱਚ ਉਹ ਸਾਬਤ ਕੀਤੇ ਗਏ ਹੋਣ ਕਿ ਇਹ ਦੋਸ਼ੀ ਨੇ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਨਿਰਮੂਲ ਏਜੰਸੀਆਂ ਵੱਲੋਂ ਫਲਾਈਆਂ ਗਈਆਂ। ਸਮਾਜਿਕ ਲੋਕਾਂ ਦਾ ਉਹਨਾਂ ਦੇ ਨਾਲੋਂ ਜਿਹੜਾ ਆ ਦੂਰੀ ਬਣਾਉਣ ਲਈ ਇਹ ਗੱਲਾਂ ਜਿਹੜੀਆਂ ਇਹ ਫਲਾਈਆਂ ਜਾਂਦੀਆਂ ਨੇ। ਤੇ ਲੀਡਰਲੈਸ ਕੌਮ ਦੀ ਗੱਲ ਕਰਦੇ ਆ ਕਿ ਸਾਡੀ ਕੌਮ ਦੇ ਵਿੱਚ ਭਾਵਨਾਵਾਂ ਦੀ ਘਾਟ ਨਹੀਂ ਹੈ। ਅੱਜ ਵੀ ਨੌਜਵਾਨ ਤੁਸੀਂ ਦੇਖੋ, ਜਿਸ ਤਰ੍ਹਾਂ 6 ਜੂਨ ਆਉਂਦੀ, ਕੋਈ ਟੀ-ਸ਼ਰਟਾਂ ਪਾਉਂਦਾ, ਉਹਨਾਂ ਦੀਆਂ ਫੋਟੋਆਂ ਦੀਆਂ 80% ਗੱਡੀਆਂ ਦੇ ਉੱਤੇ ਸੰਤਾਂ ਦੀਆਂ, ਡੈਡੀ ਹੋਣਾ ਦੀਆਂ ਫੋਟੋਆਂ ਜਿਹੜੀਆਂ ਉਹ ਲੱਗੀਆਂ ਨੇ, ਬਾਵਜੂਦ ਕਿ ਸਰਕਾਰ ਉਹਨਾਂ ਨੂੰ ਅੱਤਵਾਦੀ ਜਿਹੜਾ ਉਹ ਕਰ ਚੁੱਕੀ ਹੈ, ਐਲਾਨ ਕਰ ਚੁੱਕੀ ਹੈ, ਦੇਸ਼ ਧਰੋਹੀ ਐਲਾਨ ਕਰ ਚੁੱਕੀ ਹੈ। ਉਹਨਾਂ ਨੂੰ ਬੜੇ ਵੱਡੇ ਪੱਧਰ ਤੇ ਉਹਨਾਂ ਦੀ ਅਕਸ ਨੂੰ ਖਰਾਬ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਨੂੰ ਇੱਕ ਅਨਪੜ੍ਹ ਲੋਕਾਂ ਦਾ ਟੋਲਾ ਦੱਸਿਆ ਗਿਆ ਜਿਨ੍ਹਾਂ ਨੇ ਲੋਕ ਮਰਵਾਤੇ, ਮਾਵਾਂ ਦੇ ਪੁੱਤ ਮਰਵਾਤੇ, ਜਿਸ ਟੌਪਿਕ ਤੇ ਆਪਣੀ ਗੱਲ ਹੋਈ ਹੈ। ਪਰ ਜਦੋਂ ਉਹਨਾਂ ਦੀਆਂ ਸਪੀਚਾਂ ਹੁੰਦੀਆਂ ਸੀ ਜਾਂ ਉਹ ਕੌਮ ਦੀ ਗੱਲ ਕਰਦੇ ਸੀ, ਲੋਕਾਂ ਨੂੰ ਪਤਾ ਹੁੰਦਾ ਸੀਗਾ ਕਿ ਅੰਦਰੋਂ ਬਾਹਰੋਂ ਇਹਨਾਂ ਦੀ ਮੰਗ ਇੱਕ ਹੈ, ਇਹ ਕੌਮ ਦੀ ਗੱਲ ਕਰ ਰਹੇ ਆ। ਜਿਹੜੀ ਇਹ ਗੱਲ ਕਰ ਰਹੇ ਉਹਨਾਂ ਦੇ ਵਿੱਚ ਇਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ। ਇਸੇ ਕਰਕੇ ਆਮ ਮੁਹਾਰੇ ਨੌਜਵਾਨਾਂ ਦੀਆਂ ਵਹੀਰਾਂ, ਜੇ ਜੇਲ੍ਹ 'ਚ ਸੀਗੇ ਫਾਦਰ ਸਾਹਿਬ ਤਾਂ ਉੱਥੇ ਜਦੋਂ ਉਹਨਾਂ ਦੀ ਮੁਲਾਕਾਤਾਂ ਹੁੰਦੀਆਂ ਸੀ ਲੰਗਰ ਲੱਗ ਜਾਂਦੇ ਸੀ। ਇੰਨੇ ਲੋਕਾਂ ਦੀਆਂ ਆਪ ਮੁਹਾਰੇ ਵਹੀਰਾਂ ਘੱਟ ਕੇ ਲੋਕ ਜਿਹੜੇ ਉਹਨਾਂ ਦੇ ਇੱਕ ਝਲਕ ਪਾਉਣ ਲਈ ਤਤਪਰ ਰਹਿੰਦੇ ਸੀ, ਉਹਨਾਂ ਦੇ ਇੱਕ ਵਾਰ ਕਹਿਣ ਤੇ ਆਪਾਂ ਵਾਰਨ ਲਈ ਤਿਆਰ ਹੋ ਜਾਂਦੇ ਸੀਗੇ। ਪਰ ਦਰਅਸਲ ਉਸ ਤੋਂ ਬਾਅਦ ਵਿੱਚ ਫਿਰ ਸਾਨੂੰ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਘਾਟ ਵੀ ਤਾਂ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਸਭ ਆਪੋ ਆਪਣੀ ਥਾਈਂ ਲੀਡਰ ਕਰ ਰਹੇ ਨੇ ਆਪਣੀ ਯਥਾ ਸ਼ਕਤੀ ਅਨੁਸਾਰ, ਆਪਣੀ ਬੁੱਧੀ ਦੇ ਅਨੁਸਾਰ, ਉਹ ਉਹਨਾਂ ਨੂੰ ਮੁਬਾਰਕ ਹੈ। ਪਰ 84 ਦੇ ਵਿੱਚ ਜਿਹੜੀ ਲੀਡਰਸ਼ਿਪ ਸਾਡੇ ਕੋਲੋਂ ਗਵਾਚ ਗਈ ਨਾ, ਕੌਮ ਦੀ ਤਰਾਸਦੀ ਹੈ ਇਹ ਕਿ ਜਿਹੜੀ ਲੀਡਰਸ਼ਿਪ ਸਾਡੇ ਕੋਲੋਂ ਚਲੇਗੀ, ਉਹ ਹਾਈਟਸ ਆਫ ਲੀਡਰਸ਼ਿਪ ਇੰਨੀ ਵੱਡੀ ਤੈਅ ਕਰ ਗਈ ਹੈ ਨਾ, ਅਸਲ ਦੇ ਵਿੱਚ ਉਹ ਪੈਮਾਨਾ ਹੀ ਐਡਾ ਵੱਡਾ ਹੋ ਗਿਆ ਕਿ ਉਸ ਪੈਮਾਨੇ ਦੇ ਵਿੱਚ ਹਜੇ ਤੱਕ ਕੋਈ ਲੀਡਰ ਫਿੱਟ ਨਹੀਂ ਹੋ ਰਿਹਾ। ਆਪੋਂ ਬਣਿਆ ਕੌਮੀ ਲੀਡਰ ਤਾਂ ਬਹੁਤ ਨੇ, ਪਰ ਸਰਬ ਪ੍ਰਵਾਨਿਤ ਲੀਡਰ, ਕੌਮੀ ਲੀਡਰ ਉਦੋਂ ਹੀ ਆਏਗਾ ਜਦੋਂ ਉਸ ਪੈਮਾਨੇ ਵਿੱਚ ਫਿੱਟ ਹੋਣ ਵਾਲਾ ਕੋਈ ਸ਼ਖਸੀਅਤ ਗੁਰੂ ਸਾਹਿਬ ਭੇਜਣਗੇ, ਫਿਰ ਕੌਮ ਨੂੰ ਉਹਦਾ ਲੀਡਰ ਮਿਲ ਜਾਏਗਾ। ਕੌਮ ਵਿੱਚ ਜਜ਼ਬਾਤਾਂ ਦੀ ਘਾਟ ਨਹੀਂ, ਕੌਮ ਦੇ ਵਿੱਚ ਜਜ਼ਬਿਆਂ ਦੀ ਘਾਟ ਨਹੀਂ। ਕੌਮ ਅੱਜ ਵੀ ਲੜਨ ਮਰਨ ਨੂੰ ਤਿਆਰ ਹੈ। ਜਦੋਂ ਵੀ ਸਾਡੇ ਤੇ ਹੁਣ ਦੇਖੋ ਬਰਗਾੜੀ ਵਾਲਾ ਕਾਂਡ ਹੋਇਆ ਸੀ, ਇੱਕ ਆਵਾਜ਼ ਤੇ ਕੌਮ ਨੇ ਮੋਰਚੇ ਲਾ ਦਿੱਤੇ, ਥਾਵਾਂ ਤੇ ਕੌਮ ਨੇ ਰਾਹ ਬਲੌਕ ਕਰਤੇ। ਪਰ ਦੁੱਖ ਤਰਾਸਦੀ ਇਸ ਗੱਲ ਦੀ ਹੈ ਨਾ ਕਿ ਅੱਗੇ ਲੱਗਣ ਵਾਲਿਆਂ ਦੇ ਵਿੱਚ ਉਹਨਾਂ ਨੂੰ ਸੰਤ ਜਰਨੈਲ ਸਿੰਘ ਵਰਗਾ, ਭਾਈ ਅਮਰੀਕ ਸਿੰਘ ਵਰਗਾ ਕੋਈ ਸ਼ਖਸੀਅਤ ਨਹੀਂ ਦਿਸਦੀ ਜਿਹੜੀ ਕਹਿਣੀ ਤੇ ਕਰਨੀ ਦੀ ਪੂਰੀ ਹੋਵੇ।
ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸਰਕਾਰਾਂ ਨੇ ਵੀ ਜ਼ੋਰ ਲਾਏ, ਵਿਚੋਲਿਆਂ ਨੇ ਵੀ ਕੋਸ਼ਿਸ਼ ਕੀਤੀ ਕਿ ਸੰਤ ਜੀ ਆਪਾਂ ਗ੍ਰਿਫਤਾਰੀ ਦੇ ਦਈਏ। ਇਹ ਇੰਨਾ ਸਰਕਾਰ ਬਜਿੱਦ ਹੈ, ਮਤਲਬ ਕਾਫੀ ਲੈਸ ਹੋ ਕੇ ਟੈਂਕ ਆ ਗਏ ਆ, ਗੰਨਾ ਇੰਨੀ ਕਮਾਂਡੋ ਨੇ ਘੇਰ ਲਿਆ ਆ, CRP ਦਾ ਘੇਰਾ ਪੈ ਗਿਆ, ਯੁੱਧ ਹੋਣਾ ਲਾਜ਼ਮੀ ਆ, ਤੁਸੀਂ ਤੁਹਾਡਾ ਬਚਾਅ ਜ਼ਰੂਰੀ ਆ। ਪਰ ਸੰਤਾਂ ਨੇ, ਭਾਈ ਸਾਹਿਬ ਨੇ ਗੱਲ ਇੱਕੋ ਹੀ ਸੀਗਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਚੁੱਕੇ ਹਾਂ, ਗੁਰੂ ਚਰਨਾਂ ਵਿੱਚ ਅਰਦਾਸ ਕਰਤੇ, ਅਸੀਂ ਆਪਣੇ ਕਾਦਤ ਤੋਂ ਪਿੱਛੇ ਨਹੀਂ ਹਟਾਂਗੇ, ਅਸੀਂ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟਾਂਗੇ। ਇਹ ਕਹਿਣੀ ਕਰਨੀ ਦਾ ਪੂਰਾ ਜਦੋਂ ਸਿੱਖ ਕੌਮ ਨੂੰ ਕੋਈ ਲੀਡਰ ਮਿਲ ਗਿਆ ਤੇ ਆਪਣੇ ਆਪ ਹੀ ਫਿਰ ਕੌਮ ਨੇ ਲੀਹਾਂ ਤੇ ਆ ਜਾਣਾ। ਅਰਦਾਸ ਕਰਦੇ ਹਾਂ ਕਿ ਉਹ ਦਿਨ ਛੇਤੀ ਆਵੇ, ਇਹ ਕੌਮ ਨੂੰ ਉਸੇ ਤਰ੍ਹਾਂ ਦਾ ਕਦਬੁੱਤ ਦਾ ਗੁਰੂ ਸਾਹਿਬ ਕੋਈ ਉੱਪਰੋਂ ਧੁਰ ਦਰਗਾਹੀ ਡਿਊਟੀ ਲਾ ਕੇ ਕੋਈ ਲੀਡਰ ਭੇਜਣ। ਜੀ ਬਿਲਕੁਲ, ਇਹ ਸਾਡੀ ਅਰਦਾਸ ਹੈ। ਬਹੁਤ ਕਮਾਲ ਦੀ ਬਿਲਕੁਲ ਜਿਹੜੀ ਗੱਲ ਭੈਣ ਜੀ ਨੇ ਕੀਤੀ ਹੈ ਵੀ ਜੋ ਪੈਮਾਨਾ ਜਾਂ ਜੋ ਕੱਦ ਉਹਨਾਂ ਆਗੂਆਂ ਦਾ ਸੀ, ਪੰਥਕ ਲੀਡਰਾਂ ਦਾ ਸੀ, ਪੰਥਕ ਆਗੂਆਂ ਦਾ ਸੀ, ਉਹ ਉਹਦਾ ਹਾਣੀ ਸਾਨੂੰ ਮਿਲਿਆ ਨਹੀਂ। ਬਹੁਤ ਸਾਰੇ ਮੋਰਚੇ, ਬਹੁਤ ਸਾਰੇ ਧਰਨੇ, ਬਹੁਤ ਸਾਰੇ ਸੰਘਰਸ਼ ਉਸ ਤੋਂ ਬਾਅਦ ਵਿੱਢੇ ਗਏ ਆ, ਪਰ ਸੰਤ ਜਰਨੈਲ ਸਿੰਘ ਜੀ ਜਾਂ ਬਾਕੀ ਯੋਧਿਆਂ ਦੇ ਨਾਲ ਬਰਾਬਰ ਦੀ ਫੋਟੋ ਐਡਿਟ ਕਰ ਲੈਣੀ ਬੜਾ ਸੌਖਾ ਕੰਮ ਆ, ਪਰ ਉਹਦਾ ਬਣ ਕੇ ਵਿਖਾਉਣਾ ਬੜਾ ਔਖਾ ਕੰਮ ਆ। ਤੇ ਮੈਨੂੰ ਯਾਦ ਆ ਗਈ ਗੱਲ ਵੀ ਜਿਹੜੀਆਂ ਗੱਲਾਂ ਹੁਣ ਸਰਕਾਰ ਕਰ ਰਹੀ ਆ, ਆਖਿਰ ਕਾਰਨ ਕੀ ਸੀ? ਸੱਚਮੁੱਚ ਜਿਹੜੀਆਂ ਗੱਲਾਂ ਨੈਗੇਟਿਵ ਮੈਂ ਸਵਾਲ ਕੀਤੇ ਆ, ਕਿਉਂਕਿ ਲੋਕਾਂ ਦੇ ਸਵਾਲ ਅਸੀਂ ਆਮ ਹੀ, ਕਿਉਂਕਿ ਮੀਡੀਆ 'ਚ ਅਸੀਂ ਦੇਖਦੇ ਹਾਂ ਸਾਡੇ ਵੀਰ ਭਰਾ ਨੇ ਕਈ ਦਸਤਾਰਾਂ ਵਾਲੇ ਆ, ਸਾਡੇ ਆਗੂ ਆ, ਜਾਂ ਅਸੀਂ ਤਾਂ ਸਾਰਿਆਂ ਨੂੰ ਵੀਰ ਭਰਾ ਸਮਝਦੇ, ਸਾਰੇ ਹੀ ਕਰ ਰਹੇ ਵੀ ਵੇਖੋ ਜੀ ਇਹ ਇਸ ਤਰ੍ਹਾਂ ਸੀ, ਹਥਿਆਰ ਚੁੱਕਦੀ ਇੱਦਾਂ ਉੱਦਾਂ ABC ਗੱਲਾਂ ਕਰਦੇ, ਪਰ ਆਖਿਰ ਨੂੰ ਮੰਗਾਂ ਕਿਹੜੀਆਂ ਸੀ? ਸੰਤ ਜਰਨੈਲ ਸਿੰਘ ਜੀ ਜਾਂ ਭਾਈ ਅਮਰੀਕ ਸਿੰਘ ਜੀ ਸ਼ਹੀਦ, ਜਿਹੜੇ ਕਿ ਖਾਲਸਾ ਕਾਲਜ ਦੇ ਉਸ ਵਕਤ ਦੇ ਟੌਪ ਦੇ ਵਿਦਿਆਰਥੀ ਸੀਗੇ, ਤੇ ਉਹ ਵੀ ਇੱਧਰ ਨਾ ਆਉਂਦੇ ਤੇ ਹੁਣ ਨੂੰ ਮੁੱਖ ਮੰਤਰੀ ਤੋਂ ਤਾਂ ਹੁੰਦੇ, ਦੁਨੀਆ ਦੇ ਵਿੱਚ ਨਾਮ ਹੁੰਦਾ। 84 ਦੇ ਵਿੱਚ PhD ਕਰ ਰਹੇ ਸੀਗੇ। ਖੈਰ ਹੈ ਨਾ, ਤਾਂ ਮੰਗਾਂ ਕਿਹੜੀਆਂ ਸੀ? ਮੰਗਾਂ ਉਹੀ ਸੀ ਜਿਹੜੀਆਂ ਅੱਜ ਸਰਕਾਰ ਜ਼ੋਰ ਲਾ ਰਹੀ ਆ। ਬਲਾਤਕਾਰ ਜਿਹੜੇ ਬੱਚੀਆਂ ਦੇ ਸ਼ਰੇਆਮ ਇਸ ਮੁਲਕ ਸਭ ਤੋਂ ਵੱਧ, ਦੁਨੀਆ ਦੇ ਸਭ ਤੋਂ ਵੱਧ, ਜੇ ਤੁਸੀਂ ਰੇਸ਼ੋ ਦੇਖੋ ਤਾਂ ਇੰਡੀਆ ਵਿੱਚ ਸਭ ਤੋਂ ਵੱਧ ਆ। ਭ੍ਰਿਸ਼ਟਾਚਾਰ ਸਭ ਤੋਂ ਵੱਧ ਆ, ਪਾਣੀ ਇੱਥੇ ਦੱਬਿਆ ਜਾ ਰਿਹਾ, ਸ਼ਰਾਬ ਦਾ ਕੀ, ਨਸ਼ਿਆਂ ਦਾ ਇੱਥੇ ਜਿਹੜਾ ਦਰਿਆ ਵਹਿ ਰਿਹਾ। ਇੱਕ ਮਹੀਨੇ ਦੇ ਵਿੱਚ 30 40 100 ਦੇ ਲਗਭਗ ਵੀ ਪਿਛਲੇ ਜਿਹੜੇ 3 ਸਾਲਾਂ ਦੇ ਵਿੱਚ ਜਿਹੜੀਆਂ ਮੌਤਾਂ ਉਹ ਚਿੱਟੇ ਕਾਲੇ ਕਰਕੇ ਹੋਈਆਂ। ਇਹ ਮੰਗਾਂ ਜਿਹੜੀਆਂ ਉਹਨਾਂ ਯੋਧਿਆਂ ਦੇ ਸੀ, ਪਰ ਇਹ ਆ ਫਰਕ ਵੀ ਉਹ ਸੱਚਮੁੱਚ ਇਹ ਮੰਗਾਂ ਮਨਵਾਉਣਾ ਚਾਹੁੰਦੇ ਸੀ, ਔਰ ਜਿਹੜੇ ਹੁਣ ਵਾਲੇ ਲੀਡਰ ਆ ਇਹ ਕੇਵਲ ਇਹ ਮੁੱਦਾ ਬਣਾ ਕੇ ਵੋਟਾਂ ਲੈਣਾ ਚਾਹੁੰਦੇ ਆ, ਆਪਦੀ ਵਾਹ ਖੱਟਣੀ ਚਾਹੁੰਦੇ ਆ। ਮਾਤਾ ਜੀ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਮੈਂ ਜਾਂਦੀ ਜਾਂਦੀ ਕਹਿਣਾ ਚਾਹੁੰਦੀ ਹਾਂ ਵੀ ਗੁਰੂ ਮਹਾਰਾਜ ਦੇ ਵੇਲੇ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਨੇ 18 ਜੰਗਾਂ ਲੜੀਆਂ ਜੀ। ਆਪ ਉਹ ਚੜ੍ਹ ਕੇ ਕਿਸੇ ਨਾਲ ਜੰਗ ਤੇ ਪਹਿਲੋਂ ਨਹੀਂ ਉਹਨਾਂ ਨੇ ਵਾਅਦਾ ਕੀਤਾ। ਬਿਲਕੁਲ। ਜਦੋਂ ਸਿਰ ਤੇ ਆਣ ਪਏ ਉਦੋਂ ਤਾਂ ਫਿਰ ਮਹਾਰਾਜ ਕਹਿੰਦੇ ਆ ਵੀ ਸਹਿਣਾ ਵੀ ਪਾਪ ਹੈ। ਬਿਲਕੁਲ। ਕਿਸੇ ਤੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਉਹਨਾਂ ਨੇ ਆਪਣੀ ਰੱਖਿਆ ਵਾਸਤੇ ਜਾਂ ਆਪਣੀ ਇਸ਼ਟ ਦੀ ਰੱਖਿਆ ਵਾਸਤੇ ਉਹਨਾਂ ਨੇ ਜੰਗਾਂ ਲੜੀਆਂ, ਇਹਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੀ, ਸਮਝ ਲੱਗੀ? ਜੋ ਉਹਨਾਂ ਨੇ ਕੀਤਾ ਹੈ ਉਹ ਧੁਰਦਰਗਾਹੋਂ ਉਹਨਾਂ ਦੀਆਂ ਲੱਗੀਆਂ, ਉਹਨਾਂ ਦੀਆਂ ਡਿਊਟੀਆਂ ਨਾਲ ਉਹਨਾਂ ਨੇ ਕੀਤਾ ਹੈ, ਉਹ ਧਰਮੀ ਸੀ। ਬਿਲਕੁਲ। ਜੋ ਮਰਜ਼ੀ ਕੋਈ ਕਰੀਏ, ਕਿਸੇ ਦੇ ਪੁੱਤ ਮਰਵਾਤੇ, ਉਹਨਾਂ ਨੇ ਕਿਸੇ ਦਾ ਪੁੱਤ ਫੜ ਕੇ ਨਹੀਂ ਮਰਵਾਇਆ। ਪੁੱਤ ਨਾਲ ਲੱਗੇ ਗਏ ਹੀ ਨਹੀਂ। ਜੀ ਬਿਲਕੁਲ। ਆ ਇੱਥੇ ਦਰਸ਼ਨ ਸਿੰਘ ਬੇਟਾ ਅਜੇ ਵੀ ਉਹ ਜਿਉਂਦਾ ਹੈ ਜੀ। ਉਹਦਾ ਤਾਇਆ ਜੀ ਉਹ ਸਰਪੰਚ ਸੀ, ਚੰਗੇ ਘਰ ਦੇ ਖਾਨਦਾਨ ਦੇ ਸੀ, ਤੇ ਉਹਨਾਂ ਨੇ ਤੁਹਾਡੇ ਭਾਈ ਸਾਹਿਬ ਦੇ ਨਾਲ ਉਹਨੂੰ ਰੱਖਿਆ ਸੀ ਗਨਮੈਨ ਜੀ। ਉਹ 3 ਕੁ ਦਿਨ ਪਹਿਲੋਂ ਗਏ ਤਾਂ ਉਹਨੂੰ ਕਹਿੰਦੇ ਭਾਈ ਤੁਸੀਂ ਆਪਣਾ ਬੇਟਾ ਲੈ ਜਾਓ। ਉਹ ਕਹਿੰਦੇ ਕਿਉਂ ਭਾਈ ਅਮਰੀਕ ਸਿੰਘ ਜੀ, ਇਹ ਕੀ ਗੱਲ? ਕਹਿੰਦੇ ਭਾਈ ਇੱਥੇ ਹੱਲਾ ਗੁੱਲਾ ਹੋਣ ਵਾਲਾ, ਪਤਾ ਨਹੀਂ ਫਿਰ ਇਹਨੇ ਮੈਨੂੰ ਚੁੱਕਣਾ ਜਾਂ ਮੈਂ ਇਹਨੂੰ ਚੁੱਕਣਾ, ਤੇ ਫਿਰ ਤੁਸੀਂ ਰੋਵੋਗੇ ਵੀ ਸਾਡਾ ਮੁੰਡਾ ਮਰਵਾਤਾ। ਉਹ ਵਿਚਾਰਾ ਹੱਥ ਜੋੜ ਕੇ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ। ਜੇ ਰਿਹਾ ਤੇ ਤੁਹਾਡੇ ਨਾਲ, ਤੇ ਜੇ ਸ਼ਹੀਦ ਹੋਊਗਾ ਤੇ ਤੁਹਾਡੇ ਨਾਲ ਹੋਊ। ਉਹ ਜੋਧਪੁਰ 5 ਸਾਲ ਰਹਿ ਕੇ ਆਇਆ ਤੇ ਅਜੇ ਉਹ ਸਾਡੇ ਨਾਲ ਉੱਥੇ, ਉਹ ਦਰਸ਼ਨ ਸਿੰਘ ਲੁਬਾਣਾ ਜਿਹੜਾ, ਉਹ ਅਜੇ ਵੀ ਸਾਡੇ ਨਾਲ ਅਟੈਚ ਨੇ ਉਹ ਮੁੰਡੇ। ਇਹ ਹੁਣ ਸਿੱਖਾਂ ਨੇ, ਜਿਹੜੇ ਸਿੱਖਾਂ ਦੇ ਕੰਮ ਜੋ ਮਾਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ 'ਚ ਪਾਇਆ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਸਾਡੇ ਸਮੁੰਦਰੋਂ 7 ਸਮੁੰਦਰੋਂ ਪਾਰ ਸਿੱਖ ਲੜੇ ਆ। ਜਦੋਂ ਉਹ ਵਿਸ਼ਵ ਯੁੱਧ ਹੋਇਆ, ਵਿਸ਼ਵ ਯੁੱਧ ਨਹੀਂ ਹੋਇਆ ਆਪਣਾ ਇੰਗਲੈਂਡ ਦੇ ਵਿੱਚ, ਉੱਥੇ ਜਾ ਕੇ ਜਦੋਂ ਮੈਂ ਪਹਿਲੀ ਵਾਰ ਗਈ ਤੇ ਮੈਂ ਉਹ ਫੋਟੋਆਂ ਵੇਖੀਆਂ, ਮੇਰਾ ਤਾਂ ਲੂੰ ਕੰਡਾ ਖੜਾ ਹੋ ਗਿਆ। ਮੈਂ ਕਿਹਾ ਉਹ ਸਾਡੇ ਬੜੇ ਵੱਡੇ ਯੋਧੇ ਸੂਰਮੇ ਇੱਥੇ ਆ ਕੇ ਵੀ ਜੰਗਾਂ ਜੁੱਧ ਲੜ ਗਏ, ਹੈ ਨਾ। ਜੇ ਤਾਂ ਤੁਹਾਡੇ ਵੱਲੋਂ ਜੰਗ ਲੜ ਕੇ ਸਰਕਾਰ ਨਾਲ ਰਲ ਕੇ ਲੜੀ ਜਾਵੇ ਤੇ ਉਹ ਸੂਰਮੇ ਆ, ਤੇ ਜੇ ਕੋਈ ਆਪਣੇ ਹੱਕ ਨਾਲ ਲੜਦਾ ਫਿਰ ਅੱਤਵਾਦੀ ਆ। ਇਹ ਸਾਡੀ ਸੋਚ ਹੀ ਗਲਤ ਹੈ। ਇਹ ਸਾਨੂੰ ਗਲਤ ਕਹਿੰਦੇ ਆ, ਇਹ ਇਹਨਾਂ ਦੀ ਸੋਚ ਗਲਤ ਹੈ। ਮੱਲਾਂ ਦਾ ਮਾਰੀਆਂ ਉਹ 7 ਸਮੁੰਦਰੋਂ ਪਾਰ ਵੀ ਸਾਡੇ ਸਿੱਖਾਂ ਨੇ ਮਾਰੀਆਂ, ਵੇਖੋ ਜਾ ਕੇ ਉੱਥੇ ਵਿਲੱਖਣਤਾ ਕਾਇਮ ਉੱਥੇ
ਔਰ ਮੈਂ ਇਹ ਵੀ ਗੱਲ ਕਰਨਾ ਚਾਹੁੰਦੀ ਹਾਂ, ਕਾਮਯਾਬ ਉਹ ਹੁੰਦੇ ਜਿਹੜੇ ਧਰਮ ਤੇ ਵੀ ਕਾਮਯਾਬ ਹੋਣ, ਆਪਦੇ ਧਰਮ ਹੋਵੇ ਜਿਨ੍ਹਾਂ ਦੇ ਵਿੱਚ। ਉਹ ਸਾਡੇ ਸਿੱਖਾਂ ਨੇ ਉੱਥੇ ਵੀ ਜਾ ਕੇ ਵੇਖ ਲਓ ਵੀ ਉਹਨਾਂ ਨੇ ਜਦੋਂ ਜੰਗ ਯੁੱਧ ਵਿਸ਼ਵ ਸਮੇਂ ਲੜੀ ਆ, ਉਹਨਾਂ ਨੇ ਆਖਿਆ ਵੀ ਅਸੀਂ ਆਪਦੀ ਮਰਜ਼ਾਦਾ ਨਾਲ ਲੜਨੀ ਆ। ਜਿਹੜੀ ਜਿੱਥੇ ਉਹ ਆਪਦੀ ਠਰਾ ਕਰਦੇ ਸੀ ਜਾਂ ਆਪਣੀ ਉਹ ਕੈਂਪ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ, ਆਪਦਾ ਨਿਤਨੇਮ ਕਰਕੇ, ਪੂਰੀ ਆਪਦੀ ਰਹਿਰਸ ਕਰਕੇ ਜਦੋਂ ਉਹ ਆਪਦਾ ਜੰਗਾਂ ਜੁੱਧਾਂ ਲੜੀਆਂ ਤਾਂ ਉਹ ਜਿੱਤੀ ਗਈ, ਹੈ ਨਾ। ਅੱਜ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਉਹਨਾਂ ਦੇ ਉੱਥੇ ਲਿਖੇ ਪਏ ਆ, ਕਿਹੜੇ ਏਰੀਏ ਦਾ, ਕਿੰਨਾ ਐਜੂਕੇਸ਼ਨ, ਮਾਂ ਪਿਓ ਦਾ ਨਾਂ। ਉੱਥੇ ਜਾ ਕੇ ਅਜੇ ਵੀ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਸਾਡੇ ਇੱਥੇ ਵੀ ਬੈਠੇ ਆ ਸੂਰਮੇ ਯੁੱਧ ਕਰਕੇ। ਬਿਲਕੁਲ ਇੱਕ ਬੜੀ ਵੱਡੀ ਗੱਲ ਹੈ। ਨਾਲ ਹੀ ਮਾਤਾ ਜੀ ਗੱਲ ਜਿਹੜੇ ਖਾਸ ਕਰ ਭਾਰਤ ਪੱਖੀ ਲੋਕ ਆ ਜਾਂ ਭਾਰਤ ਪੱਖੀ ਮੀਡੀਆ ਹੈ, ਸਾਰੇ ਕਹਿੰਦੇ ਵੀ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀ ਅਮਰੀਕ ਸਿੰਘ ਫੈਡਰੇਸ਼ਨ ਵਾਲਾ, ਉਹਨੇ ਬੜੇ ਸਾਥੀ ਨਾਲ ਆਪਦੇ ਤਿਆਰ ਕੀਤੇ ਸੀ, ਤੇ ਹੋਰ ਜਿਹੜੇ ਉੱਥੇ ਅੱਤਵਾਦੀ ਲੁਕੇ ਸੀ। ਪਰ ਉਹਨਾਂ ਤੋਂ ਇਲਾਵਾ 40 ਦੇ ਲਗਭਗ ਹੋਰ ਗੁਰਦੁਆਰੇ ਸਾਹਿਬਾਨਾਂ ਦੇ ਉੱਤੇ ਹਮਲਾ ਹੋਇਆ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਇੱਥੇ ਸੰਤ ਜਰਨੈਲ ਸਿੰਘ ਜੀ ਸਾਥੀ ਸੀ, ਬਾਕੀਆਂ ਥਾਵਾਂ ਤੇ ਹਮਲਾ ਜਿਹੜਾ ਉਸੇ ਮੁਲਕ ਦੀ ਆਰਮੀ ਨੇ ਕੀਤਾ ਜਿਸ ਮੁਲਕ ਨੂੰ ਬਚਾਉਣ ਖਾਤਰ 86% ਕੁਰਬਾਨੀਆਂ ਸਾਡੇ ਵਡੇਰਿਆਂ ਨੇ ਦਿੱਤੀਆਂ? ਇਹ ਇੱਕ ਜਾਣਬੁੱਝ ਕੇ ਪਲਾਨ ਬਣਾਇਆ ਇਹਨਾਂ ਨੇ ਜੀ। ਜੀ ਸੰਤ ਜਰਨੈਲ ਸਿੰਘ ਤਾਂ ਇੱਥੇ ਸੀ ਤੇ ਨਾਲ ਉਹਦੇ ਅੱਤਵਾਦੀ, ਚਲੋ ਇਹ ਮੰਨਦੇ ਆ, ਹਨਾ, ਇਹਨਾਂ ਦੀ ਭਾਸ਼ਾ ਹੈ ਵੀ ਅੱਤਵਾਦੀ ਸੀ, ਤੇ ਬਾਕੀ ਦੇ ਗੁਰਦੁਆਰਿਆਂ ਦੇ ਵਿੱਚ ਤਾਂ ਕੋਈ ਨਹੀਂ ਸੀ ਹੈਗੇ ਜੀ। ਉਹਨਾਂ ਤੇ ਇਹਨਾਂ ਨੇ ਤਸ਼ੱਦਦ ਢਾਏ, ਜਿਹੜੀ ਸੰਗਤ ਉੱਥੇ ਆਪਾਂ ਹੁਣ ਮੁਕਤਸਰ ਸਾਹਿਬ ਵੇਖਦੇ ਹਾਂ ਵੀ 3-3 ਦਿਨ ਉਹਨਾਂ ਨੂੰ ਉੱਥੇ ਪ੍ਰਕਰਮਾਂ 'ਚ ਹੀ ਰੱਖਿਆ ਧੁੱਪੇ ਜੀ। ਤੇ ਕੁਛ ਕਹਿ ਨਹੀਂ ਸਕਦੇ ਕੀ ਇਹਨਾਂ ਦੀ ਪਲਾਨ ਕੀ ਹੈ ਜੀ। ਬਿਲਕੁਲ, ਜਿਹੜੀ ਕਿ ਮਗਰ ਕੈਸੀ ਭਾਵਨਾ ਸੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਬਿਲਕੁਲ ਜਿੱਦਾਂ ਮਾਤਾ ਜੀ ਨੇ ਕਿਹਾ ਵੀ ਜੰਗਾਂ ਜਿਹੜੀਆਂ ਬਾਰਡਰਾਂ ਤੇ ਹੁੰਦੀਆਂ, ਹੱਦਾਂ ਸਰਹੱਦਾਂ ਤੇ ਹੁੰਦੀਆਂ, ਦੇਸ਼ਾਂ ਦੇ ਆਪਸੀ ਰੌਲੇ, ਜ਼ਮੀਨਾਂ ਨੂੰ ਲੈ ਕੇ ਮਸਲੇ ਹੁੰਦੇ ਆ, ਪਰ ਕਦੇ ਧਾਰਮਿਕ ਸਥਾਨਾਂ ਨੂੰ ਇਸ ਤਰ੍ਹਾਂ ਘੇਰਿਆ ਦੇਖਿਆ ਨਹੀਂ ਸੀ। ਤਾਂ ਫਿਰ ਉਹੀ ਸਮਾਂ ਸਾਨੂੰ ਯਾਦ ਆਉਂਦਾ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਹੋਇਆ ਮੁਗਲ ਫੌਜ ਨੇ, ਦੁਸ਼ਟਾਂ ਨੇ, ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੁਛ ਗਿਣਤੀ ਦੇ ਸਿੱਖ ਉਹਨਾਂ ਦੇ ਨਾਲ ਆ, ਤੇ ਉਹ ਬੜੀ ਬਹਾਦਰੀ ਦੇ ਨਾਲ ਜੂਝੇ ਆ। ਅੱਜ ਵੀ ਅਸੀਂ ਜਦੋਂ ਇਤਿਹਾਸ ਯਾਦ ਕਰਦੇ ਹਾਂ ਤੇ ਮਾਣ ਹੁੰਦਾ। ਤੇ ਉਸੇ ਤਰ੍ਹਾਂ ਦੀ ਜਿਹੜੀ ਘਟਨਾ ਮੁੜ ਤੋਂ ਵਾਪਰੀ ਹੈ, ਉਸੇ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ, ਉਸੇ ਪਾਤਸ਼ਾਹ ਦੇ ਉਸ ਜਿਹੜਾ ਕਿ ਪ੍ਰਕਰਮਾਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ। ਅਸੀਂ ਭੈਣ ਜੀ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਅਸੀਂ 21ਵੀਂ ਸਦੀ 'ਚ ਆ ਗਏ ਆ, ਜਿੱਥੇ ਕਹਿੰਦੇ ਜੀ ਲੋਕਤੰਤਰ ਆ, ਹਰੇਕ ਨੂੰ ਆਪਣੀ ਗੱਲ ਕਰਨ ਦਾ ਹੱਕ ਆ, ਬੜੀ ਗਾਂਹ ਵੱਧ ਗਈ ਆ, ਸਾਇੰਸ ਆ, ਬਹੁਤ ਕੁਛ ਹੈ। ਤੁਸੀਂ ਕੀ ਮੰਨਦੇ ਹੋ? ਅੱਜ ਦੀ ਗੱਲ ਕਰੀਏ ਤਾਂ ਘੱਲੂਘਾਰਾ ਜੂਨ 1984 ਨੂੰ ਤੁਹਾਡੇ ਪਿਤਾ ਜੀ ਸ਼ਹੀਦ ਹੋਏ ਨੇ। ਕੌਮ ਵਾਸਤੇ ਬਹੁਤ ਸਤਿਕਾਰ ਹੈ, ਔਰ ਤੁਸੀਂ ਕਿਸਮਤ ਵਾਲੇ ਹੋ ਕਿ ਤੁਸੀਂ ਇੱਕ ਸ਼ਹੀਦ ਦੀ ਧੀ ਹੋ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਸ ਗੱਲ ਨੂੰ? ਸਭ ਤੋਂ ਪਹਿਲਾਂ ਤਾਂ ਜਦੋਂ ਵੀ ਇਹ ਦਿਹਾੜੇ ਆਉਂਦੇ, ਹਰ ਸਾਲ ਜੂਨ ਦਾ ਮਹੀਨਾ ਆਉਂਦਾ, ਚੜ੍ਹਦੇ ਅਸੀਂ ਤਾਂ ਇੱਕ ਐਜ਼ ਅ ਬੇਟੀ ਹੋਣ ਦੇ ਨਾਤੇ ਮਤਲਬ ਜੋ ਵਲਵਲੇ ਸਾਡੇ ਦਿਲਾਂ ਵਿੱਚ ਉੱਠਦੇ ਆ, ਜੋ ਪੀੜਾ ਮਹਿਸੂਸ ਹੁੰਦੀ ਹੈ, ਜੋ ਉਹਨਾਂ ਦੀ ਕਮੀ, ਕਿਉਂਕਿ ਅਸੀਂ ਬੜੇ ਛੋਟੇ ਸੀ, ਤੇ ਜਦੋਂ ਜਿਸ ਏਜ ਦੇ ਵਿੱਚ ਬਾਪ ਦੀ ਬਹੁਤ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ, ਤੇ ਉਦੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣਾ, ਤਾਂ ਤੁਸੀਂ ਈਜ਼ੀਲੀ ਸਮਝ ਸਕਦੇ ਆ ਬਈ ਸਾਡੇ ਮਨਾਂ 'ਤੇ ਕੀ ਬੀਤਦੀ ਆ। ਇਹ ਸਾਡੇ ਹਿਰਦੇ ਹਰ ਸਾਲ, ਹਰ ਵਾਰ ਜਿਹੜੇ ਆ, ਅੱਜ ਵੀ ਜ਼ਖਮ ਉਨੇ ਹੀ ਤਾਜ਼ਾ ਹੈ ਜਿਹੜੇ 36 ਸਾਲ ਪਹਿਲਾਂ ਸੀ। ਕਿਉਂਕਿ ਕੌਮ ਨੇ ਸਾਨੂੰ ਦੁੱਖ ਇਸ ਗੱਲ ਦਾ ਹੈ, ਪੀੜਾ ਇਸ ਗੱਲ ਦੀ ਹੈ, ਜਿਵੇਂ ਤੁਸੀਂ ਪਹਿਲਾਂ ਪ੍ਰਸ਼ਨ ਪੁੱਛਿਆ ਕਿ ਮਹਿਸੂਸ ਤਾਂ ਸਾਡੇ ਇਮੋਸ਼ਨਸ ਨੇ, ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਨਾ ਕੇਵਲ ਸਾਨੂੰ ਪਿਆ, ਸਮੁੱਚੀ ਕੌਮ ਨੂੰ ਪਿਆ। ਅਸੀਂ ਹਮੇਸ਼ਾ, ਮੈਂ ਇਹੀ ਸੋਚਦੀ ਹਾਂ ਕਿ ਅੱਜ ਜੇ 36 ਸਾਲ ਉਹਨਾਂ ਨੂੰ ਗਿਆਨ ਹੋ ਗਿਆ, ਤੇ ਅੱਜ ਵੀ ਉਹਨਾਂ ਦੀ ਕੁਰਬਾਨੀ ਨਵੀਨ ਹੈ, ਤਾਜ਼ਾ ਹੈ, ਉਹਦਾ ਇੰਨਾ ਅਸਰ ਹੈ ਸਾਡੀ ਕੌਮ ਤੇ ਕਿ ਉਹਨਾਂ ਦੇ ਇੱਕ ਨਾਮ ਦੇ ਨਾਲ ਕੌਮ ਜਿਹੜੀ ਉਹ ਜਜ਼ਬਾਤਾਂ ਨਾਲ ਭਰੀ ਪਈ ਆ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਕੁਰਬਾਨੀਆਂ ਨਵੀਨ ਹੀ ਰਹਿਣਗੀਆਂ, ਹਮੇਸ਼ਾ ਇੱਦਾਂ ਰਹਿੰਦੀਆਂ ਨੇ। ਪੁਰਾਣੇ ਸਮਿਆਂ ਦੀਆਂ ਪੁਰਾਤਨ ਜਿਹੜੀਆਂ ਵੀ ਸ਼ਹਾਦਤਾਂ ਨੇ, ਉਹਨਾਂ ਨੂੰ ਅੱਜ ਵੀ ਅਸੀਂ ਓਨੀ ਹੀ ਸ਼ਰਧਾ, ਓਨੀ ਹੀ ਅਕੀਦਤ ਦੇ ਨਾਲ ਯਾਦ ਕਰਦੇ ਹਾਂ, ਮਨਾਉਂਦੇ ਹਾਂ। ਦੁੱਖ ਸਿਰਫ ਇਸ ਗੱਲ ਦਾ ਹੈ ਕਿ ਇੰਨਾ ਕੁਛ ਕੌਮ ਨੇ ਗਵਾ ਲਿਆ, ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਇੱਕ ਚੇਨ ਆਫ ਲੀਡਰਸ ਜਿਹੜੀ ਸਿੱਖਾਂ ਦੀ ਸੀ ਉਹ ਇੱਕਦਮ ਉਸ ਦਾ ਚਲੇ ਜਾਣਾ। ਪਰ ਜਿਸ ਮਕਸਦ ਵਾਸਤੇ ਉਹਨਾਂ ਨੇ ਸ਼ਹਾਦਤਾਂ ਪਾਈਆਂ ਸੀ, ਜਿਹੜਾ ਐਡਾ ਵੱਡਾ ਸੰਘਰਸ਼ ਵਿੱਢਿਆ ਸੀ ਕਿ ਕੌਮ ਦਾ ਕੁਛ ਬਣ ਜਾਏ, ਕੌਮ ਨੂੰ ਆਪਣੇ ਅਧਿਕਾਰ ਮਿਲਣ, ਕੌਮ ਦਾ ਆਪਣਾ ਘਰ ਬਣ ਜਾਏ, ਅਸੀਂ ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਤਾਂ ਕੌਮ ਨੂੰ ਉੱਪਰ ਵੱਲ ਜਾਣਾ ਚਾਹੀਦਾ ਸੀ। ਪਰ ਤਰਾਸਦੀ ਤੇ ਦੁੱਖ ਇਸ ਗੱਲ ਦਾ ਹੈ
ਵੀ ਇੰਨੀਆਂ ਖੂਨ ਡੋਲ ਕੇ ਇੰਨੇ ਵੱਡੇ ਘਾਟੇ ਬਰਦਾਸ਼ਤ ਕਰਕੇ ਵੀ ਕੌਮ ਉੱਪਰ ਨੂੰ ਜਾਣ ਦੀ ਬਜਾਏ ਨਿਘਾਰ ਵੱਲ ਆਈ ਹੈ। ਇਹ ਜਿਹੜੀ ਸਾਡੇ ਦਿਮਾਗ ਦੇ ਵਿੱਚ ਵਾਰ-ਵਾਰ ਸਾਨੂੰ ਗੱਲ ਇਹ ਚੁੱਭਦੀ ਰਹਿੰਦੀ ਹੈ। ਦੂਸਰੇ ਨੰਬਰ ਦੇ ਉੱਤੇ ਜਿਹੜਾ ਤੁਸੀਂ ਮੈਂ ਆਪਣੇ ਕੋਲੋਂ ਹੀ ਜਵਾਬ ਦੇਣ ਲੱਗੀ ਹਾਂ ਤੁਹਾਨੂੰ, ਬਈ ਤੁਸੀਂ ਮਾਤਾ ਜੀ ਨੂੰ ਪੁੱਛ ਰਹੇ ਸੀ ਵੀ ਸਰਕਾਰ ਕਹਿੰਦੀ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਭਿੰਡਰਾਂਵਾਲਾ ਛੁਪਿਆ ਸੀ, ਅੱਤਵਾਦੀ ਛੁਪੇ ਸੀ, ਭਾਈ ਅਮਰੀਕ ਸਿੰਘ ਹੋਣਾ ਨੇ ਸਿੰਘ ਤਿਆਰ ਕੀਤੇ ਸੀ ਤੇ ਇਸ ਕਰਕੇ ਹਮਲਾ ਕਰਨਾ ਪਿਆ। ਦੇਖੋ ਇਹ ਵੀ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਕੇਵਲ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ, ਸਾਰੀ ਦੁਨੀਆ ਜਾਣਦੀ ਹੈ ਕਿ 40 ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਜੀ। ਬਟ ਦੁੱਖ ਇਸ ਗੱਲ ਦਾ ਹੈ ਕਿ ਮੀਡੀਆ ਨੇ ਉਹਨਾਂ ਗੱਲਾਂ ਨੂੰ ਸਾਹਮਣੇ ਪ੍ਰਗਟ ਕਰਨ ਦਾ ਯਤਨ ਹੀ ਨਹੀਂ ਕੀਤਾ ਜੋ ਅਸਲੀਅਤ ਸੀ, ਕਿਉਂਕਿ ਮੀਡੀਆ ਹਮੇਸ਼ਾ ਤੁਹਾਨੂੰ ਪਤਾ ਕਿ ਭਾਰਤੀ ਮੀਡੀਆ ਹਮੇਸ਼ਾ ਇੱਕ ਪੱਖੀ ਰੋਲ ਜਿਹੜਾ ਹੈ ਉਹ ਪਹਿਲਾਂ ਵੀ ਅਦਾ ਕਰਦਾ ਸੀ, ਹੁਣ ਵੀ ਕਰ ਰਿਹਾ ਤੇ ਸ਼ਾਇਦ ਗਾਂ ਵੀ ਇਸੇ ਤਰ੍ਹਾਂ ਕਰਦਾ ਰਹੇਗਾ ਜੀ। ਉਹ ਅੱਤਵਾਦੀਆਂ ਦਾ ਟੋਲਾ ਨਹੀਂ ਸੀ। ਤੁਸੀਂ ਉਹਨਾਂ ਸਿੱਖਾਂ ਦੀ ਲਿਸਟ ਦਰ ਲਿਸਟ ਉਹਨਾਂ ਦੀ ਘੋਖ ਕਰ ਸਕਦੇ ਆ, ਆਪਾਂ ਪੜਤਾਲ ਕਰ ਸਕਦੇ ਆ। ਉਹ ਇੱਕ ਪੜ੍ਹੇ ਲਿਖਿਆ ਇੱਕ ਵਰਗ ਸੀ, ਇੱਕ ਬੌਧਿਕ ਤੇ ਆਤਮਿਕ ਤੌਰ ਤੇ ਬੜਾ ਚਿੰਤਨ ਸਮੂਹ ਸੀ। ਗੁਰੂ ਸਾਹਿਬ ਵੱਲੋਂ ਭੇਜੀਆਂ ਹੋਈਆਂ ਫੌਜਾਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸੀ, ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਭਲੀ ਪ੍ਰਕਾਰ ਜਾਣੂ ਸੀ ਜਿਹੜੇ ਇਸ ਗੱਲ ਤੋਂ ਕਿ ਅਸੀਂ ਕੀ ਸੰਘਰਸ਼ ਲੈ ਕੇ ਚੱਲ ਰਹੇ ਹਾਂ, ਸਾਡੀ ਮੰਜ਼ਿਲ ਕੀ ਹੈ, ਅਸੀਂ ਕਿੱਥੇ ਪਹੁੰਚਣਾ ਹੈ ਔਰ ਇਹਦੇ ਵਿੱਚ ਸਾਡੀਆਂ ਤਰਜੀਹਾਂ ਕੀ ਹਨ ਤੇ ਸਾਡੀਆਂ ਲਿਮਿਟੇਸ਼ਨਸ, ਸਾਡਾ ਬਾਰਡਰ ਲਾਈਨ ਕੀ ਹੈ। ਉਹ ਇਸ ਗੱਲ ਤੋਂ ਬੜੇ ਚੇਤਨ ਸੀ, ਬੜੇ ਪੜ੍ਹੇ ਲਿਖੇ ਸੀ, ਐਜੂਕੇਟਡ ਪੀਪਲ ਸੀ। ਮੀਡੀਆ ਨੇ ਕਿਉਂਕਿ ਇੱਕ ਹੀ ਗੱਲ ਸਾਹਮਣੇ ਰੱਖ ਦਿੱਤੀ ਬਈ ਦੇਖੋ ਜੀ ਸੰਤ ਜਰਨੈਲ ਸਿੰਘ ਨੇ ਵੀ ਹੱਥ ਵਿੱਚ ਤੀਰ ਫੜਿਆ, ਪਿਸਟਲ ਪਾਇਆ, ਭਾਈ ਅਮਰੀਕ ਸਿੰਘ ਨੇ ਵੀ ਪਿਸਟਲ ਪਾਏ ਆ ਤੇ ਇਹਨਾਂ ਨੇ ਸ਼ਾਇਦ ਲੋਕ ਹੀ ਮਾਰਨ ਦੀ ਟ੍ਰੇਨਿੰਗ ਦਿੰਦੇ ਰਹੇ ਜਾਂ ਇਹ ਅੱਤਵਾਦੀ ਉੱਥੇ ਬਣਾਉਂਦੇ ਰਹੇ, ਜਦ ਕਿ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ। ਮੈਂ ਦੱਸਣਾ ਚਾਹੁੰਦੀ ਹਾਂ ਕਿ ਭਾਈ ਅਮਰੀਕ ਸਿੰਘ ਜਦੋਂ ਜੂਨ 1984 ਦੀ ਸਾਕਾ ਹੋਇਆ, ਉਦੋਂ ਇੱਕ ਰਿਸਰਚ PhD ਕਰ ਰਹੇ ਸੀਗੇ। ਗੁਰੂ ਨਾਨਕ ਐਜ਼ ਏ ਟਰੈਵਲਰ ਉਹਨਾਂ ਦੀ PhD ਦਾ ਜਿਹੜਾ ਇਸ਼ੂ ਸੀ, ਉਹਨਾਂ ਦਾ ਟੌਪਿਕ ਸੀ, ਸਬਜੈਕਟ ਸੀਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਮਾਸਟਰਸ ਉਹਨਾਂ ਨੇ ਕੀਤੀ ਸੀ ਔਰ ਗਿਆਨੀ ਦਿੱਤ ਸਿੰਘ, ਮੂਲ ਸਿੰਘ, ਮਹਿੰਦਰ ਸਿੰਘ ਮੈਡਲ ਵੀ ਉਹਨਾਂ ਨੇ ਆਪਣੀ ਸਟੱਡੀ ਦੌਰਾਨ ਜਿਹੜੇ ਸੀ ਉਹ ਪ੍ਰਾਪਤ ਕੀਤੇ ਸੀ। ਔਰ ਇਹਨੇ ਜਿਸ ਤਰ੍ਹਾਂ ਹੁਣ ਹਰਮਿੰਦਰ ਸੰਧੂ ਉਹ ਵੀ ਬੜੇ ਪੜ੍ਹੇ ਲਿਖੇ ਸੀ। ਇਸ ਤਰ੍ਹਾਂ ਜਿੰਨੀ ਲੰਬੀ ਲਿਸਟ ਉਹਨਾਂ ਦੇ ਨਾਲ ਸਿੱਖਾਂ ਦੀ ਸੀ, ਜਿਹੜੇ ਉਹਨਾਂ ਦੇ ਨਾਲ ਯੋਧੇ ਸੀ, ਸਾਥੀ ਸੀ, ਸਾਰੇ ਬੜੇ ਬੌਧਿਕ ਤੌਰ ਤੇ ਬੜੇ ਚੇਤਨ ਸੀ ਔਰ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਵੀ ਬਹੁਤ ਉੱਚਾ ਤੇ ਸੁੱਚਾ ਸੀ। ਕੇਵਲ ਐਜੂਕੇਸ਼ਨ ਦੇ ਪੱਖੋਂ ਹੀ ਨਹੀਂ, ਜੇ ਅਸੀਂ ਉਹਨਾਂ ਦਾ ਧਾਰਮਿਕ ਜੀਵਨ ਵੀ ਦੇਖੀਏ ਤਾਂ ਬੜਾ ਲੰਬਾ ਉਹਨਾਂ ਦਾ ਨਿਤਨੇਮ ਸੀ, ਉਹਨਾਂ ਦਾ ਜੀਵਨ ਸੀ, ਤਪੱਸਿਆ ਸੀ, ਅਭਿਆਸ ਸੀ। ਸੋ ਮੈਂ ਚਾਹੁੰਦੀ ਵੀ ਇਹ ਮੀਡੀਆ ਰਾਹੀਂ ਇਹ ਗੱਲਾਂ ਵੀ ਜਿਹੜੀਆਂ ਨਾ ਇਹ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਵੀ ਉਹਨਾਂ ਨੇ ਅੱਤਵਾਦੀ ਜਿਹੜਾ ਉਹ ਘੜਨ ਦਾ ਕਾਰਖਾਨਾ ਨਹੀਂ ਸੀ ਲਾਇਆ ਹੋਇਆ। ਆਪ ਮਹਾਰੇ ਲੋਕਾਂ ਵਿੱਚ ਜਦੋਂ ਚੇਤਨਤਾ ਦੀ ਲਹਿਰ ਪੈਦਾ ਹੋ ਗਈ ਤਾਂ ਨੌਜਵਾਨ ਵਰਗ ਜਿਹੜਾ ਸੀ ਉਹਨਾਂ ਦੇ ਖਿਆਲਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ, ਚੇਤਨ ਹੋਣਾ ਸ਼ੁਰੂ ਹੋ ਗਿਆ, ਜਾਗਰੂਕਤਾ ਆਈ ਸਿੱਖਾਂ ਦੇ ਵਿੱਚ। ਔਰ ਇੰਨੀ ਜਾਗਰੂਕਤਾ ਆਈ, ਮੈਨੂੰ ਯਾਦ ਹੈ ਕਿ ਭਾਵੇਂ ਮੈਂ ਉਸ ਟਾਈਮ ਤੇ ਛੋਟੀ ਸੀ ਪਰ ਘੋਖ ਕੀਤਿਆਂ ਪੜਤਾਲਿਆਂ ਜਾਂ ਸਮਕਾਲੀਆਂ ਨੂੰ ਮਿਲਿਆ ਇਹ ਪਤਾ ਲੱਗਦਾ ਕਿ ਆਪ ਮਹਾਰੇ ਨੌਜਵਾਨ ਕਾਲਜਾਂ ਵਿੱਚੋਂ ਆ ਕੇ ਬੇਨਤੀ ਕਰਦੇ ਹੁੰਦੇ ਕਿ ਸਾਡੇ ਕਾਲਜ ਵੀ ਫੈਡਰੇਸ਼ਨ ਦਾ ਯੂਨਿਟ ਸਥਾਪਿਤ ਕਰੋ, ਸਾਡੇ ਕਾਲਜ ਵੀ। ਔਰ ਭਾਈ ਅਮਰੀਕ ਸਿੰਘ ਵਿਦਆਊਟ ਐਨੀ ਮੀਨਸ ਉਸ ਟਾਈਮ ਤੇ ਬੱਸਾਂ ਵਿੱਚ ਜਾ ਕੇ ਵੀ ਕਾਲਜਾਂ ਦੇ ਵਿੱਚ ਜਿਹੜੇ ਯੂਨਿਟ ਸਥਾਪਿਤ ਕਰਦੇ ਰਹੇ ਫੈਡਰੇਸ਼ਨ ਦੇ। ਇਹੀ ਤਰਾਸਦੀ, ਇਹੀ ਵਲਵਲਾ ਵਾਰ-ਵਾਰ ਮਨ ਦੇ ਵਿੱਚ ਆਉਂਦਾ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਸਾਡੀ ਕੌਮ ਨੂੰ ਤਾਂ ਬੜਾ ਵੱਡਾ ਹੁੰਗਾਰਾ, ਇੱਕ ਬੜਾ ਗ੍ਰਾਫ ਉੱਪਰ ਨੂੰ ਜਾਣਾ ਚਾਹੀਦਾ ਸੀ। ਪਰ ਤਰਾਸਦੀ ਇਸ ਗੱਲ ਦੀ ਹੈ ਕਿ ਇੱਕ ਤਾਂ ਉਹ ਅਨਮੋਲ ਹੀਰਿਆਂ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਲੜੀ ਕੌਮ ਦੇ ਆਗੂਆਂ ਦੀ ਸਾਡੇ ਅਚਾਨਕ ਗਾਇਬ ਹੋ ਜਾਣਾ, ਜੋ ਘਾਟਾ ਤਾਂ ਪਿਆ ਹੀ ਪਿਆ। ਉਸ ਤੋਂ ਬਾਅਦ 'ਚ ਜਿਹੜੀ ਸਾਡੀ ਗਿਰਾਵਟ ਆਈ ਲੀਡਰਲੈਸ, ਜੋ ਸਾਨੂੰ ਇੱਕ ਉਹਨਾਂ ਦਾ ਕੱਦ ਵਾਰ ਦਾ ਲੀਡਰ ਨਹੀਂ ਪ੍ਰਾਪਤ ਹੋਇਆ, ਉਹ ਸਭ ਤੋਂ ਵੱਡੀ ਉਸ ਗੱਲ ਦਾ ਦੁੱਖ ਲੱਗਦਾ ਇਹਨਾਂ ਦਿਨਾਂ ਵਿੱਚ ਆ ਕੇ। ਤਾਂ ਸਾਡੇ ਜ਼ਖਮ ਜਿਹੜੇ ਆ ਉਹ ਹੋਰ ਵੀ ਹਰੇ ਹੋ ਜਾਂਦੇ। ਬਿਲਕੁਲ, ਜਿਹੜੀਆਂ ਗੱਲਾਂ ਭੈਣ ਜੀ ਨੇ ਕੀਤੀਆਂ ਸੱਚਮੁੱਚ ਇਹ ਗੱਲਾਂ ਜਦੋਂ ਅਸੀਂ ਦੇਖਦੇ ਹਾਂ ਨੌਜਵਾਨਾਂ ਦੇ ਸੱਥਾਂ ਦੇ ਵਿੱਚ, ਬੇਸ਼ੱਕ ਉਹ ਸੋਸ਼ਲ ਮੀਡੀਆ ਹੋਵੇ ਜਾਂ ਜਿਹੜੇ ਚਿੰਤਕ ਜਾਂ ਕੁਝ ਜਾਗਰੂਕ ਹੈਗੇ ਆ, ਬਹੁਤੇ ਤਾਂ ਖੈਰ ਸਿਆਸੀ ਪਿੰਗਾ ਝੂਟਣ ਵਾਲੇ ਆ, ਕੋਈ ਕਿਸੇ ਦਾ ਝੰਡਾ ਚੁੱਕਿਆ, ਕਿਸੇ ਦੀ ਟੀ-ਸ਼ਰਟ ਪਾਈ ਆ, ਕੋਈ ਕਿਸੇ ਦੀ ਬੱਸ ਚੜਿਆ, ਕਿਸੇ ਦੀ ਲਾਲ ਬੱਤੀ ਵਾਲੇ ਦੇ ਮਗਰ ਤੁਰਿਆ। ਪਰ ਜੇ ਕੋਈ ਹੈਗੇ ਜਾਗਰੂਕ ਤਾਂ ਇਹ ਗੱਲਾਂ ਹੁੰਦੀਆਂ ਵੀ ਅੱਜ ਕੌਮ ਲੀਡਰ ਹੀ ਨਹੀਂ ਆ, ਆਗੂ ਹੀ ਨਹੀਂ ਹੈ। ਜੇ ਕੋਈ ਹੈ ਤੇ ਉਹ ਘਰ ਭਰਨ ਤੇ ਲੱਗਿਆ ਹੋਇਆ ਜਾਂ ਹੋਰ ਬਹੁਤ ਕੁਝ ਅਸੀਂ ਜਾਣਦੇ ਹਾਂ। ਅੱਜ ਵੀ ਭੈਣ ਜੀ ਕਾਲਜਾਂ ਦੇ ਵਿੱਚ ਸਿਆਸੀ ਪਾਰਟੀਆਂ, ਧਾਰਮਿਕ ਪਾਰਟੀਆਂ ਧੜੇ ਬਣਾ ਰਹੀਆਂ ਨੇ। ਉਹ ਕਹਿੰਦੀ ਵੀ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹਾਂ। ਇਹਨਾਂ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਇਨਕਲਾਬ ਜਿੰਦਾਬਾਦ ਦੀ ਗੱਲ ਕਰਦੇ, ਅੱਜ ਕੱਲ੍ਹ ਵਾਲੇ ਲੀਡਰ
ਜਾਂ ਉਹਨਾਂ ਤੁਹਾਨੂੰ ਪਤਾ ਕਿ ਉਹਨਾਂ ਤੋਂ ਬਾਅਦ ਹੁਣ ਉਹਨਾਂ ਦੇ ਕੋਈ ਕਈਆਂ ਦੇ ਪੁੱਤ ਪੋਤਰੇ ਆ ਗਏ ਕਹਿੰਦੇ ਵੀ ਅਸੀਂ ਇਨਕਲਾਬ ਲਿਆਵਾਂਗੇ, ਉਹ ਉਦੋਂ ਦੀ ਫੈਡਰੇਸ਼ਨ ਜਾਂ ਉਦੋਂ ਦੀਆਂ ਯੂਥ ਦੀਆਂ ਸੰਸਥਾਵਾਂ ਤੇ ਹੁਣ ਵਾਲੀਆਂ ਦੇ ਵਿੱਚ ਕਿੰਨਾ ਅਸਲ 'ਚ ਜਿਹੜਾ ਹੈਗਾ ਸੱਚੀ ਮੁੱਚੀ ਇੰਨਾ ਕਿੰਨਾ ਕੁ ਫਰਕ ਹੋਊਗਾ ਤੁਹਾਨੂੰ? ਮੈਂ ਕਹਿੰਦੀ ਹਾਂ ਜੀ ਲੱਖ ਯੂਨਿਟ ਬਣਾਉਣ, ਬਣਾਈ ਜਾਣ ਜਥੇਬੰਦੀਆਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਗੱਲ ਨਹੀਂ। ਪਾਪੂਲੇਸ਼ਨ ਵੀ ਵਧੀ ਉਸ ਹਿਸਾਬ ਨਾਲ ਜਥੇਬੰਦੀਆਂ ਵੀ ਵਧੀਆਂ। ਦਿਸ ਇਜ਼ ਦਾ ਇਹ ਇੱਕ ਵੱਖਰਾ ਫੈਕਟ ਹੈ। ਜੀ ਜੀ। ਦੁੱਖ ਇਸ ਗੱਲ ਦਾ ਆ ਭਾਵੇਂ 50 ਫੈਡਰੇਸ਼ਨਾਂ ਹੋ ਜਾਣ, 40 ਹੋਣ, ਉਹਨਾਂ ਨੂੰ ਮੁਬਾਰਕ ਜੀ। ਕੋਈ ਕਿਸੇ ਪਾਰਟੀ ਮਗਰ ਤੁਰਿਆ ਫਿਰੇ ਉਸ ਨੂੰ ਮੁਬਾਰਕ, ਹੋ ਸਕਦਾ ਉਹਨੂੰ ਉਹਦੇ ਵਿੱਚੋਂ ਕੁਝ ਚੰਗੀ ਗੱਲ ਵੀ ਮਿਲ ਜਾਵੇ। ਜੀ ਜੀ। ਬਟ ਇਹ ਹੈ ਕਿ ਜੋ ਫੈਡਰੇਸ਼ਨ ਦਾ ਸ਼ਾਨਾਮਾਤਾ ਇਤਿਹਾਸ ਪਿੱਛੇ ਰਿਹਾ ਹੈ, ਜੋ ਗ੍ਰਾਫ ਹੈ ਸਾਡਾ, ਘੱਟੋ ਘੱਟ ਜੇ ਉਹਦੇ ਪੈਮਾਨੇ ਦੇ ਵਿੱਚ ਅਸੀਂ ਪੂਰੇ ਨਹੀਂ ਆ ਸਕਦੇ ਤਾਂ ਉਹਦੇ ਰੂਲ ਰੈਗੂਲੇਸ਼ਨਸ ਨੂੰ ਤਾਂ ਅਸੀਂ ਖਰਾਬ ਨਾ ਕਰੀਏ, ਉਹਦਾ ਪ੍ਰੋਟੋਕੋਲ ਤਾਂ ਫੋਲੋ ਕਰੀਏ। ਕਿਉਂਕਿ ਇਹ ਜਥੇਬੰਦੀ ਨਾ ਕੇਵਲ ਸਿਆਸੀ ਜਥੇਬੰਦੀ ਹੈ, ਨਾ ਹੁਣ ਕੇਵਲ ਸਟੂਡੈਂਟਸ ਦੀ ਰਹਿ ਗਈ ਆ, ਇਹ ਇੱਕ ਸ਼ਹਾਦਤ ਭਰੀ ਜਥੇਬੰਦੀ। ਇਹਦੇ ਤੇ ਟੈਗ ਲੱਗ ਗਿਆ ਜੂਨ 1984 ਤੋਂ ਬਾਅਦ। ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਜਿਹੇ ਪਹਿਲੇ ਫੈਡਰੇਸ਼ਨ ਪ੍ਰਧਾਨ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਅਜ਼ਮਤ ਵਾਸਤੇ, ਸਤਿਕਾਰ ਵਾਸਤੇ ਟੈਂਕਾਂ ਤੇ ਤੋਪਾਂ ਦੇ ਨਾਲ ਲੋਹਾ ਲਿਆ ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਉਹ ਤਾਂ ਇੱਕ ਬੜਾ ਵੱਡਾ ਇੱਕ ਰੋਲ ਮਾਡਲ, ਇੱਕ ਮੀਲ ਪੱਧਰ ਸਥਾਪਿਤ ਕਰ ਗਏ ਫੈਡਰੇਸ਼ਨਾਂ ਲਈ। ਤੇ ਮੇਰੀ ਬੇਨਤੀ ਹੈ ਕਿ ਚਾਹੇ 4 ਬਣੀਆਂ ਹੋਣ, 5 ਬਣੀਆਂ ਹੋਣ, ਉਹਨਾਂ ਨੂੰ ਮੁਬਾਰਕ ਹੈ, ਪਰ ਘੱਟੋ ਘੱਟ ਉਹਨਾਂ ਦਾ ਨਿਸ਼ਾਨਾ ਜੋ ਹੈ ਉਹ ਜੂਨ 1984 ਵਾਲਾ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਲਾ ਹੋਣਾ ਚਾਹੀਦਾ। ਸਾਡੀ ਤਾਂ ਇੰਨੀ ਕੁ ਭਾਵਨਾ ਹੈ। ਬਿਲਕੁਲ ਬਿਲਕੁਲ ਜੀ। ਸੱਚਮੁੱਚ ਬਹੁਤ ਸਾਰੀਆਂ ਯੂਥ ਦੀਆਂ ਸੰਸਥਾਵਾਂ ਜੇ ਹੈਗੀਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਨਿਸ਼ਾਨਾ ਕੀ ਹੋਣਾ ਚਾਹੀਦਾ। ਨਾਲੇ ਵੀ ਜਿਹੜੀ ਵੱਡੀ ਗੱਲ ਹੈ, ਬਹੁਤ ਮਾਣ ਕਰਨ ਵਾਲਾ ਜਿਹੜਾ ਇਤਿਹਾਸ ਸਿੱਖ ਪੰਥ ਦਾ, ਕੌਮ ਦਾ, ਯੋਧੇ ਬਹਾਦਰ ਜਿਹੜੇ ਆ ਉਹ ਸਿੱਖ ਕੌਮ ਵਰਗੇ ਕਿਤੇ ਨਹੀਂ ਹੋਏ। ਤੇ ਇੱਕ ਨਾਲ ਗੱਲ ਉਹ ਵੀ ਲਾ ਦਈਦੀ ਵੀ ਗਦਾਰ ਵੀ ਸਿੱਖਾਂ ਵਰਗੇ ਕਿਤੇ ਨਹੀਂ ਹੋਏ। ਖੈਰ ਸਾਨੂੰ ਮਾਣ ਹੈ ਕਿ ਅਸੀਂ ਉਸ ਪਰਿਵਾਰ ਦੇ ਕੋਲ ਬੈਠੇ ਹਾਂ ਜਿਨ੍ਹਾਂ ਨੇ ਘੱਲੂਘਾਰਾ ਜੂਨ 1984 ਦੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਔਰ ਹੁਣ ਤੱਕ ਵੀ ਪਾ ਰਹੇ ਆ। ਇਹਨਾਂ ਦੀਆਂ ਜਿਹੜੀਆਂ ਕਹੀਆਂ ਹੋਈਆਂ ਗੱਲਾਂ, ਇਹਨਾਂ ਦੇ ਕਹੇ ਹੋਏ ਵਚਨ ਜਿਹੜੇ ਆ ਭਾਈ ਅਮਰੀਕ ਸਿੰਘ ਜੀ ਸ਼ਹੀਦ ਜੀ ਦੇ ਜਿਹੜੇ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ, ਉਹ ਸਾਡੀ ਰੂਹ ਨੂੰ ਤਰੋਤਾਜ਼ਾ ਕਰਦੇ ਆ। ਬਹੁਤ ਸਾਰੇ ਸਾਡੇ ਪ੍ਰਚਾਰਕ, ਸਾਡੇ ਆਗੂ, ਸਾਡੇ ਲੀਡਰ ਜਿਹੜੇ ਕਦੇ ਸੰਤ ਜਰਨੈਲ ਸਿੰਘ ਜੀ ਜਾਂ ਭਿੰਡਰਾਂ ਵਾਲੇ ਸੰਤਾਂ ਦੇ ਸਮੁੱਚੀ ਲਹਿਰ ਦੇ ਨਾਅਰੇ ਮਾਰ ਕੇ ਕਹਿੰਦੇ ਹੁੰਦੇ ਸੀ ਵੀ ਅਸੀਂ ਹਿਲਾ ਦਿਆਂਗੇ ਸਭ ਕੁਝ, ਅੱਜ ਉਹ ਸ਼ਹੀਦੀਆਂ ਦੇ ਉੱਤੇ ਕਿੰਤੂ ਕਰ ਰਹੇ ਨੇ, ਤਰਕ ਕਰ ਰਹੇ ਨੇ, ਸਵਾਲ ਕਰ ਰਹੇ ਨੇ। ਕਿਉਂਕਿ ਕਰਮਾਂ ਬਿਨਾਂ ਕੁਛ ਨਹੀਂ ਹੁੰਦਾ। ਇਹ ਕਰਮਾਂ ਦੀ ਖੇਡ ਹੀ ਕਹਿ ਸਕਦੇ ਹਾਂ ਕਿ ਸਾਰੀ ਉਮਰ ਖੱਟ ਕੇ ਤੇ ਉਹਨਾਂ ਸ਼ਹੀਦਾਂ ਤੋਂ, ਉਹਨਾਂ ਗੁਰੂ ਦੀਆਂ ਬਖਸ਼ਾਂ ਲੈ ਕੇ ਅੱਜ ਅਖੀਰ ਨੂੰ ਮਾੜੇ ਕਰਮਾਂ ਵਾਲੀ ਗੱਲ ਆ। ਖੈਰ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ, ਧੰਨਵਾਦ ਜੀ। ਜੁੜੇ ਰਹੋ KTV ਗਲੋਬਲ ਦੇ ਨਾਲ। ਅਸੀਂ ਪ੍ਰਣਾਮ ਕਰਦੇ ਹਾਂ ਘੱਲੂਘਾਰਾ ਜੂਨ 84 ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ, ਕਿਉਂਕਿ ਜਦੋਂ ਅਸੀਂ ਇਤਿਹਾਸ ਦੇਖਦੇ, ਜਿਸ ਤਰ੍ਹਾਂ ਮਾਤਾ ਜੀ ਨੇ ਕਿਹਾ ਵੀ ਜੰਗਾਂ ਗੁਰੂ ਪਾਤਸ਼ਾਹ ਨੇ ਲੜੀਆਂ, ਇੱਕ ਵੀ ਜੰਗ ਜਿਹੜੀ ਆ ਜਰ ਜੋਰੂ ਜ਼ਮੀਨ ਖਾਤਰ ਨਹੀਂ ਹੋਈ। ਔਰ ਜਿਹੜਾ ਘੱਲੂਘਾਰਾ ਜੂਨ 84 ਆ, ਉਹ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ, ਉਹ ਇੱਕ ਵੀ ਉਹਨਾਂ ਦੇ ਵਿੱਚੋਂ ਸਿੰਗਲ ਇੱਕ ਵੀ ਕਿਸੇ ਸਿਆਸੀ ਲੀਡਰ ਦਾ ਉਸ ਵਕਤ, ਉਸ ਤੋਂ ਬਾਅਦ ਨਹੀਂ, ਉਸ ਵਕਤ ਕਿਸੇ ਦਾ ਪੁੱਤ ਭਤੀਜਾ ਜਾਂ ਸਿਆਸੀ ਕੋਈ ਪਦਵੀ ਲੈਣ ਵਾਸਤੇ ਜਾਂ ਕੋਈ ਜ਼ਮੀਨ ਲੈਣ ਵਾਸਤੇ, ਲਾਲਚ ਵਾਸਤੇ ਨਹੀਂ ਲੜਿਆ। ਜੇ ਲੜੇ ਨੇ ਪੰਜਾਬ ਦੇ ਹੱਕਾਂ ਵਾਸਤੇ, ਦੇਸ਼ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਬਹਾਲ ਕਰਨ ਵਾਸਤੇ ਲੜੇ ਨੇ। ਇਹੀ ਸਿੱਖ ਦਾ ਜਿਹੜਾ ਅਹਿਦ ਆ, ਭੈ ਕਾਹੂ ਕੋ ਦੇਤ ਨੈ ਭੈ ਮਾਨ ਧਿਆਨ। ਸੰਤ ਜਰਨੈਲ ਸਿੰਘ ਜੀ ਦੇ ਉੱਤੇ ਭਾਰਤੀ ਕਾਨੂੰਨ ਤਹਿਤ ਇੱਕ ਵੀ ਸਿੰਗਲ FIR ਜਿਹੜੀ ਆ ਔਰ ਸਮੁੱਚੇ ਯੋਧਿਆਂ ਦੇ ਉੱਤੇ ਨਹੀਂ ਮਿਲਦੀ। ਅੱਜ ਦੁਨੀਆ ਦੇ ਵਿੱਚ ਭਾਰਤ ਦਾ ਜਿਹੜਾ ਨਾਮ ਆ ਬਹੁਤ ਗੰਦਲਾ ਹੈ। ਉਹ ਕਿਉਂ? ਕਾਰਨ ਕੀ ਆ? ਕਿਉਂਕਿ ਇੱਥੇ ਬਲਾਤਕਾਰ ਹੋ ਰਹੇ ਆ ਦਿਨ ਦਿਹਾੜੇ। ਔਰ ਉਹ ਬਲਾਤਕਾਰ ਕਰ ਕੌਣ ਰਹੇ ਆ? ਬਲਾਤਕਾਰੀਆਂ ਦੀ ਜਿਹੜੀ ਕਿ ਸਪੋਰਟ ਕੌਣ ਕਰ ਰਹੇ ਨੇ? ਜਿਹੜੇ ਵਿਧਾਇਕ ਤੇ ਸੰਸਦ ਭਾਰਤ ਦੀਆਂ ਵਿਧਾਨ ਸਭਾ ਦੀਆਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਆ। ਅਸੀਂ ਜਾਣਦੇ ਹਾਂ 84 ਦਾ ਕਤਲੇਆਮ ਉਹ ਅੱਜ ਵੀ ਮੌਜਾਂ ਮਾਰ ਰਹੇ ਆ। ਖੈਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਉਹਦੇ ਘਰੇ ਦੇਰ ਜ਼ਰੂਰ ਆ ਪਰ ਅੰਧੇਰ ਨਹੀਂ। ਸ਼ੁਕਰੀਆ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।